ਸਤਿ ਸ਼੍ਰੀ ਅਕਾਲ ਜੀ। ਬੜੇ ਸਾਰੇ ਬੱਚਿਆਂ ਦੀ ਡਿਮਾਂਡ ਆ ਰਹੀ ਸੀ ਕਿ ਜਿਹੜੇ 2022 ਦੇ ਵਿੱਚ ਆਪਣੇ ਪੰਜਾਬੀ ਲਿਟਰੇਚਰ ਆਪਸ਼ਨਲ ਦੇ ਪੇਪਰ ਹੋਏ ਹੈ, ਉਹਨਾਂ ਨੂੰ ਥੋੜਾ ਜਿਹਾ ਡਿਸਕਸ ਕਰ ਦਿਓ, ਕਿਉਂਕਿ ਦੋਨੋਂ ਪੇਪਰ ਨੇ ਜਿਹੜੇ ਆਪਣੀ ਵੈਬਸਾਈਟ ਤੇ ਔਰ ਆਪਣੀ ਐਪ ਤੇ, ਜਿਹੜੀ ਪੰਜਾਬੀ ਲਿਟਰੇਚਰ ਫॉर ਆਈਏਐਸ ਐਪ ਹੈਗੀ ਆ ਆਪਣੀ, ਉਹਦੇ ਤੇ ਆਲਰੇਡੀ ਅਪਲੋਡ ਕੀਤੇ ਹੋਏ ਹੈ। ਪਰ ਕੁਝ ਕੁ ਮੈਸੇਜ ਇਦਾਂ ਦੇ ਆ ਰਹੇ ਸੀ ਬੱਚਿਆਂ ਦੇ ਕਿ ਇਹਨਾਂ ਨੂੰ ਪਲੀਜ਼ ਇੱਕ ਵਾਰੀ ਥੋੜਾ ਡਿਸਕਸ ਜ਼ਰੂਰ ਕਰ ਦਿਓ। ਤਾਂ ਆਪਾਂ ਤੁਹਾਡੀ ਡਿਮਾਂਡ ਦੇ ਮੁਤਾਬਕ ਆਪਾਂ ਥੋੜਾ ਜਿਹਾ ਟਾਈਮ ਅੱਜ ਲਗਾਉਣੇ ਆ ਕਿ ਇੱਕ ਬਰੀਫਿੰਗ ਹੈ ਜਿਹੜੀ ਇਹਨਾਂ ਕੁਐਸਚਨ ਪੇਪਰਸ ਤੇ ਆਪਾਂ ਕਰ ਸਕੀਏ, ਆਪਾਂ ਕੋਸ਼ਿਸ਼ ਕਰਦੇ ਹਾਂ ਉਹਦੇ ਤੇ। ਸੋ ਪਹਿਲਾ ਪੇਪਰ ਹੈ ਆਪਣੇ ਕੋਲੇ ਔਰ ਇਹਦੇ ਵਿੱਚ ਸਾਡੇ ਕੋਲੇ ਹੈਗਾ ਸੈਕਸ਼ਨ ਏ ਖੁੱਲਿਆ ਹੋਇਆ ਇਸ ਵੇਲੇ। ਸੈਕਸ਼ਨ ਏ ਦੇ ਵਿੱਚ ਸਾਡੇ ਕੋਲੇ ਆਪਾਂ ਦੇਖਦੇ ਹਾਂ, ਜਿਵੇਂ ਸਾਨੂੰ ਪਤਾ ਹੈ ਕਿ ਕੁਐਸਚਨ ਇੱਕ ਪਹਿਲਾ ਜਿਹੜਾ ਹੈਗਾ ਉਹ ਕੰਪਲਸਰੀ ਹੁੰਦਾ। ਕੁਐਸਚਨ ਹਰੇਕ ਪ੍ਰਸ਼ਨ ਦਾ ਉੱਤਰ ਹੈ ਜਿਹੜਾ 150 ਸ਼ਬਦਾਂ 'ਚ ਆਪਾਂ ਦੇਣਾ ਹੁੰਦਾ। ਸਭ ਤੋਂ ਪਹਿਲਾ ਕੁਐਸਚਨ ਇਹਦੇ ਵਿੱਚ ਇਹ ਕੁਐਸਚਨ ਹੈ ਜਿਹੜਾ 10 ਨੰਬਰ ਦੇ ਇਹ ਕੁਐਸਚਨ ਹੈਗੇ ਹਰੇਕ। ਪੰਜਾਬੀ ਭਾਸ਼ਾ ਦੇ ਜਨਮ ਅਤੇ ਵਿਕਾਸ ਪੜਾਵਾਂ ਬਾਰੇ ਦੱਸੋ। ਠੀਕ ਹੈ, ਪੰਜਾਬੀ ਭਾਸ਼ਾ ਦੇ ਜਨਮ ਨੂੰ ਨਾਥ ਜੋਗੀਆਂ ਦੇ ਸਾਹਿਤ ਨਾਲ ਜੋੜਨਾ ਕਿੰਨਾ ਕੁ ਤਰਕ ਸੰਗਤ ਹੈ। ਸੋ ਮੈਂ ਇੱਕ ਗੱਲ ਕਵਾਂਗਾ ਇਹਦੇ ਚ ਕਿ ਇੱਕ ਕੁਐਸਚਨ ਦੇ ਵਿੱਚ ਬੇਸਿਕਲੀ 3 ਕੁਐਸਚਨ ਦਿੱਤੇ ਹੋਏ ਹੈ ਇੱਥੇ, ਔਰ 10 ਨੰਬਰ ਦਾ ਇਹ ਕੁਐਸਚਨ ਹੈ ਸਾਡੇ ਕੋਲੇ। ਇੱਕ ਚੀਜ਼ ਮੈਂ ਅਕਸਰ ਇਹ ਕਹਿੰਦਾ ਹੁੰਨਾ ਕਲਾਸ ਦੇ ਵਿੱਚ ਬੱਚਿਆਂ ਨੂੰ ਕਿ ਪੰਜਾਬੀ ਲਿਟਰੇਚਰ ਦੇ ਵਿੱਚ ਕਾਫੀ ਸਾਰਾ ਪੋਰਸ਼ਨ ਤੁਹਾਡਾ ਇਦਾਂ ਦਾ ਹੈਗਾ ਜਿਹਦੇ ਤੇ ਤੁਹਾਨੂੰ ਆਲੇ ਦੁਆਲੇ ਤੋਂ ਇਧਰੋਂ ਉਧਰੋਂ ਕਾਫੀ ਮਟੀਰੀਅਲ ਮਿਲ ਜਾਂਦਾ। ਔਰ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਡੇ ਜਿਹੜੇ ਨੋਟਸ ਨੇ ਉਹ ਵੀ ਮਾਰਕੀਟ ਦੇ ਵਿੱਚ ਕਿਤੇ ਨਾ ਕਿਤੇ ਘੁੰਮ ਰਹੇ ਅਵੇਲੇਬਲ ਹੈਗੇ ਨੇ। ਤਾਂ ਬੱਚਿਆਂ ਨੂੰ ਅਸੀਂ ਇੱਕੋ ਹੀ ਚੀਜ਼ ਇਹ ਕਹਿਣੇ ਹੁੰਨੇ ਆ ਕਿ ਕਿਸੇ ਵੀ ਬੱਚੇ ਨੇ ਅਗਰ ਇਕੱਲੇ ਕੋਈ ਨੋਟਸ ਪੜ੍ਹ ਲਏ ਕਿਸੇ ਵੀ ਟੀਚਰ ਦੇ ਜਾਂ ਇਕੱਲੀਆਂ ਕਿਤਾਬਾਂ ਪੜ੍ਹ ਲਈਆਂ, ਤੇ ਜਿਹੜੇ ਬੱਚੇ ਨੇ ਕਲਾਸ ਲਾਈ ਹੈ, ਇੱਕ ਇਨਫੋਰਮੇਸ਼ਨ ਦੇ ਬੇਸ ਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਠੀਕ ਹੈ, ਕਿਉਂਕਿ ਪੰਜਾਬੀ ਲੈਂਗੁਏਜ ਹੈ, ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਫਰਕ ਕਿੱਥੇ ਪੈਂਦਾ ਹੈ ਕਿ ਜਿਹੜੀ ਪ੍ਰੈਜੈਂਟੇਸ਼ਨ ਹੈ, ਜਿਹੜਾ ਉੱਥੇ ਤੁਸੀਂ ਐਕਸਪ੍ਰੈਸ ਕਰਨਾ, ਜਿਹੜਾ ਤੁਸੀਂ ਆਪਣੇ ਕੁਐਸਚਨ ਨੂੰ ਪੜ੍ਹ ਕੇ ਪੇਪਰ ਦੇ ਵਿੱਚ ਜਿਹੜਾ ਉੱਥੇ ਆਨਸਰ ਲਿਖਣਾ, ਉਹ ਤੁਸੀਂ ਕਿਵੇਂ ਲਿਖ ਰਹੇ ਹੋ, ਉੱਥੇ ਬਹੁਤ ਵੱਡਾ ਫਰਕ ਪੈ ਜਾਂਦਾ। ਇੱਕ ਜਿਹੜੇ ਬੱਚੇ ਨੇ ਸਿਰਫ ਨੋਟਸ ਵਗੈਰਾ ਪੜ੍ਹੇ ਹੋਏ ਹੈ ਔਰ ਇੱਕ ਉਹ ਬੱਚਾ ਜਿਹਨੇ ਪ੍ਰੋਪਰ ਕਲਾਸਿਸ ਲਗਾਈਆਂ ਹੋਈਆਂ। ਹੁਣ ਜੇ ਆਪਾਂ ਇੱਥੇ ਦੇਖਾਂਗੇ ਜਿਹੜਾ ਪੰਜਾਬੀ ਭਾਸ਼ਾ ਦਾ ਜਨਮ ਹੈ, ਇਹਦੇ ਆਪਣੇ ਆਪ 'ਚ ਇਹ ਇੱਕ ਟੌਪਿਕ ਹੈ। ਘੱਟੋ ਘੱਟ ਮੇਰੇ ਖਿਆਲ 'ਚ ਸਾਡੇ ਜਿਹੜੇ ਹੈਂਡਆਊਟਸ ਨੇ ਉਹਦੇ ਵਿੱਚ ਹੀ ਮੇਰੇ ਖਿਆਲ 'ਚ 2,500-3 ਹਜ਼ਾਰ ਸ਼ਬਦ ਤਾਂ ਹੋਣਗੇ। ਜਿਹੜਾ ਹੈਗਾ ਪੰਜਾਬੀ ਭਾਸ਼ਾ ਦੇ ਵਿਕਾਸ ਪੜਾ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਟੌਪਿਕ ਹੈ, ਉਹ ਵੀ ਘੱਟੋ ਘੱਟ 3-4 ਹਜ਼ਾਰ ਸ਼ਬਦ ਉਹਦੇ ਤੇ ਵੀ ਹੋਣਗੇ। ਔਰ ਨਾਥ ਜੋਗੀਆਂ ਦੇ ਸਾਹਿਤ ਨਾਲ ਜੋੜਨ ਦੀ ਜਿਹੜੀ ਗੱਲ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਟੌਪਿਕ ਹੈਗਾ, ਰਾਈਟ। ਤਾਂ ਇੱਥੇ ਜਿਹੜਾ ਹੈਗਾ ਤੁਸੀਂ 150 ਸ਼ਬਦਾਂ ਦੇ ਵਿੱਚ ਐਕਚੁਅਲੀ 3 ਕੁਐਸਚਨ ਅਟੈਂਪਟ ਕਰਨੇ ਆ। ਔਰ ਚੈਲੰਜ ਜਿਹੜਾ ਆਉਂਦਾ ਲਿਟਰੇਚਰ ਦੇ ਵਿੱਚ ਉਹ ਹੈ ਕਿ ਤੁਸੀਂ ਉੱਥੇ ਜਿਹੜੀ ਤੁਹਾਨੂੰ ਲਿਮਿਟ ਦਿੱਤੀ ਹੋਈ ਹੈ 10 ਨੰਬਰਾਂ ਦੀ, ਭਾਵ 150 ਸ਼ਬਦਾਂ ਦੀ, ਭਾਵ 2 ਪੇਜ, ਉਹਦੇ ਵਿੱਚ ਤੁਸੀਂ ਇਹ 3 ਕੁਐਸਚਨਸ ਨੂੰ ਕਿਵੇਂ ਪ੍ਰੈਜ਼ੈਂਟ ਕਰੋਗੇ। ਠੀਕ ਹੈ, ਕਿਉਂਕਿ ਉਹ ਪ੍ਰੈਜ਼ੈਂਟੇਸ਼ਨ ਹੀ ਇੱਕ ਚੈਲੰਜ ਹੈਗੀ। ਤਾਂ ਇੱਥੇ ਗੱਲ ਇਹ ਨਹੀਂ ਕਿ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ ਜਾਂ ਤੁਹਾਨੂੰ ਇਹਦਾ ਨਹੀਂ ਪਤਾ ਜਾਂ ਤੁਹਾਨੂੰ ਇਹਦਾ ਨਹੀਂ ਪਤਾ, ਤੁਹਾਨੂੰ ਸਭ ਪਤਾ ਹੈ। ਪਰ ਗੱਲ ਕੀ ਹੈ, ਤੁਸੀਂ ਇਹਨਾਂ ਤਿੰਨੇ ਚੀਜ਼ਾਂ ਨੂੰ ਕਿਵੇਂ ਕੰਬਾਈਨ ਕਰਕੇ 10 ਨੰਬਰ ਦੇ ਕੁਐਸਚਨ ਦੇ ਵਿੱਚ ਕਿਵੇਂ ਉੱਥੇ ਇੱਕ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਨੇ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਅਕਸਰ ਕੀ ਹੁੰਦਾ ਹੈ, ਅਸੀਂ ਨੰਬਰ ਲੈਣੇ ਨਹੀਂ ਸ਼ੁਰੂ ਕਰਦੇ। ਜਿਹੜਾ ਸਾਡਾ ਲਿਖਣ ਦਾ ਗਲਤ ਢੰਗ ਹੈ ਉਹਦੇ ਨਾਲ ਅਸੀਂ ਨੰਬਰ ਕਟਾਉਣੇ ਸ਼ੁਰੂ ਕਰ ਦਿੰਦੇ ਹਾਂ ਆਪਣੇ। ਸੋ ਪਲੀਜ਼ ਇੱਥੇ ਧਿਆਨ ਦੇਣਾ ਹੈ, ਕਿਉਂਕਿ ਜਿਹੜੇ ਸਿਲੇਬਸ ਉਹੀ ਹੈ ਲਿਟਰੇਚਰ ਦਾ, ਪਰ ਜਿਹੜੇ ਕੁਐਸਚਨਸ ਆ ਰਹੇ ਹਰ ਸਾਲ ਉਹ ਉਹਨਾਂ ਹੀ ਕੁਐਸਚਨਸ ਦੀ ਵਰਡਿੰਗ ਚੇਂਜ ਕਰ ਰਹੇ ਹੈ, ਉਹਨਾਂ ਹੀ ਕੁਐਸਚਨਸ ਨੂੰ ਥੋੜਾ ਕੰਪਲਿਕੇਟ ਕਰ ਰਹੇ ਹੈ। ਸੋ ਅਗਲੇ ਕੁਐਸਚਨ ਤੇ ਆਪਾਂ ਚੱਲਦੇ ਹਾਂ। ਸਮਕਾਲ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਕਿਹੜੇ ਰਾਜਕੀ ਭਾਵ ਸਟੇਟ ਲੈਵਲ ਤੇ, ਅਕਾਦਮਿਕ ਭਾਵ ਅਕੈਡਮਿਕਲੀ, ਠੀਕ ਹੈ, ਕਿਹੜੇ ਕਿਹੜੇ ਯਤਨ ਹੋਣੇ ਚਾਹੀਦੇ ਹਨ, ਭਾਵ ਕਿ ਤੁਹਾਡੇ ਸੁਜੈਸ਼ਨਸ ਪੁੱਛੇ ਹੋਏ ਹੈ ਇੱਥੇ। ਔਰ ਇਹ ਬੜਾ ਓਪਨ ਐਂਡਡ ਕੁਐਸਚਨ ਹੈ। ਇਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬੀ ਭਾਸ਼ਾ ਤੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਉਹਨੂੰ ਅਸੀਂ ਧੁਨੀਆਂ ਦੇ ਪੱਧਰ ਤੇ, ਵਿਆਕਰਣ ਦੇ ਪੱਧਰ ਤੇ, ਸ਼ਬਦਾਵਲੀ ਦੇ ਪੱਧਰ ਤੇ ਅਸੀਂ 3 ਉਹਦੇ ਐਸਪੈਕਟਸ ਨੇ ਜਿਹੜੇ ਉਹਨਾਂ ਤੇ ਵੰਡ ਕੇ
ਉਹਨੂੰ ਅਸੀਂ ਵੱਖਰੀਆਂ ਵੱਖਰੀਆਂ ਡਾਇਮੈਂਸ਼ਨਸ ਦੇ ਵਿੱਚ ਆਪਣੇ ਆਨਸਰ ਨੂੰ ਖੋਲ੍ਹਣਾ ਹੁੰਦਾ ਹੈ। ਜਿਵੇਂ ਤੁਸੀਂ ਜੀਐਸ ਦੇ ਵਿੱਚ ਕਿਸੇ ਆਨਸਰ ਨੂੰ ਖੋਲ੍ਹਦੇ ਹੋ ਜਾਂ ਐਸੇ ਦੇ ਵਿੱਚ ਉਹਨੂੰ ਮਲਟੀ ਡਾਇਮੈਂਸ਼ਨਲ ਬਣਾਉਣੇ ਹੋ ਕਿਸੇ ਐਸੇ ਦੇ ਕਿਸੇ ਵੀ ਟੌਪਿਕ ਨੂੰ, ਉਸੇ ਤਰੀਕੇ ਨਾਲ ਇਹਨੂੰ ਵੀ ਅਸੀਂ ਇੱਥੇ ਮਲਟੀ ਡਾਇਮੈਂਸ਼ਨਲ ਬਣਾਉਣਾ ਹੁੰਦਾ। ਸੋ ਇਹਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ। ਸੋ ਜਦੋਂ ਇੱਥੇ ਅਸੀਂ ਭਾਸ਼ਾ ਦੇ ਵਿਕਾਸ ਦੀ ਗੱਲ ਕਰ ਰਹੇ ਹਾਂ ਔਰ ਰਾਜਕੀ ਪੱਧਰ ਤੇ ਅਸੀਂ ਵੱਖਰੇ ਦੇ ਕੇ ਜਾਵਾਂਗੇ, ਅਕਾਦਮਿਕ ਪੱਧਰ ਤੇ ਅਸੀਂ ਵੱਖਰੇ ਇਹਦੇ ਤੇ ਪੁਆਇੰਟਸ ਦੇ ਕੇ ਜਾਵਾਂਗੇ। ਅਗਲਾ ਸਾਡੇ ਕੋਲ ਹੈਗਾ ਪੰਜਾਬੀ ਸ਼ਬਦ ਜੋੜਾਂ ਦੀ ਸਮੱਸਿਆ ਬਾਰੇ ਚਰਚਾ ਕਰਦੇ ਹੋਏ ਇਹਨਾਂ ਦੇ ਮਿਆਰੀਕਰਨ ਲਈ ਕੀ ਕੋਈ ਸਾਂਝਾ ਸ਼ਬਦ ਜੋੜ ਕੋਸ਼ ਅਪਣਾਇਆ ਜਾਣਾ ਚਾਹੀਦਾ ਹੈ। ਮਿਆਰੀਕਰਨ ਤੋਂ ਭਾਵ ਹੈ ਸਟੈਂਡਰਡਾਈਜੇਸ਼ਨ, ਟਕਸਾਲੀਕਰਨ। ਹੁਣ ਜਿਵੇਂ ਬੜੇ ਸਾਰੇ ਸਾਡੇ ਅੱਜ ਸ਼ਬਦ ਨੇ ਜਿਨ੍ਹਾਂ ਦੇ ਸ਼ਬਦ ਜੋੜ ਵੱਖਰੇ ਵੱਖਰੇ ਲਿਖੇ ਜਾਂਦੇ ਹੈ, ਖਾਸ ਤੌਰ ਤੇ ਸਾਡੇ ਉਹ ਸ਼ਬਦ ਜਿਹੜੇ ਕਿ ਅੰਗਰੇਜ਼ੀ ਭਾਸ਼ਾ ਤੋਂ ਅਸੀਂ ਅਪਣਾ ਲਏ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ। ਉੱਥੇ ਕੀ ਹੈ ਕਿ ਉੱਥੇ ਵੱਖਰੇ ਵੱਖਰੇ ਸ਼ਬਦ ਜੋੜ ਅਸੀਂ ਵਰਤਦੇ ਹਾਂ, ਤਾਂ ਉਹ ਸ਼ਬਦ ਜੋੜ ਨੇ ਜਿਹੜੇ ਉਹਨਾਂ ਤੇ ਸਾਡੇ ਕੋਲੇ ਇੱਕ ਸਮੱਸਿਆ ਵੀ ਬਣੀ ਹੋਈ ਹੈ। ਜਿਵੇਂ ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ, ਆਸਟ੍ਰੇਲੀਆ ਜਿਹੜਾ ਹੈਗਾ ਇਹਨੂੰ ਹੀ 4 ਤਰੀਕੇ ਨਾਲ ਲਿਖਿਆ ਜਾਂਦਾ ਜਦੋਂ ਅਸੀਂ ਗੁਰਮੁਖੀ ਦੇ ਵਿੱਚ ਲਿਖਦੇ ਹਾਂ। ਤਾਂ ਇੱਥੇ ਕੁਐਸਚਨ ਹੈ ਜਿਹੜਾ ਫਿਰ ਓਪਨ ਐਂਡਡ ਹੈ। ਫਿਰ ਤੁਹਾਡੇ ਕੋਲੋਂ ਸੁਜੈਸ਼ਨਸ ਪੁੱਛੀਆਂ ਹੋਈਆਂ ਨੇ ਕਿ ਕੀ ਇਹ ਜਿਹੜੀ ਸਮੱਸਿਆ ਸਾਡੇ ਕੋਲੇ ਚੱਲ ਰਹੀ ਹੈ ਇਹਨਾਂ ਦੀ ਸਟੈਂਡਰਡਾਈਜੇਸ਼ਨ ਕਰਨ ਦੇ ਲਈ ਕੋਈ ਸਾਂਝਾ ਸ਼ਬਦ ਜੋੜ ਕੋਸ਼ ਅਪਣਾਇਆ ਜਾਣਾ ਚਾਹੀਦਾ। ਠੀਕ ਹੈ, ਇਹ ਵੀ ਇੱਕ ਓਪਨ ਐਂਡਡ ਕੁਐਸਚਨ ਹੈ ਔਰ ਤੁਹਾਡਾ ਜਿਹੜਾ ਹੈਗਾ ਇਹਦੇ ਤੇ ਇਨ ਡੈਪਥ ਜਿਹੜੀ ਨੌਲੇਜ ਤੁਹਾਨੂੰ ਇਹਦੇ ਤੇ ਚਾਹੀਦੀ ਹੈ। ਠੀਕ ਹੈ, ਫੇਰ ਹੀ ਅਸੀਂ ਇਸ ਕੁਐਸਚਨ ਨੂੰ ਅਟੈਂਪਟ ਕਰ ਸਕਾਂਗੇ। ਸੋ ਅੱਗੇ ਸਾਡੇ ਕੋਲੇ ਨੈਕਸਟ ਕੁਐਸਚਨ ਇਹਦੇ ਤੇ ਜਿਹੜਾ ਬਣਦਾ ਹੈ ਉਹ ਕੀ ਹੈ, ਅਗਲਾ ਡੀ ਕੁਐਸਚਨ ਹੈ ਗੁਰਮੁਖੀ ਲਿਪੀ ਹੀ ਪੰਜਾਬੀ ਲਈ ਕਿਉਂ ਉਚਿਤ ਹੈ, ਦਲੀਲਾਂ ਸਹਿਤ ਉੱਤਰ ਦਿਓ। ਥੋੜਾ ਜਿਹਾ ਇੱਥੇ ਸਾਨੂੰ ਕਈ ਵਾਰੀ ਨਾ ਨਿਰਾਸ਼ਾ ਵੀ ਹੁੰਦੀ ਹੈ। ਪਿਛਲੇ ਵਾਰੀ ਜਿਹੜੇ ਕੁਐਸਚਨ ਪੇਪਰ ਆਏ ਸੀ ਮੈਂ ਉਹਨਾਂ ਤੇ ਇੱਕ ਪ੍ਰੈਜੈਂਟੇਸ਼ਨ ਵੀ ਭੇਜੀ ਸੀ, ਕੁਝ ਮੀਡੀਆ ਨੂੰ ਵੀ ਭੇਜਿਆ ਸੀ ਇਹਦੇ ਤੇ ਕਿ ਜਿਹੜੇ ਯੂਪੀਐਸਸੀ ਦੇ ਵਿੱਚ ਕੁਐਸਚਨ ਪੇਪਰ ਪੰਜਾਬੀ ਦੇ ਗੁਰਮੁਖੀ ਦੇ ਵਿੱਚ ਟਾਈਪ ਹੁੰਦੇ ਆ ਉਹਨਾਂ ਦੇ ਵਿੱਚ ਹੀ ਸ਼ਬਦ ਜੋੜਾਂ ਦਾ ਮਿਆਰੀਕਰਨ ਨਹੀਂ ਹੈਗਾ, ਜਿਹੜਾ ਕਿ ਉੱਪਰ ਹੀ ਅਜੇ ਕੁਐਸਚਨ ਅਸੀਂ ਪੜ੍ਹ ਕੇ ਆਏ ਆ। ਸੋ ਸ਼ਬਦ ਜੋੜ ਨੇ ਜਿਹੜੇ ਉਹਨਾਂ ਦੇ ਵਿੱਚ ਬੜੀਆਂ ਗਲਤੀਆਂ ਹੁੰਦੀਆਂ ਨੇ ਕਿ ਜਿਵੇਂ ਇੱਥੇ ਲਿਖਿਆ ਹੋਇਆ ਦਲੀਲਾਂ ਸਾਹਿਤ, ਇਹ ਸਾਹਿਤ ਦਾ ਭਾਵ ਲਿਟਰੇਚਰ ਹੈ, ਸਾਹਿਤ ਦੇ ਵਿੱਚ ਇੱਥੇ ਕੰਨਾ ਨਹੀਂ ਆਏਗਾ ਜੀ। ਠੀਕ ਹੈ, ਔਰ ਅਕਸਰੀ ਜਿਹੜੇ ਇਹ ਅਸੀਂ ਦਿਓ ਸ਼ਬਦ ਵਰਤਦੇ ਹਾਂ ਜਿਹੜੀ ਦੀ ਉਚਾਰਨ ਹੈ ਦਿਓ, ਤਾਂ ਉੱਥੇ ਇਦਾਂ ਹੋਣਾ ਚਾਹੀਦਾ ਸੀ ਇਹ। ਸੋ ਦਿਸ ਇਜ਼ ਵੈਰੀ ਸੌਰੀ ਟੂ ਸੇ ਕਿ ਜਿਹੜਾ ਪੰਜਾਬੀ ਦੇ ਵਿੱਚ ਯੂਪੀਐਸਸੀ ਵੱਲੋਂ ਪੇਪਰ ਟਾਈਪ ਹੁੰਦਾ ਹੈ ਇਹਦੇ ਵਿੱਚ ਗਲਤੀਆਂ ਆਉਂਦੀਆਂ ਨੇ। ਸੋ ਵੀ ਆਰ ਕਮਿੰਗ ਬੈਕ ਟੂ ਦਾ ਪੁਆਇੰਟ ਕਿ ਗੁਰਮੁਖੀ ਲਿਪੀ ਹੀ ਪੰਜਾਬੀ ਲਈ ਕਿਉਂ ਉਚਿਤ ਹੈ। ਇੱਥੇ ਅਕਸਰ ਕੀ ਹੁੰਦਾ ਨਾ, ਇਹ ਕੁਐਸਚਨ ਹੈ ਜਿਹੜਾ ਇਹ ਆਮ ਕੁਐਸਚਨ ਹੈ, ਇਹ ਆ ਜਾਂਦਾ ਪਰ ਇਹ ਆਮ ਹੋ ਕੇ ਵੀ ਖਾਸ ਹੈ। ਉਹ ਕਿਉਂ? ਕਿਉਂਕਿ ਇਹ ਜਦੋਂ ਇਸ ਵਾਰੀ ਮੇਨ ਦੀ ਟੈਸਟ ਸੀਰੀਜ਼ ਸਾਡੀ ਚੱਲ ਰਹੀ ਸੀ ਤਾਂ ਉਹਦੇ ਵਿੱਚ ਵੀ ਮੈਂ ਸਟਾਰਟਿੰਗ ਦੇ ਜਿਹੜੇ ਸਾਡੇ ਬੇਸ ਜਿਹੜੇ ਕਹਿ ਦਈਏ ਕਿ ਸਟਾਰਟਿੰਗ ਦੇ ਬੇਸਿਕ ਕੁਐਸਚਨ ਪੇਪਰਸ ਹੁੰਦੇ ਉਹਨਾਂ ਦੇ ਵਿੱਚ ਮੈਂ ਕੁਐਸਚਨ ਪਾਇਆ ਸੀ। ਉੱਥੇ ਵੀ ਕੁਝ ਬੱਚਿਆਂ ਨੇ ਸਟਾਰਟਿੰਗ 'ਚ ਕੀ ਕੀਤਾ ਕਿ ਸਿੱਧਾ ਹੀ ਜਿਵੇਂ ਹੈਂਡਆਊਟਸ ਦੇ ਵਿੱਚ ਦਿੱਤਾ ਹੋਇਆ ਕਿ ਗੁਰਮੁਖੀ ਲਿਪੀ, ਦੇਵਨਾਗਰੀ, ਫਾਰਸੀ, ਰੋਮਨ, ਅਸੀਂ ਇਹਨਾਂ ਦੇ ਵਿੱਚ ਇੱਕ ਤੁਲਨਾ ਕਰਦੇ ਹਾਂ। ਸਿੱਧੇ ਸਿੱਧੇ ਬੱਚਿਆਂ ਨੇ ਕਈ ਵਾਰੀ ਨਾ ਕੁਐਸਚਨ ਉਵੇਂ ਐਜ਼ ਇਟ ਇਜ਼ ਹੀ ਹੈਂਡਆਊਟਸ ਤੋਂ ਚੱਕ ਕੇ ਉੱਥੇ ਵੋਮਿਟਿੰਗ ਕੀਤੀ ਹੋਈ ਹੁੰਦੀ ਹੈ। ਤਾਂ ਉਹਨਾਂ ਦੀ ਜਦੋਂ ਫੀਡਬੈਕ ਹੋ ਰਹੀ ਸੀ ਤਾਂ ਉੱਥੇ ਫਿਰ ਅਸੀਂ ਇਸ ਕੁਐਸਚਨ ਨੂੰ ਡਿਸਕਸ ਕੀਤਾ ਸੀ ਔਰ ਬਾਈ ਚਾਂਸ ਸੇਮ ਹੀ ਵਰਡ ਆਈ ਹੋਈ ਹੈ ਕਿ ਗੁਰਮੁਖੀ ਲਿਪੀ ਹੀ ਪੰਜਾਬੀ ਲਈ ਕਿਉਂ ਉਚਿਤ ਹੈ। ਤਾਂ ਉੱਥੇ ਸੇਮ ਨਹੀਂ ਸੀ ਲਿਖਣਾ, ਉੱਥੇ ਅਸੀਂ ਕੁਝ ਉਹਦੇ ਵਿੱਚ ਫੇਰ ਬਦਲ ਜਿਹੜਾ ਕਰਨਾ ਹੁੰਦਾ, ਮੋਲਡ ਕਰਨਾ ਹੁੰਦਾ ਉਹਨਾਂ ਹੈਂਡਆਊਟਸ ਨੂੰ। ਠੀਕ ਹੈ, ਕਿ ਕਿਉਂ ਉਚਿਤ ਹੈ। ਇਹਦੀ ਉਚਿਤਤਾ ਦਿਖਾਉਣੀ ਸੀ, ਦੂਸਰੀਆਂ ਜਿਹੜੀਆਂ ਲਿਪੀਆਂ ਨੇ ਉਹਨਾਂ ਦੀ ਜਿਹੜੀਆਂ ਸ਼ਾਰਟ ਕਮਿੰਗਸ ਨੇ ਉਹ ਅਸੀਂ ਉੱਥੇ ਦਿਖਾਉਣੀਆਂ ਸੀ। ਰਾਈਟ, ਤਾਂ ਜਿਹੜੇ ਸਾਡੇ ਬੱਚੇ ਨੇ ਉਹ ਇਸ ਕੁਐਸਚਨ ਨੂੰ ਬਹੁਤ ਵਧੀਆ ਅਟੈਂਪਟ ਕਰਕੇ ਵੀ ਆਏ ਆ, ਮਤਲਬ ਇਸੇ ਪੁਆਇੰਟ ਆਫ ਵਿਊ ਤੋਂ ਕਰਕੇ ਆਏ ਆ ਫਿਰ ਉਹ ਅਟੈਂਪਟ। ਅਗਲਾ ਜਿਹੜਾ ਪਹਿਲੇ ਕੁਐਸਚਨ ਦਾ ਇਹ ਪਾਰਟ ਹੈ ਉਹਨੂੰ ਆਪਾਂ ਦੇਖਦੇ ਹਾਂ ਕਿ ਪੰਜਾਬੀ ਸਾਹਿਤ ਦੇ, ਹੁਣ ਤੁਸੀਂ ਦੇਖ ਸਕਦੇ ਹੋ ਇਹ ਸਾਹਿਤ ਤੇ ਇਹ ਸਾਹਿਤ ਇੱਕੋ ਹੀ ਸ਼ਬਦ ਜੋੜ ਨੇ। ਉੱਥੇ ਸਾਹਿਤ ਦਾ ਮਤਲਬ ਹੈ ਸਮੇਤ, ਇੱਥੇ ਸਾਹਿਤ ਦਾ ਮਤਲਬ ਹੈ ਲਿਟਰੇਚਰ। ਕਿ ਪੰਜਾਬੀ ਸਾਹਿਤ ਦੇ ਜਨਮ ਨੂੰ ਨਾਥ ਜੋਗੀਆਂ ਦੇ ਸਾਹਿਤ ਕਾਲ ਨਾਲ ਜੋੜਨਾ ਤਰਕ ਸੰਗਤ ਹੈ, ਜਦ ਕਿ ਇਸ
ਸਾਹਿਤ ਦੀ ਭਾਸ਼ਾ ਅਤੇ ਵਿਚਾਰਧਾਰਾ ਅਜੋਕੇ ਪੰਜਾਬੀ ਸਾਹਿਤ ਤੋਂ ਕਾਫੀ ਵੱਖਰੀ ਹੈ। ਅੱਛੀ ਗੱਲ ਹੈ ਕਿ ਇਹਦੇ ਚ ਸ਼ਬਦ ਜੋੜ ਸਹੀ ਨੇ, ਕਾਫੀ ਦੇ ਵਿੱਚ ਵੀ ਫੱਫੇ ਪੈਰ ਬਿੰਦੀ ਪਾਈ ਹੋਈ ਹੈ, ਬਹੁਤ ਸੋਹਣੀ ਗੱਲ ਹੈ। ਤਾਂ ਇਹ ਬਹੁਤ ਹੀ ਵਧੀਆ ਜਿਹੜਾ ਹੈਗਾ ਕੁਐਸਚਨ ਹੈ। ਇਹਨੂੰ ਵੀ ਜਿਹੜਾ ਹੈਗਾ ਆਪਾਂ ਜਿਵੇਂ ਇਹਨਾਂ ਨੇ ਪੁੱਛਿਆ ਹੋਇਆ ਕਿ ਉਹ ਸਾਹਿਤ ਦੀ ਜਿਹੜੀ ਭਾਸ਼ਾ ਹੈਗੀ ਹੈ, ਵਿਚਾਰਧਾਰਾ ਹੈਗੀ ਆ, ਅੱਜ ਦੇ ਪੰਜਾਬੀ ਸਾਹਿਤ ਤੋਂ ਕਾਫੀ ਵੱਖਰੀ ਹੈ। ਬਹੁਤ ਸੋਹਣਾ ਕੁਐਸਚਨ ਹੈ। ਮਤਲਬ ਇਹਨੂੰ ਉਹੀ ਬੱਚੇ ਕਰ ਪਾਏ ਹੋਣਗੇ ਜਿਨ੍ਹਾਂ ਨੇ ਜਿਹਨੂੰ ਅਸੀਂ ਕਹਿੰਦੇ ਆ ਨਾ ਕਿ ਇੱਕ ਹੋਲਿਸਟਿਕ ਅਪਰੋਚ ਦੇ ਨਾਲ ਪੰਜਾਬੀ ਲਿਟਰੇਚਰ ਨੂੰ ਪੜ੍ਹਿਆ ਹੋਇਆ। ਕਿਉਂਕਿ ਕੋਈ ਵੀ ਭਾਸ਼ਾ, ਕੋਈ ਵੀ ਸਾਹਿਤ ਸਮੇਂ ਦੇ ਨਾਲ ਉਹਦੀ ਭਾਸ਼ਾ ਵੀ ਬਦਲਦੀ ਹੈ ਤੇ ਸਾਹਿਤ ਦੀ ਜਿਹੜੀ ਵਿਚਾਰਧਾਰਾ ਉਹ ਵੀ ਬਦਲਦੀ ਹੈ। ਕਦੇ ਵੀ ਉਹ ਖੜੋਤ ਦੇ ਵਿੱਚ ਨਹੀਂ ਰਹਿੰਦੀ। ਜੇ ਕੋਈ ਭਾਸ਼ਾ ਖੜੋਤ ਦੇ ਵਿੱਚ ਹੈਗੀ ਹੈ ਤਾਂ ਉਹ ਖਤਮ ਹੋ ਜਾਏਗੀ, ਜੇ ਕੋਈ ਸਾਹਿਤ ਖੜੋਤ ਦੇ ਵਿੱਚ ਹੈ ਉਹ ਵੀ ਖਤਮ ਹੋ ਜਾਏਗਾ। ਇਹਦਾ ਮਤਲਬ ਉਹ ਸਾਹਿਤ ਹੈ ਹੀ ਨਹੀਂ, ਜਾਂ ਫਿਰ ਉਹ ਸਮਾਜ ਹੈ ਜਿਹੜਾ ਉਹ ਅੱਗੇ ਵਧ ਹੀ ਨਹੀਂ ਰਿਹਾ, ਕੁਛ ਉਹਦੇ ਚ ਪਰਿਵਰਤਨ ਹੋ ਹੀ ਨਹੀਂ ਰਹੇ। ਤਾਂ ਬਹੁਤ ਹੀ ਮੈਂ ਕਹਾਂਗਾ ਡਾਇਨਾਮਿਕ ਕੁਐਸਚਨਸ ਨੇ ਇਹ ਵਾਲੇ। ਜਿਵੇਂ ਉੱਪਰ ਆਪਾਂ ਮਿਆਰੀ ਕਰਨ ਵਾਲਾ ਪੜ੍ਹ ਕੇ ਆਏ ਹਾਂ, ਜਾਂ ਸਭ ਤੋਂ ਪਹਿਲਾਂ ਕੁਐਸਚਨ ਪੜ੍ਹ ਕੇ ਆਏ ਹਾਂ, ਜਾਂ ਇਹ ਕੁਐਸਚਨ ਪੜ੍ਹ ਰਹੇ ਹਾਂ, ਬਹੁਤ ਡਾਇਨਾਮਿਕ ਹੈ। ਕਿਉਂਕਿ ਅਕਸਰ ਬੱਚੇ ਜਦੋਂ ਸਾਡੇ ਕੋਲੇ ਵੀ ਆਉਂਦੇ ਆ ਨਾ, ਮੈਨੂੰ ਅਕਸਰ ਕਹਿ ਦਿੰਦੇ ਆ ਕਿ ਸਰ ਨੋਟਸ ਦੇ ਦਿਓ, ਅਸੀਂ ਆਪ ਹੀ ਪੜ੍ਹ ਲਾਂਗੇ। ਕੁਐਸਚਨ ਤਾਂ ਜੀ ਉਹੀ ਰਿਪੀਟ ਹੁੰਦੇ ਆ, ਠੀਕ ਹੈ, ਪਰ ਉਹੀ ਰਿਪੀਟ ਨਹੀਂ ਹੁੰਦੇ ਕੁਐਸਚਨ। ਤੁਸੀਂ ਉੱਪਰ ਵੇਖੋ, ਇਹ ਕੁਐਸਚਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਿਪੀਟ ਹੀ ਹੋ ਰਿਹਾ ਉਵੇਂ, ਟੌਪਿਕ ਰਿਪੀਟ ਹੋ ਰਿਹਾ ਹੈ, ਕੁਐਸਚਨ ਦੀ ਵਰਡਿੰਗ ਚੇਂਜ ਹੈ ਜੀ। ਕੁਐਸਚਨ ਦੀ ਵਰਡਿੰਗ ਦੇ ਵਿੱਚ ਜੇ ਇੱਕ ਸ਼ਬਦ ਵੀ ਬਦਲ ਗਿਆ, ਤੁਹਾਡਾ ਆਨਸਰ ਬਦਲ ਜਾਂਦਾ। ਫੋਰ ਐਗਜ਼ਾਮਪਲ ਮੈਂ ਜਸਟ ਤੁਹਾਨੂੰ ਇੱਕ ਛੋਟਾ ਜਿਹਾ ਕੁਐਸਚਨ ਪੁੱਛਦਾ। ਸਪੋਜ਼ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਆਪਾਂ ਕਿਤੇ ਮਿਲੇ ਆ, ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਕਿੱਥੋਂ ਆਏ ਹੋ, ਤੇ ਦੂਸਰਾ ਕੁਐਸਚਨ ਮੈਂ ਤੁਹਾਨੂੰ ਪੁੱਟ ਕਰ ਰਿਹਾ ਤੁਸੀਂ ਕਿਵੇਂ ਆਏ ਹੋ। ਸ਼ਬਦ ਇੱਕੋ ਹੀ ਬਦਲਿਆ ਜੀ, ਕਿੱਥੋਂ ਤੇ ਕਿਵੇਂ, ਉੱਤਰ ਬਦਲ ਜਾਏਗਾ ਤੁਹਾਡਾ ਪੂਰਾ। ਉਹੀ ਸੇਮ ਇੱਥੇ ਪੈਟਰਨ ਲਾਗੂ ਹੁੰਦਾ। ਇਸੇ ਕਰਕੇ ਅਸੀਂ ਕਹਿ ਦਿੰਦੇ ਆ, ਅਕਸਰ ਇਹ ਵੀ ਕਹਿ ਦਿੰਦੇ ਆ ਬੱਚੇ 2-3 ਅਟੈਂਪਟਸ ਲੈ ਕੇ ਕਿ ਪੰਜਾਬੀ ਲਿਟਰੇਚਰ ਆ ਜਿਹੜਾ ਇਹ ਤਾਂ ਐਵਰੇਜ ਸਬਜੈਕਟ ਹੈ, ਇਹਦੇ 'ਚ ਤਾਂ ਐਵਰੇਜ ਜਾਂ ਸਕੋਰ ਆਉਂਦਾ। ਕਸੂਰ ਕਿਸੇ ਸਬਜੈਕਟ ਦਾ ਨਹੀਂ ਹੁੰਦਾ। ਕੋਈ ਵੀ ਸਬਜੈਕਟ ਕਦੇ ਵੀ ਇਦਾਂ ਨਹੀਂ ਹੁੰਦਾ ਕਿ ਉਹ ਸਕੋਰਿੰਗ ਹੈ ਜਾਂ ਉਹਦੇ 'ਚ ਐਵਰੇਜ ਸਕੋਰ ਹੀ ਹੁੰਦਾ। ਕੋਈ ਵੀ ਸਬਜੈਕਟ ਇਦਾਂ ਨਹੀਂ ਹੁੰਦਾ ਕਦੇ ਵੀ। ਸਾਡੀ ਅਪਰੋਚ ਕੀ ਆ ਉਸ ਸਬਜੈਕਟ ਵੱਲੀ, ਉਹਦੇ 'ਚੋਂ ਸਕੋਰ ਆਉਂਦਾ। ਸੋ ਆਜੋ ਆਪਾਂ ਚੱਲਦੇ ਹਾਂ ਅਗਲਾ ਕੁਐਸਚਨ 2। ਪੰਜਾਬੀ ਧੁਨੀ ਵਿਗਿਆਨ ਦੀਆਂ ਕੀ ਭਾਸ਼ਾਈ ਵਿਸ਼ੇਸ਼ਤਾਵਾਂ ਹਨ? ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹ ਕੁਐਸਚਨ ਪੇਪਰ ਮੈਂ ਦੇਖ ਰਿਹਾ ਇਸ ਵਾਰੀ ਦਾ। ਪੰਜਾਬੀ ਧੁਨੀ ਵਿਗਿਆਨ, ਇਹ ਧੁਨੀ ਵਿਗਿਆਨ ਨਹੀਂ ਪੁੱਛਿਆ ਹੋਇਆ, ਪੰਜਾਬੀ ਧੁਨੀ ਵਿਗਿਆਨ ਪੁੱਛਿਆ ਹੋਇਆ। ਇਹ ਵੀ ਸੇਮ ਇਦਾਂ ਦੀ ਇਹ ਵਰਡਿੰਗ ਹੈ ਜਿਹੜੀ ਇਹ ਵੀ ਸਾਡੇ ਆਨਸਰ ਜਿਹੜੀ ਟੈਸਟ ਸੀਰੀਜ਼ ਚੱਲੀ ਸੀ ਉਹਦੇ ਵਿੱਚ ਸੀ। ਉੱਥੇ ਵੀ ਬੱਚਿਆਂ ਨੇ ਟਪਲਾ ਖਾਦਾ ਸੀ ਸ਼ੁਰੂ ਦੇ ਵਿੱਚ, ਔਰ ਉੱਥੇ ਉਹਨਾਂ ਨੂੰ ਕਰੈਕਟ ਕੀਤਾ ਸੀ, ਠੀਕ ਹੈ। ਔਰ ਜੇ ਤੁਸੀਂ ਕਿਤੇ ਵੀ ਤੁਹਾਨੂੰ ਡਾਊਟ ਹੈ ਸੋਸ਼ਲ ਪ੍ਰੂਫ, ਤਾਂ ਅਸੀਂ ਉਹ ਕੁਐਸਚਨ ਪੇਪਰ ਨੇ ਜਿਹੜੇ ਇਦਾਂ ਦੇ ਉਹ ਵੀ ਤੁਹਾਨੂੰ ਸ਼ੋਅ ਕਰ ਸਕਦੇ ਹਾਂ, ਉਹ ਵੀ ਅਸੀਂ ਅਪਲੋਡ ਕਰ ਦੇਵਾਂਗੇ ਇਹਨਾਂ ਦੇ ਨਾਲ, ਕੋਸ਼ਿਸ਼ ਕਰਾਂਗੇ, ਠੀਕ ਹੈ। ਤਾਂ ਇੱਥੇ ਕੀ ਪੰਜਾਬੀ ਧੁਨੀ ਵਿਗਿਆਨ ਦੀਆਂ ਕੀ ਭਾਸ਼ਾਈ ਵਿਸ਼ੇਸ਼ਤਾਵਾਂ ਹਨ, ਇੱਥੇ ਇਹਨਾਂ ਦੀ ਵਿਸ਼ੇਸ਼ਤਾਵਾਂ ਦੱਸਣੀਆਂ ਸੀ। ਚਰਚਾ ਕਰੋ। ਔਰ ਇੱਕ ਲਾਈਨ ਦਾ ਕੁਐਸਚਨ ਹੈ, 20 ਨੰਬਰ ਦਾ ਜੀ। ਔਰ ਬੱਚੇ ਅਕਸਰ ਇਹ ਵੀ ਪੁੱਛਦੇ ਹੁੰਦੇ ਆ ਕਿ ਜਿਹੜੇ ਇਹਨਾਂ ਦੀ ਵਰਡ ਲਿਮਿਟ ਕਿਵੇਂ ਅਸੀਂ ਰੱਖਣੀ ਹੈ। ਤਾਂ UPSC ਨੇ ਕੋਈ ਵਰਡ ਲਿਮਿਟ ਦਿੱਤੀ ਨਹੀਂ ਹੁੰਦੀ, ਸਿਰਫ ਜਿਹੜੇ 10 ਨੰਬਰ ਵਾਲੇ ਪਹਿਲਾ ਜਿਹੜਾ ਕੰਪਲਸਰੀ ਕੁਐਸਚਨ ਆ ਉਹਦੇ ਵਿੱਚ ਦਿੱਤੀ ਹੁੰਦੀ ਹੈ। ਪਰ ਅਸੀਂ ਇੱਥੋਂ ਹੀ ਡਰਾਈਵ ਕਰਦੇ ਹਾਂ, ਜੇ 10 ਨੰਬਰ ਦਾ ਜਿਹੜਾ ਕੁਐਸਚਨ 150 ਚ ਲਿਖਣਾ ਹੈ ਤਾਂ ਇਹ ਇੱਥੇ 300 ਸ਼ਬਦਾਂ ਦੇ ਵਿੱਚ ਅਸੀਂ ਇੱਥੇ ਲਿਖਣਾ ਹੋਏਗਾ। ਔਰ ਇਹਦੇ ਤੇ ਵੀ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ 300 ਸ਼ਬਦਾਂ ਦਾ ਮਤਲਬ ਕੀ ਹੈ ਕਿ ਤੁਹਾਡੀ ਟਾਈਮ ਲਿਮਿਟ, ਕਿਉਂਕਿ ਤੁਸੀਂ ਸਾਰਾ ਪੇਪਰ ਕਰਨਾ, ਠੀਕ ਹੈ। ਤਾਂ ਅਸੀਂ ਉਹਨੂੰ ਡਰਾਈਵ ਕਰਦੇ ਹਾਂ ਉੱਥੋਂ ਕਿ 300 ਸ਼ਬਦਾਂ ਤੇ ਉਹਦੇ ਮੁਤਾਬਕ ਇੱਥੇ ਇਹਦੇ ਵਾਸਤੇ ਪੇਜ ਜਿਹੜੇ ਛੱਡੇ ਹੁੰਦੇ ਆ UPSC ਦੀ ਆਨਸਰ ਸ਼ੀਟ ਦੇ ਵਿੱਚ। ਤਾਂ ਇੱਥੇ ਅਸੀਂ ਜਿਹੜੀਆਂ ਦੇ ਪੰਜਾਬੀ ਧੁਨੀ ਵਿਗਿਆਨ ਆ ਉਹਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ ਦੱਸਣੀਆਂ ਸੀ। ਅਗਲਾ ਕੁਐਸਚਨ ਹੈ, ਪੰਜਾਬੀ ਵਾਕ ਵਿਚਲੇ ਸ਼ਬਦ, ਲਿੰਗ ਅਤੇ ਵਚਨ ਅਨੁਸਾਰ ਕਿਸ ਤਰ੍ਹਾਂ ਰੂਪ ਬਦਲਦੇ ਹਨ? ਭਾਵ ਕੀ ਹੈ, ਜੋ ਵੀ ਅਸੀਂ ਪੰਜਾਬੀ ਵਾਕ ਬਣਾਉਣੇ ਆ ਉਹਦੇ ਵਿੱਚ ਸ਼ਬਦ ਨੇ ਜਿਹੜੇ ਉਹ ਲਿੰਗ ਦੇ ਅਨੁਸਾਰ, ਵਚਨ ਦੇ ਅਨੁਸਾਰ ਕਿਵੇਂ ਰੂਪ ਬਦਲਦੇ। ਉਦਾਹਰਨਾਂ ਸਾਹਿਤ, ਫਿਰ ਇੱਥੇ ਸਾਹਿਤ ਦੱਸਿਆ ਲਿਖਿਆ ਹੋਇਆ ਜੀ, ਸੌਰੀ ਟੂ ਸੇ।
ਉਹਦੇ ਅਨੁਸਾਰ ਜਿਹੜਾ ਹੈਗਾ ਉਦਾਹਰਨਾਂ ਸਹਿਤ ਚਰਚਾ ਕਰੋ। ਤਾਂ ਇੱਥੇ ਜਿਹੜੀ ਚੀਜ਼ ਹੈਗੀ ਹੈ, ਆਪਾਂ ਦੇਖੋ ਤੁਹਾਡੇ ਕੋਲੇ ਜਿਹੜਾ ਟੌਪਿਕ ਹੈ ਰੂਪ ਵਿਗਿਆਨ, ਸੈਕੰਡ ਸਬ ਟੌਪਿਕ ਹੈ ਸੈਕਸ਼ਨ A ਦੇ ਵਿੱਚ, ਉੱਥੇ ਸਾਡੇ ਕੋਲੇ ਇੱਕ ਲਿੰਗ ਵਿਵਸਥਾ ਤੇ ਬਚਨ ਵਿਵਸਥਾ ਤੇ ਦੋ ਟੌਪਿਕ ਵੱਖਰੇ ਵੱਖਰੇ ਦਿੱਤੇ ਹੋਏ ਹੈ, ਪਰ ਉਹ ਵਾਕਾਂ ਦੇ ਵਿੱਚ ਕਿਵੇਂ ਰੂਪ ਬਦਲਦੇ ਆ ਇਹਦੇ ਸੰਬੰਧ ਵਿੱਚ ਕੋਈ ਟੌਪਿਕ ਨਹੀਂ ਹੈਗਾ। ਇੱਥੇ ਵੀ ਕੀ ਹੈ, ਮੈਂ ਕਹਾਂਗਾ ਵਾਕਾਂ ਦੇ ਵਿੱਚ ਲਿੰਗ ਤੇ ਬਚਨ ਦੋ ਟੌਪਿਕ ਨੇ ਜਿਹੜੇ ਉਹ ਕਲੱਬ ਕਰਕੇ ਪਾਏ ਹੋਏ ਹੈ। ਠੀਕ ਹੈ ਜੀ। ਸੋ ਇਹ ਬੜਾ ਡਾਇਨਾਮਿਕ ਕੁਐਸਚਨ ਹੈ, ਪਰ ਜਦੋਂ ਅਸੀਂ ਕਲਾਸ ਦੇ ਵਿੱਚ ਕਰਦੇ ਹਾਂ ਜਾਂ ਹੈਂਡਆਊਟਸ ਦੇ ਵਿੱਚ, ਉੱਥੇ ਅਸੀਂ ਇਹਨੂੰ ਵਾਕਾਂ ਦੇ ਵਿੱਚ ਹੀ ਕਰਦੇ ਹੁੰਦੇ ਆ ਕਿ ਸੰਬੰਧਕ ਰਹਿਤ ਵਾਕ, ਸੰਬੰਧਕਾਂ ਸਹਿਤ ਵਾਕ, ਫਿਰ ਇਹ ਨਾਮ ਦੇ ਰੂਪ ਚ, ਪੜਨਾਮ ਦੇ ਰੂਪ ਚ, ਕਿਰਿਆ ਦੇ ਰੂਪ ਚ, ਵਿਸ਼ੇਸ਼ਣ ਦੇ ਰੂਪ ਦੇ ਵਿੱਚ ਇਹ ਕਿਵੇਂ ਆਪਣਾ ਰੂਪ ਬਦਲਦੇ ਆ। ਠੀਕ ਹੈ। ਸੋ ਉੱਥੋਂ ਇਹ ਬੜੇ ਆਰਾਮ ਦੇ ਨਾਲ ਹੋ ਜਾਂਦਾ। ਔਰ ਇਹਦੇ ਤੇ ਮੈਂ ਇੱਕ ਚੀਜ਼ ਹੋਰ ਵੀ ਦੱਸਣੀ ਚਾਹੁੰਦਾ ਕਿ ਜਿਹੜੇ ਸਾਡੇ ਹੈਂਡਆਊਟਸ ਨੇ ਉਹਦੇ ਵਿੱਚ ਜਿਹੜਾ ਤੁਹਾਡਾ ਲਿੰਗ ਪ੍ਰਬੰਧ ਹੈ ਉਹ ਪੂਰਾ ਟੌਪਿਕ ਕਵਰ ਕਰਕੇ ਅੱਧੇ ਕੁ ਪੇਜ ਦਾ ਇੱਕ ਸਿਨੋਪਸਿਸ ਵੀ ਦਿੱਤਾ ਹੋਇਆ, ਫਿਰ ਵਚਨ ਪ੍ਰਬੰਧ ਹੈ ਉਹਨੂੰ ਕੰਪਲੀਟ ਕਰਕੇ ਫਿਰ ਉਹਦੇ ਤੇ ਵੀ ਅੱਧੇ ਕੁ ਪੇਜ ਦਾ ਇੱਕ ਸਿਨੋਪਸਿਸ ਦਿੱਤਾ ਹੋਇਆ, ਕਿਉਂਕਿ ਇਹ ਟੌਪਿਕ ਜਿੰਨੇ ਪੜ੍ਹਨ ਨੂੰ ਸੌਖੇ ਲੱਗਦੇ ਆ ਉਨਾ ਹੀ ਜਦੋਂ ਅਸੀਂ ਇਹਨੂੰ ਯਾਦ ਰੱਖਣਾ ਹੁੰਦਾ ਪੇਪਰ ਦੇ ਵਾਸਤੇ, ਉੱਥੇ ਇਹ ਕਨਫਿਊਜ਼ਿੰਗ ਜਿਹੜੇ ਹੋ ਜਾਂਦੇ ਆ ਦੋਨੋਂ ਟੌਪਿਕਸ। ਈਵਨ ਕਿ ਇੱਕ ਟੌਪਿਕ ਆਪਣੇ ਆਪ 'ਚ ਇੱਕ ਕਨਫਿਊਜ਼ਨ ਪੈਦਾ ਕਰ ਦਿੰਦਾ, ਤਾਂ ਉਹਨੂੰ ਸੌਖਾ ਕਰਨ ਵਾਸਤੇ ਔਰ ਦੂਸਰਾ ਤੁਸੀਂ 1 ਮਿੰਟ ਦੇ ਵਿੱਚ ਇਹਨਾਂ ਦੀ ਰਿਵੀਜ਼ਨ ਕਰ ਲਓ, ਉਹਨੂੰ ਧਿਆਨ 'ਚ ਰੱਖਦੇ ਹੋ ਇਹਨਾਂ ਦੇ ਸਿਨੋਪਸਿਸ ਦਿੱਤੇ ਹੋਏ ਆ ਆਪਾਂ। ਅਗਲਾ ਜਿਹੜਾ ਕੁਐਸਚਨ, ਔਰ ਇਹਦੇ 'ਚ ਇੱਕ ਚੀਜ਼ ਮੈਂ ਦੱਸਦਾ ਜੀ, ਇਹ ਜਿਵੇਂ ਹੈਗਾ ਸਾਡੇ ਕੋਲੇ 15 ਨੰਬਰ ਦਾ ਕੁਐਸਚਨ ਹੈ। ਠੀਕ ਹੈ। ਹੁਣ ਇਹਦੇ ਵਿੱਚ ਅਸੀਂ ਕੀ ਰੱਖ ਕੇ ਚੱਲਦੇ ਹਾਂ, ਲਗਭਗ 250 ਸ਼ਬਦਾਂ ਦੇ ਵਿੱਚ ਤੁਸੀਂ ਇਹਨੂੰ ਕਰਨਾ ਹੁੰਦਾ ਹੈ, ਕਿਉਂਕਿ UPSC ਦੇ ਵਿੱਚ 12.5 ਨੰਬਰ ਦੇ ਕੁਐਸਚਨ ਵੀ ਆ ਜਾਂਦਾ, ਤਾਂ 12.5 ਦਾ ਜਿਹੜਾ ਉਹਨੂੰ ਅਸੀਂ ਲਗਭਗ 200 ਦੇ ਵਿੱਚ ਰੱਖਦੇ ਹਾਂ। ਹੁਣ ਜਦੋਂ ਅਸੀਂ ਗੱਲ ਕਹਿੰਦੇ ਹਾਂ 150, 200, 250, 300, ਤਾਂ ਉਹਦਾ ਮਤਲਬ ਕੋਈ ਐਗਜ਼ੈਕਟ ਇਹ ਨਹੀਂ ਹੁੰਦਾ, ਉਹਦਾ ਮਤਲਬ ਹੁੰਦਾ ਲਗਭਗ ਤੁਹਾਡੇ 285 ਸ਼ਬਦ ਵੀ ਹੋ ਸਕਦੇ ਆ 300 ਦੀ ਬਜਾਏ, ਔਰ 315 ਵੀ ਹੋ ਸਕਦੇ ਆ। ਠੀਕ ਹੈ ਜੀ। ਸੋ ਇੰਨਾ ਕੁ ਵੇਰੀਏਸ਼ਨ ਹੈ ਜਿਹੜੀ ਉਹ ਹੋ ਸਕਦੀ ਹੁੰਦੀ ਹੈ। ਅਗਲਾ ਸਾਡਾ ਕੁਐਸਚਨ ਹੈ ਇਹਦੇ ਵਿੱਚ, ਲਾਸਟ ਕੁਐਸਚਨ ਹੈ ਇਹਦਾ, ਅਸੀਂ ਦੂਜੇ ਕੁਐਸਚਨ ਦਾ, ਪੰਜਾਬੀ ਕਿੱਸਾ ਕਾਵ, ਇੱਥੇ ਬਿੰਦੀ ਹੋਣੀ ਚਾਹੀਦੀ ਸੀ, ਸਾਂਝੇ ਪੰਜਾਬੀ ਸੱਭਿਆਚਾਰ ਦਾ ਸਜੀਵ ਤੇ ਸਮੂਰਤ ਚਿੱਤਰਣ ਪੇਸ਼ ਕਰਦਾ ਹੈ। ਇਸ ਕਥਨ ਦੀ, ਇੱਥੇ ਕਥਨ ਹੋਣਾ ਚਾਹੀਦਾ ਸੀ ਜੀ, ਸ਼ੁਕਰ ਹੈ ਕਤਲ ਨਹੀਂ ਪ੍ਰਿੰਟ ਕਰ ਦਿੱਤਾ। ਇਸ ਕਥਨ ਦੀ ਪੁਸ਼ਟੀ ਦਲੀਲਾਂ ਸਹਿਤ ਕਰੋ। ਠੀਕ ਹੈ। ਤਾਂ ਕੁਐਸਚਨ ਨੂੰ ਆਪਾਂ ਫੇਰ ਇੱਕ ਵਾਰੀ ਦੇਖਦੇ ਹਾਂ, ਪਹਿਲੇ ਵਾਰੀ ਚ ਤਾਂ ਸਪੈਲਿੰਗ ਮਿਸਟੇਕਸ ਹੀ ਕੱਢ ਸਕੇ ਹਾਂ। ਪੰਜਾਬੀ ਕਿੱਸਾ ਕਾਵ ਭਾਵ ਜੋ ਸਾਡਾ ਕਿੱਸਾ ਕਾਵ ਹੈ, ਤੁਹਾਨੂੰ ਪਹਿਲੇ ਪੇਪਰ ਦੇ ਵਿੱਚ ਇਹਦੇ ਤੇ ਹੈ ਕਿੱਸਾ ਕਾਵ ਟੌਪਿਕ ਹੈ, ਜਿਹਦੇ ਚ ਅਸੀਂ ਇਹ ਪੜ੍ਹਦੇ ਕਿ ਕਿੱਸਾ ਹੁੰਦਾ ਕੀ ਹੈ, ਕਿੰਨੇ ਤਰ੍ਹਾਂ ਦੇ ਕਿੱਸੇ ਨੇ, ਕੀ ਕਿੱਸੇ ਦੀ ਜਿਹੜੀ ਸਟਰਕਚਰ ਹੁੰਦੀ ਹੈ। ਤਾਂ ਕਿੱਸਾ ਕਾਵ ਸਾਂਝੇ ਪੰਜਾਬੀ ਸੱਭਿਆਚਾਰ ਦਾ ਸਜੀਵ, ਸਜੀਵ ਮਤਲਬ ਜਿਉਂਦਾ ਜਾਗਦਾ, ਸਮੂਰਤ ਮਤਲਬ ਕੰਕਰੀਟ ਇੱਕ ਪਿਕਚਰ ਪੇਸ਼ ਕਰਦਾ ਸਾਡੇ ਸਾਹਮਣੇ। ਠੀਕ ਹੈ। ਤਾਂ ਜਦੋਂ ਅਸੀਂ ਕਿੱਸਿਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਹਦੀ ਪੂਰੀ ਸਟਰਕਚਰ ਪੜ੍ਹਦੇ ਹਾਂ, ਤਾਂ ਉੱਥੇ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਲਾਈਵਲੀ ਜਿਉਂਦਾ ਜਾਗਦਾ ਔਰ ਕੰਕਰੀਟ ਇੱਕ ਚਿੱਤਰ ਕਿਵੇਂ ਪੇਸ਼ ਕਰਦਾ, ਕਿਵੇਂ ਉਹਨਾਂ ਕਿੱਸਿਆਂ 'ਚ ਸਾਡੀ ਗੱਲ। ਜੇ ਮੈਂ ਇਹਨੂੰ ਥੋੜਾ ਜਿਹਾ ਦੂਸਰੇ ਪੇਪਰ ਤੋਂ ਲੈ ਕੇ ਆਵਾਂ, ਜੇ ਤੁਸੀਂ ਪੜ੍ਹਿਆ ਹੋਇਆ, ਤਾਂ ਉੱਥੇ ਅਸੀਂ ਜਿਵੇਂ ਹੀਰ ਵਾਰਿਸ ਪੜ੍ਹਦੇ ਹਾਂ, ਤਾਂ ਉੱਥੇ ਅਸੀਂ ਦੇਖਦੇ ਹਾਂ ਕਿ ਵਾਰਿਸ ਨੇ ਕਿਵੇਂ ਸਾਡੇ ਸਮਾਜ ਦੀ ਗੱਲ ਕੀਤੀ ਹੈ, ਕਿਵੇਂ ਸਾਡੇ ਸੱਭਿਆਚਾਰ ਦੀ ਗੱਲ ਕੀਤੀ ਹੈ, ਕਿਵੇਂ ਸਾਡੀ ਸੰਸਕ੍ਰਿਤੀ ਦੀ ਗੱਲ ਕੀਤੀ ਹੈ, ਕਿਵੇਂ ਸਾਡਾ ਉਸ ਵੇਲੇ ਦਾ ਰਹਿਣ ਸਹਿਣ, ਕਿਵੇਂ ਉਹਨੇ ਸਾਡੇ ਜਿਹੜੇ ਬਰਤਨ ਨੇ, ਭਾਂਡੇ ਉਸ ਵੇਲੇ ਵਰਤੇ ਜਾਂਦੇ ਸੀ, ਮਠਿਆਈਆਂ ਕਿੰਨੇ ਤਰ੍ਹਾਂ ਦੀਆਂ ਵਰਤੀਆਂ ਜਾਂਦੀਆਂ ਸੀ, ਘੋੜਿਆਂ ਦੀਆਂ ਕਿਸਮਾਂ ਕਿੰਨੀਆਂ ਨੇ, ਘਾਹ ਦੀਆਂ ਕਿਸਮਾਂ ਕਿੰਨੀਆਂ ਨੇ, ਕਿੰਨਾ ਹੀ ਕੁਛ ਉਹਨੇ ਬਿਆਨ ਕੀਤਾ ਹੋਇਆ। ਸੋ ਡੋਂਟ ਵਰੀ, ਇੰਨਾ ਕੁਛ ਸਾਨੂੰ ਯਾਦ ਕਰਨ ਦੀ ਜਾਂ ਕ੍ਰੈਮਿੰਗ ਕਰਨ ਦੀ ਲੋੜ ਨਹੀਂ ਹੈ। ਅਸੀਂ ਉੱਥੋਂ ਬਸ ਇੱਕ ਪਿਕਚਰ ਲੈ ਕੇ ਆਉਣੀ ਹੈ ਔਰ ਉਹਨੂੰ ਇੱਥੇ ਦਿਖਾਉਣਾ ਹੈਗਾ। ਠੀਕ ਹੈ ਜੀ। ਸੋ ਇਹ ਚੀਜ਼ ਹੈਗੀ। ਬਹੁਤ ਹੀ ਡਾਇਨਾਮਿਕ ਕੁਐਸਚਨ ਹੈ, ਮੈਂ ਕਹਾਂਗਾ ਇਹ ਕੋਈ ਨਿਰਜਿੰਦ ਜਿਹਾ ਕੁਐਸਚਨ ਨਹੀਂ ਹੈ ਕਿ ਜਿੱਦਾਂ ਦੇ ਅਸੀਂ ਕਹਿੰਦੇ UPSC ਆਮ ਕੁਐਸਚਨ ਪਾ ਦਿੰਦੀ ਆ, ਪਰ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ, ਬੜੇ ਇੰਟਰਸਟਿੰਗ ਕੁਐਸਚਨ ਨੇ, ਬਹੁਤ ਇੰਟਰਸਟਿੰਗ ਕੁਐਸਚਨ। ਜਿਹੜੇ ਬੱਚੇ ਨੇ ਇੰਟਰਸਟ ਦੇ ਨਾਲ ਕਲਾਸਿਸ ਲਗਾਈਆਂ ਹੋਈਆਂ ਨੇ, ਉਹ ਬੜੇ ਆਰਾਮ ਦੇ ਨਾਲ ਇਹਨਾਂ ਕੁਐਸਚਨਸ ਨੂੰ ਕਰ ਸਕਦੇ ਨੇ। ਸੋ ਆਪਾਂ ਅੱਗੇ ਚੱਲਦੇ ਹਾਂ। ਪ੍ਰਸ਼ਨ ਨੰਬਰ 3 ਆਪਣਾ,
ਇਹਦੇ ਵੀ ਤਿੰਨ ਭਾਗ ਨੇ ਜੀ। ਪੰਜਾਬੀ ਵਿੱਚ ਕਾਰਕੀ ਚਿੰਨ੍ਹਾਂ ਦੀ ਥਾਂ ਪ੍ਰਸਰਗਾਂ, ਪ੍ਰਸਰਗ ਮਤਲਬ ਸੰਬੰਧਕ ਹੁੰਦੇ ਆ, ਵਿਕਸਿਤ ਹੋਣ ਦੇ ਕੀ ਕਾਰਨ ਹਨ? ਪੰਜਾਬੀ ਵਿੱਚ ਪ੍ਰਚਲਿਤ ਪ੍ਰਸਰਗਾਂ ਬਾਰੇ ਵੀ ਜਾਣਕਾਰੀ ਦਿਓ। ਠੀਕ ਹੈ, ਇਹ 20 ਨੰਬਰ ਦਾ ਕੁਐਸਚਨ ਹੈ ਸਾਡੇ ਕੋਲੇ। ਹੁਣ ਕਾਰਕੀ ਚਿੰਨ੍ਹਾਂ ਦੀ ਜਿਹੜੀ ਗੱਲ ਹੁੰਦੀ ਆ ਉਹ ਅਸੀਂ ਪੜ੍ਹਦੇ ਹਾਂ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਪੜਾਅ ਪੜ੍ਹ ਰਹੇ ਹੁੰਦੇ ਆ, ਉੱਥੇ ਅਸੀਂ ਪੜ੍ਹਦੇ ਹੁੰਦੇ ਆ। ਠੀਕ ਹੈ, ਕਾਰਕੀ ਚਿੰਨ੍ਹ ਕਿਵੇਂ ਕੰਮ ਕਰਦੇ ਆ ਤੇ ਉਹਨਾਂ ਦੀ ਬਜਾਏ ਪ੍ਰਸਰਗ ਕਿਵੇਂ ਆ ਗਏ ਆ ਸਾਡੇ ਕੋਲੇ, ਉਹਨਾਂ ਦੀ ਗੱਲ ਆਪਾਂ ਉੱਥੇ ਕਰਦੇ ਹੁੰਦੇ ਆ। ਠੀਕ ਹੈ, ਸੋ ਡਿਟੇਲ 'ਚ ਆਪਾਂ ਇੱਥੇ ਇਸ ਕੁਐਸਚਨ ਨੂੰ ਲੈ ਕੇ ਤਾਂ ਨਹੀਂ ਜਾ ਸਕਦੇ ਹੈਗੇ। ਠੀਕ ਹੈ ਜੀ, ਸੋ ਪ੍ਰਸਰਗਾਂ ਸੰਬੰਧਕ ਜਿਵੇਂ ਹੁੰਦੇ, ਜਿਵੇਂ ਦਾ, ਦੇ, ਦੀ, ਨਾ, ਨੇ, ਨੀ, ਠੀਕ ਹੈ, ਕਾ, ਕੇ, ਕੀ, ਇਦਾਂ ਦੇ ਹੋਰ ਸੰਬੰਧਕ ਜਿਹੜੇ ਉਹ ਇਹਦੇ ਵਿੱਚ ਆ ਜਾਂਦੇ ਆ। ਅਗਲਾ ਕੁਐਸਚਨ ਹੈ ਸਾਡਾ, ਗੁਰਮਤਿ ਕਾਵਿ ਧਾਰਾ ਅਧਿਆਤਮਿਕਤਾ ਦੇ ਨਾਲ ਨਾਲ ਸਮਾਜਿਕ ਤੇ ਸੱਭਿਆਚਾਰਕ ਨਵ ਜਾਗ੍ਰਿਤੀ ਦਾ ਮਜ਼ਬੂਤ ਪ੍ਰਵਚਨ ਸਿਰਜਦੀ ਹੈ, ਇਸ ਬਾਰੇ ਮਿਸਾਲਾਂ ਸਹਿਤ ਟਿੱਪਣੀ ਕਰੋ। ਬਹੁਤ ਸੋਹਣਾ ਕੁਐਸਚਨ ਹੈ ਕਿ ਜਿਹੜੀ ਗੁਰਮਤਿ ਦੀ ਕਾਵਿ ਧਾਰਾ ਸਾਡੀ ਹੈਗੀ ਹੈ ਉਹ ਅਧਿਆਤਮਿਕਤਾ ਦੀ ਗੱਲ ਵੀ ਕਰਦੀ ਹੈ, ਅਧਿਆਤਮ ਦੀ ਭਾਵ ਸਪਿਰਚੁਅਲਿਟੀ ਦੀ। ਸਪਿਰਚੁਅਲਿਟੀ ਤੇ ਰਿਲੀਜਨ ਵੱਖਰੇ ਵੱਖਰੇ ਕਨਸੈਪਟਸ ਨੇ। ਸਪਿਰਚੁਅਲਿਟੀ ਦੀ ਗੱਲ ਕਰਦੀ ਹੈ, ਉਹਦੇ ਨਾਲ ਨਾਲ ਸਮਾਜ ਦੀ ਗੱਲ ਵੀ ਕਰਦੀ ਹੈ, ਸੱਭਿਆਚਾਰ ਨਵ ਜਾਗ੍ਰਿਤੀ, ਨਵ ਜਾਗ੍ਰਿਤੀ ਮਤਲਬ ਜਿਹਨੂੰ ਅਸੀਂ ਕਹਿੰਦੇ ਰਿਨੇਸਾ ਜਾਂ ਇੱਕ ਨਵੀਂ ਅਵੇਅਰਨੈਸ ਦੀ ਗੱਲ ਕਰਦੀ ਹੈ। ਠੀਕ ਹੈ, ਤਾਂ ਜਦੋਂ ਅਸੀਂ ਅਧਿਆਤਮ ਦੀ ਇੱਥੇ ਗੱਲ ਕਰਦੇ ਹਾਂ ਤਾਂ ਉੱਥੇ ਹੈ ਕਿ ਮਨੁੱਖ ਨੂੰ ਕਿਵੇਂ ਉਹ ਸਿਖਾਉਂਦੀ ਹੈ ਕਿ ਆਪਣੇ ਆਲੇ ਦੁਆਲੇ ਦੇ ਨਾਲ ਇੱਕ ਹਾਰਮਨੀ ਪੈਦਾ ਕਰਨੀ ਹੈ। ਦੂਸਰੀ ਚੀਜ਼ ਸਮਾਜ ਦੀ ਗੱਲ ਕਿਵੇਂ ਕਰਦੀ ਹੈ। ਜੇ ਗੁਰਮਤਿ ਕਾਵਿ ਧਾਰਾ ਦੀ ਅਸੀਂ ਗੱਲ ਕਰੀਏ ਤਾਂ ਸਿੰਪਲ ਜੇ ਅਸੀਂ ਕੁਝ ਕੁ ਐਗਜ਼ਾਮਪਲਸ ਮੈਂ ਇੱਥੇ ਦੇ ਸਕਦਾ, ਜਪਜੀ ਸਾਹਿਬ, ਆਸਥਾ ਦੀ ਵਾਰ, 12ਵਾਂ ਤੁਖਾਰੀ ਦੇ ਵਿੱਚੋਂ ਵੀ, ਕਿ ਉੱਥੇ ਗੁਰੂ ਨਾਨਕ ਸਾਹਿਬ ਨੇ ਸਮਾਜ ਦੀ ਗੱਲ ਕੀਤੀ ਹੋਈ ਹੈ ਕਿ ਕਿੱਦਾਂ ਦਾ ਸਮਾਜ ਸਾਡਾ ਹੈ। ਜਿਵੇਂ ਜਪਜੀ ਸਾਹਿਬ ਦੇ ਵਿੱਚ ਹੀ ਆਉਂਦਾ ਨਾ, ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰਿਆ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ, ਭਾਵ ਕਿ ਉਸ ਵੇਲੇ ਦੇ ਸਮਾਜ ਦੇ ਵਿੱਚ ਨਾਥ ਮਤ ਦੇ ਵਿੱਚੋਂ ਸਾਡੇ ਕੋਲ ਇੱਕ ਬਾਹਰੀ ਪਹਿਰਾਵਾ ਆ ਗਿਆ ਸੀ, ਪਰ ਅਸੀਂ ਲੋਕ ਕੀ ਕੀਤਾ, ਬਾਹਰੀ ਪਹਿਰਾਵੇ ਤੱਕ ਹੀ ਸੀਮਿਤ ਰਹਿ ਗਏ, ਤਾਂ ਉਹ ਸਾਡਾ ਇੱਕ ਪਖੰਡ ਬਣ ਗਿਆ ਸਮਾਜ ਦੇ ਵਿੱਚ। ਇਸੇ ਤਰੀਕੇ ਦੇ ਨਾਲ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਸਮਾਜ ਦੇ ਵਿੱਚ ਜਿਹੜੇ ਪਖੰਡ ਪਸਰੇ ਹੋਏ ਆ ਜਾਂ ਹਉਮੈ ਦੀ ਗੱਲ ਕਰਦੇ ਆ, ਠੀਕ ਹੈ, ਉਹ ਸਾਰਾ ਕੁਝ ਆਇਆ ਹੋਇਆ। ਸਾਡਾ ਸੱਭਿਆਚਾਰ, ਸਾਡਾ ਰਹਿਣ ਸਹਿਣ ਕਿਹੋ ਜਿਹਾ, ਕਿਹੋ ਜਿਹੀਆਂ ਸਾਡੀਆਂ ਮਿੱਥਾਂ ਨੇ, ਬੜੀਆਂ ਸਾਰੀਆਂ ਮਿੱਥਾਂ ਦੀ ਗੱਲ ਤਾਂ ਸਾਡੇ ਜਪਜੀ ਸਾਹਿਬ ਦੇ ਵਿੱਚ ਹੀ ਹੋਈ ਹੋਈ ਹੈ ਕਿ ਕਿੱਦਾਂ ਦੀਆਂ ਮਿੱਥਾਂ ਸੀ ਸਾਡੇ ਉਹਦੇ ਉਸ ਵੇਲੇ ਦੇ ਵਿੱਚ। ਠੀਕ ਹੈ, ਸਾਡੇ ਸੱਭਿਆਚਾਰ ਦੇ ਵਿੱਚ ਔਰਤ ਦਾ ਜਿਹੜਾ ਦਰਜਾ ਸੀ ਉਹ ਨੀਵਾਂ ਸੀ, ਉਹਦੀ ਗੱਲ ਕਿਵੇਂ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ 'ਚ ਕੀਤੀ ਹੋਈ ਹੈ, ਔਰਤ ਦਾ ਰੁਤਬਾ ਉੱਚਾ ਚੁੱਕਣ ਦੇ ਲਈ। ਤਾਂ ਉਹ ਸਾਰੇ ਪੱਖ ਨੇ ਜਿਹੜੇ ਇੱਥੇ ਗੱਲ ਕੀਤੀ ਹੋਈ, ਤੇ ਨਵ ਜਾਗ੍ਰਿਤੀ ਭਾਵ ਉਹਨੂੰ ਅਵੇਅਰ ਵੀ ਕੀਤਾ, ਉਹਨੂੰ ਸਾਇੰਟੀਫਿਕ ਤਰੀਕੇ ਦੇ ਨਾਲ ਲਿਆਂਦਾ ਹੋਇਆ ਤੇ ਵਿਗਿਆਨਕ ਸੋਚ ਹੈ ਜਿਹੜੀ ਉਹਨੂੰ ਪ੍ਰਸਾਰਿਤ ਕਰਨ ਦਾ ਯਤਨ ਕੀਤਾ ਹੋਇਆ। ਸੋ ਇਹ ਪੁਆਇੰਟਸ ਆਪਾਂ ਇਹਦੇ ਵਿੱਚ ਲੈ ਕੇ ਆਉਣੇ ਆ। ਇਸ ਤੋਂ ਅੱਗੇ ਸਾਡੇ ਕੋਲ ਹੈਗਾ ਪੰਜਾਬੀ ਭਾਸ਼ਾ ਵਿੱਚ ਪ੍ਰਮੁੱਖ ਉਪਭਾਸ਼ਾਵਾਂ ਦੀ ਆਪਸੀ ਵੱਖਰਤਾ ਅਤੇ ਮੌਲਿਕ ਭਾਸ਼ਾਈ ਪਛਾਣ ਦੇ ਖੇਤਰੀ ਆਧਾਰਾਂ ਦੀ ਪਛਾਣ ਕਰਵਾਓ। ਭਾਵ ਕੀ ਹੈ, ਇੱਕ ਤਾਂ ਸਾਡੀਆਂ ਜਿਹੜੀਆਂ ਪ੍ਰਮੁੱਖ ਉਪਭਾਸ਼ਾਵਾਂ ਨੇ, ਦੂਜਾ ਉਹਨਾਂ ਦੀ ਆਪਸ ਦੇ ਵਿੱਚ ਵੱਖਰਤਾ ਕੀ ਹੈ, ਵਖਰੇਵੇਂ ਕੀ ਹੈ, ਠੀਕ ਹੈ, ਤੇ ਉਹਨਾਂ ਦੇ ਮੌਲਿਕ ਭਾਸ਼ਾਈ ਪਛਾਣ ਦੇ ਖੇਤਰੀ ਆਧਾਰ ਕੀ ਹੈ। ਠੀਕ ਹੈ ਜੀ, ਸੋ ਇਹ 3 ਪੁਆਇੰਟਸ ਨੇ ਇਹਦੇ ਵਿੱਚ ਜਿਨ੍ਹਾਂ ਦੀ ਅਸੀਂ ਗੱਲ ਕਰਨੀ ਹੈ। ਸਾਨੂੰ ਪਤਾ ਸਾਡੇ ਸਿਲੇਬਸ ਦੇ ਵਿੱਚ ਜਿਹੜੀਆਂ 5 ਉਪਭਾਸ਼ਾਵਾਂ ਦਿੱਤੀਆਂ ਹੋਈਆਂ ਨੇ, ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਉਹਨਾਂ ਦੇ ਵਿੱਚ ਆਪਸੀ ਵਖਰੇਵੇਂ ਕੀ ਨੇ, ਇਹ ਸਾਡੇ ਹੈਂਡਆਊਟਸ ਦੇ ਵਿੱਚ ਐਜ਼ ਇਟ ਇਜ਼ ਕਲੀਅਰ ਕਰਕੇ ਦਿੱਤਾ ਹੋਇਆ, ਔਰ ਉਹਦੇ ਵੀ ਅੱਗੋਂ ਵਖਰੇਵਿਆਂ ਨੂੰ ਵੀ ਕ੍ਰਿਸਟਲ ਕਲੀਅਰ ਕੀਤਾ ਹੋਇਆ ਕਿ ਧੁਨੀ ਦੇ ਆਧਾਰ ਤੇ, ਵਿਆਕਰਣ ਦੇ ਆਧਾਰ ਤੇ, ਸ਼ਬਦਾਵਲੀ ਦੇ ਆਧਾਰ ਤੇ, ਤੇ ਫਿਰ ਉਹਨਾਂ ਦੇ ਖੇਤਰੀ ਆਧਾਰ ਕੀ ਨੇ, ਕਿਵੇਂ ਕਿਵੇਂ ਉਹ ਖੇਤਰਾਂ ਦੇ ਆਧਾਰ ਤੇ ਉਹਨਾਂ 'ਚ ਵਖਰੇਵੇਂ ਹੈਗੇ ਨੇ। ਠੀਕ ਹੈ ਜੀ, ਕਿਉਂਕਿ ਜਿਹੜੀਆਂ ਉਪਭਾਸ਼ਾਵਾਂ ਨੇ ਇਹਨੂੰ ਵੀ ਅਸੀਂ 2 ਤਰੀਕੇ ਨਾਲ ਵੰਡਦੇ ਹਾਂ, ਇੱਕ ਤਾਂ ਖੇਤਰੀ ਪੱਧਰ ਤੇ ਵੰਡਦੇ ਹਾਂ, ਦੂਸਰਾ ਸਮਾਜਿਕ ਪੱਧਰ ਤੇ ਇਹਨਾਂ ਦੀ ਵੰਡ ਨੂੰ ਲੈ ਕੇ ਚੱਲਦੇ। ਸੋ ਇਹ ਕੁਐਸਚਨ ਹੈ ਜਿਹੜਾ ਵੀ 15 ਨੰਬਰ ਦਾ ਹੈਗਾ। ਅੱਗੇ ਅਸੀਂ ਚੱਲਦੇ ਹਾਂ, ਸਾਡਾ ਕੁਐਸਚਨ ਨੰਬਰ ਹੈ ਚੌਥਾ, ਇਹਨੂੰ ਆਪਾਂ ਪੂਰਾ ਹੀ ਸਾਹਮਣੇ ਲੈ ਆਉਣੇ ਆ। ਠੀਕ ਹੈ, ਸੋ ਇਹਦੇ ਚ ਪਹਿਲਾ ਪ੍ਰਸ਼ਨ ਹੈ ਸਾਡੇ ਕੋਲੇ, ਪਹਿਲਾ ਭਾਗ, ਪੰਜਾਬੀ ਨੂੰ ਬਾਕੀ ਭਾਰਤੀ ਆਰਿਆਈ ਭਾਸ਼ਾਵਾਂ ਨਾਲੋਂ ਨਿਖੇੜਨ ਲਈ ਸੁਰ ਇੱਕ ਮਹੱਤਵਪੂਰਨ ਨਿਖੇੜਕ ਇਕਾਈ ਹੈ। ਸੁਰ, ਸੁਰ ਸਾਡੇ ਸਿਲੇਬਸ ਦੇ ਵਿੱਚ ਪੂਰਾ ਆਪਣੇ ਆਪ ਦੇ ਵਿੱਚ ਇੱਕ ਟੌਪਿਕ ਹੈ ਜੀ। ਠੀਕ ਹੈ, ਔਰ ਸੁਰ ਹੈ ਜਿਹੜਾ ਉਹ ਹੈ ਕੀ ਹੈ, ਸੁਰ ਪੰਜਾਬੀ ਭਾਸ਼ਾ 'ਚ ਕਿਵੇਂ ਆ ਗਿਆ, ਕ੍ਰਿਸਟਲ ਕਲੀਅਰ ਉਹਦੇ ਕਾਰਨ ਹੈ ਜਿਹੜੇ ਕਲਾਸ ਦੇ ਵਿੱਚ ਆਪਾਂ ਕਰਦੇ ਹਾਂ।
ਜਿਹੜੇ ਬੱਚੇ ਕਲਾਸ ਵਾਲੇ ਨੇ ਉਹਨਾਂ ਦੇ ਚਿਹਰੇ ਤੇ ਮੈਨੂੰ ਪੱਕਾ ਪਤਾ ਵੀ ਇੱਕ ਰੌਣਕ ਆ ਰਹੀ ਹੋਏਗੀ ਔਰ ਉਹਨਾਂ ਦੇ ਮਾਈਂਡ 'ਚੋਂ ਚੀਜ਼ਾਂ ਕੰਨਾਂ 'ਚੋਂ ਜਾਂ ਗੂੰਜਣ ਲੱਗ ਗਈਆਂ ਹੋਣਗੀਆਂ ਕਿ ਹਾਂ ਦੋ ਕਾਰਨ ਨੇ। ਸੁਰ ਕਿਉਂ ਪੰਜਾਬੀ ਭਾਸ਼ਾ ਦੇ ਵਿੱਚ ਆਇਆ, ਹੋਰਨਾਂ ਭਾਸ਼ਾਵਾਂ ਦੇ ਵਿੱਚ ਸੁਰ ਕਿਉਂ ਨਹੀਂ ਹੈ। ਠੀਕ ਹੈ, ਇਸ ਬਾਰੇ ਚਰਚਾ ਕਰਦੇ ਹੋਏ ਪੰਜਾਬੀ ਵਿੱਚ ਮਿਲਦੇ ਸੁਰਾਂ ਦੇ ਵਰਤਾਰੇ ਬਾਰੇ ਜਾਣਕਾਰੀ ਦਿਓ। ਠੀਕ ਹੈ, ਦੇਖਣ ਨੂੰ ਬਹੁਤ ਸਿੰਪਲ ਕੁਐਸਚਨ ਹੈ, ਪਰ ਜਦੋਂ ਤੁਸੀਂ ਕਰਨਾ ਤਾਂ ਐਕਚੁਅਲੀ ਦੋ ਕੁਐਸਚਨ ਇਹਦੇ ਚ ਬਣੇ ਹੋਏ ਨੇ। ਇੱਕ ਕੁਐਸਚਨ ਪਹਿਲੀ ਲਾਈਨ ਤੋਂ ਬਣਦਾ, ਦੂਸਰਾ ਦੂਸਰੀ ਲਾਈਨ ਤੋਂ ਬਣਦਾ। ਔਰ ਇੱਕ ਚੀਜ਼ ਹੋਰ ਵੀ ਇੱਥੇ ਮੈਂ ਦੱਸਦਾ ਕਿ ਜਦੋਂ ਅਸੀਂ ਇਦਾਂ ਕੁਐਸਚਨ ਪੜ੍ਹਦੇ ਹਾਂ, ਤੁਸੀਂ ਕੋਈ ਵੀ ਕੁਐਸਚਨ ਭਾਵੇਂ ਜੀਐਸ ਦਾ ਪੜ੍ਹ ਰਹੇ ਹੋ, ਭਾਵੇਂ ਕਿਸੇ ਵੀ ਆਪਸ਼ਨਲ ਸਬਜੈਕਟ ਦਾ ਪੜ੍ਹ ਰਹੇ ਹੋ, ਪਹਿਲਾਂ ਤਾਂ ਅਸੀਂ ਉਹ ਕੀਵਰਡਸ ਦੇਖਣੇ ਹੁੰਦੇ ਆ ਔਰ ਇਹ ਦੇਖਣਾ ਹੁੰਦਾ ਕਿ ਇੱਕ ਕੁਐਸਚਨ ਦੇ ਵਿੱਚ ਕਿੰਨੇ ਕੁਐਸਚਨਸ ਨੇ। ਦੂਸਰੀ ਚੀਜ਼ ਇਹ ਦੇਖਣੀ ਹੁੰਦੀ ਹੈ ਕਿ ਜੇ ਦੋ ਕੁਐਸਚਨਸ ਨੇ ਤਾਂ ਕਿਹੜੇ ਕੁਐਸਚਨ ਦੀ ਕਿੰਨੀ ਵੇਟੇਜ ਹੈਗੀ ਹੈ, ਕਿੰਨੀ ਵੇਟੇਜ ਬਣ ਰਹੀ ਹੈ। ਜੋਤੀ ਕੀ ਹੋ ਗਿਆ? ਹਾਂ ਕੀ ਹੋ ਗਿਆ? ਸੋ ਆਪਾਂ ਗੱਲ ਕਰ ਰਹੇ ਸੀ ਕਿ ਦੂਸਰਾ ਪੁਆਇੰਟ ਜਿਹੜਾ ਇਹ ਦੇਖਣਾ ਹੁੰਦਾ ਕਿ ਕਿਹੜੇ ਕੁਐਸਚਨ ਦੀ ਕਿੰਨੀ ਵੇਟੇਜ ਹੈ, ਕਿਹੜੇ ਪਾਰਟ ਦੀ ਕਿੰਨੀ ਵੇਟੇਜ ਹੈਗੀ ਹੈ। ਇਹ ਵੀ ਹੋ ਸਕਦਾ ਹੈ ਕਿ ਜਿਹੜੇ ਦੋ ਪਾਰਟਸ ਦਿੱਤੇ ਹੋਏ ਹੈ ਉਹਨਾਂ ਦੀ ਵੇਟੇਜ 50-50% ਹੋਵੇ। ਠੀਕ ਹੈ, ਹੋ ਸਕਦਾ ਹੈ 30-70 ਹੋਵੇ, ਹੋ ਸਕਦਾ ਹੈ 80-20 ਹੋਵੇ, ਕੋਈ ਵੀ ਰੇਸ਼ੋ ਹੋ ਸਕਦੀ ਹੈ। ਉਹ ਅਸੀਂ ਦੇਖਣਾ ਹੁੰਦਾ ਕਿ ਕਿਹਦੇ ਤੇ ਕਿੰਨਾ ਕੰਟੈਂਟ ਹੈ, ਕੀ ਪੁੱਛਿਆ ਹੋਇਆ, ਕਿਸ ਹੱਦ ਤੱਕ ਪੁੱਛਿਆ ਹੋਇਆ। ਸੋ ਉਸ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ, ਆਪਾਂ ਉਹਦੇ ਮੁਤਾਬਕ ਇਹਨੂੰ ਕਰਨਾ ਹੁੰਦਾ। ਸੋ ਭਾਵੇਂ ਜੀਐਸ ਦਾ ਚਾਹੇ ਕੋਈ ਆਪਸ਼ਨਲ ਸਬਜੈਕਟ ਹੈ, ਉਹਦੇ 'ਚ ਸਾਨੂੰ ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਪੈਂਦਾ। ਅਗਲਾ ਕੁਐਸਚਨ ਹੈ ਸਾਡੇ ਕੋਲੇ ਵੀ, ਸੂਫੀ ਸਿਧਾਂਤ ਇਸਲਾਮੀ ਵਿਚਾਰਧਾਰਾ ਤੇ ਆਧਾਰਿਤ ਹੋਣ ਦੇ ਬਾਵਜੂਦ ਵੀ ਪੰਜਾਬੀ ਸੂਫੀ ਕਵਿਤਾ ਭਾਰਤੀ ਕਾਵਿ ਵਿਚਲੀ ਬਿਰਹੋਂ ਤੇ ਸ਼ਿੰਗਾਰ ਰਸੀ ਸ਼ਾਇਰੀ ਦਾ ਮੌਲਿਕ ਰੂਪ ਪੇਸ਼ ਕਰਦੀ ਹੈ। ਇਸ ਕਥਨ ਦੀ ਪੁਸ਼ਟੀ ਦਲੀਲਾਂ ਸਹਿਤ ਕਰੋ। ਸੋ ਗੱਲ ਕੀ ਹੈ, ਸਾਨੂੰ ਪਤਾ ਹੈ ਜਦੋਂ ਅਸੀਂ ਕਲਾਸ ਦੇ ਵਿੱਚ ਕਰਦੇ ਹਾਂ ਕਿ ਜਿਹੜਾ ਸੂਫੀ ਕਾਵਿ ਹੈ ਉਹ ਇਸਲਾਮੀ ਵਿਚਾਰਧਾਰਾ ਦੇ ਵਿੱਚੋਂ ਪੈਦਾ ਹੋਏ ਆ। ਠੀਕ ਹੈ, ਉਹਦੇ ਬਾਵਜੂਦ ਵੀ ਜਿਹੜੀ ਪੰਜਾਬੀ ਸੂਫੀ ਕਵਿਤਾ, ਪਾਰਟਿਕੂਲਰਲੀ ਇਹਨਾਂ ਨੇ ਪੁੱਛਿਆ ਹੋਇਆ ਪੰਜਾਬ ਦੀ ਸੂਫੀ ਕਵਿਤਾ, ਉਹਦੇ ਵਿੱਚ ਭਾਰਤੀ ਕਾਵਿ ਦੇ ਵਿਚਲੀ ਜਿਹੜੀ ਬਿਰਹੋਂ ਹੈ, ਬਿਰਹੋਂ ਇੱਕ ਕਨਸੈਪਟ ਹੈ, ਤੇ ਦੂਸਰਾ ਸ਼ਿੰਗਾਰ ਰਸੀ। ਠੀਕ ਹੈ, ਇਹ ਦੋਨੇ ਜਿਹੜੀ ਪੱਖ ਨੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾਂ ਕਹਿ ਦਈਏ ਮੌਲਿਕਤਾ ਦੇ ਨਾਲ ਪੇਸ਼ ਹੋਏ ਹੋਏ ਆ। ਠੀਕ ਹੈ ਜੀ, ਸੋ ਇਹਨੂੰ ਜਿਹੜਾ ਕਲਾਸ ਵਾਲੇ ਬੱਚੇ ਨੇ ਡੈਫੀਨੇਟਲੀ ਸਮਝ ਗਏ ਹੋਣਗੇ ਕਿ ਕੀ ਗੱਲ ਕੀਤੀ ਹੋਈ ਔਰ ਕੀ ਗੱਲ ਆਪਾਂ ਇਹਦੇ 'ਚ ਲਿਖ ਕੇ ਆਉਣੀ ਹੈ। ਮੱਧਕਾਲ ਦੇ ਪੰਜਾਬੀ ਸਾਹਿਤ ਵਿੱਚ, ਅਗਲਾ ਕੁਐਸਚਨ ਹੈ, ਮੱਧਕਾਲ ਦੇ ਪੰਜਾਬੀ ਗੁਰਮਤਿ ਸਾਹਿਤਿਕ ਪਰੰਪਰਾ ਲੋਕ ਕਾਵਿ ਰੂਪਾਂ ਨੂੰ ਕਲਾਸੀਕਲ ਰੂਪ ਵਿੱਚ ਕਿਵੇਂ ਰੂਪਾਂਤਰਿਤ ਕਰਦੀ। ਲੋਕ ਕਾਵਿ ਰੂਪ ਨੇ ਸਾਡੇ, ਮੈਂ ਤੇ ਇੱਕ ਐਗਜ਼ਾਮਪਲ ਦੇ ਕੇ ਜਾਵਾਂਗਾ। ਸਾਡੇ ਲੋਕ ਕਾਵਿ ਰੂਪ ਹੈ ਸਾਡਾ ਵਾਰਾਂ, ਤੇ ਗੁਰੂ ਨਾਨਕ ਸਾਹਿਬ ਦੀ ਇੱਕ ਰਚਨਾ ਹੈਗੀ ਆਸਾ ਦੀ ਵਾਰ। ਠੀਕ ਹੈ, ਉਹ ਜਿਹੜੇ ਲੋਕ ਕਾਵਿ ਰੂਪ ਹੈ ਉਹਨਾਂ ਨੂੰ ਹੀ ਵਰਤ ਕੇ ਕਿਵੇਂ ਇਸ ਗੁਰਮਤਿ ਸਾਹਿਤਿਕ ਪਰੰਪਰਾ ਦੇ ਵਿੱਚ ਲਿਆਂਦਾ ਹੈ। ਔਰ ਦੂਸਰਾ ਕੁਐਸਚਨ ਹੈ ਬਹੁਤ ਇੰਪੋਰਟੈਂਟ ਹੈ ਇੱਥੇ ਕਿ ਤੁਹਾਨੂੰ UPSC ਦੇ ਵਿੱਚ ਕਈ ਵਾਰੀ ਇਨ ਮੋਸਟ ਆਫ ਦਾ ਕੁਐਸਚਨਸ ਇਹ ਚੀਜ਼ ਹੋਏਗੀ, ਤੁਹਾਨੂੰ ਡਾਇਰੈਕਟਲੀ ਉਹ ਕਿਉਂ ਨਹੀਂ ਪੁੱਛੇਗਾ, ਕਦੇ ਵੀ ਉਹਦਾ ਕਾਰਨ ਨਹੀਂ ਪੁੱਛੇਗਾ, ਪਰ ਉਹ ਇਨਬਿਲਟ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਇਨ ਬਿਟਵੀਨ ਦਾ ਲਾਈਨਸ। ਤਾਂ ਤੁਸੀਂ ਉਹਦਾ ਕਾਰਨ ਜ਼ਰੂਰ ਦੇ ਕੇ ਜਾਣਾ ਹੁੰਦਾ ਹੈ। ਇੱਥੇ ਅਸੀਂ ਇਹ ਵੀ ਦੇ ਕੇ ਜਾਣਾ ਹੈ ਕਿ ਜਿਹੜੇ ਲੋਕ ਕਾਵਿ ਰੂਪ ਨੇ ਉਹ ਆਏ ਕਿਉਂ ਹੈ ਗੁਰਮਤਿ ਸਾਹਿਤਿਕ ਪਰੰਪਰਾ ਦੇ ਵਿੱਚ। ਰਾਈਟ, ਉਹਦਾ ਅਸੀਂ ਇੱਕ ਕਾਰਨ ਮੈਂ ਛੋਟਾ ਜਿਹਾ ਇੱਥੇ ਇੱਕ ਗੱਲ ਦੱਸ ਕੇ ਜਾਵਾਂਗਾ ਕਿ ਕਿਉਂਕਿ ਜਿਹੜਾ ਗੁਰਮਤਿ ਕਾਵਿ ਹੈ ਇਹ ਗੁਰੂ ਸਾਹਿਬਾਨਾਂ ਨੇ ਜਾਂ ਹੋਰ ਜਿਹੜੇ ਗੁਰਸਿੱਖ ਨੇ ਜਾਂ ਭੱਟ ਨੇ ਜਾਂ ਭਗਤ ਨੇ, ਉਹਨਾਂ ਨੇ ਰਚਨਾ ਕੀਤੀ ਹੀ ਆਮ ਵਿਅਕਤੀ ਦੇ ਲਈ ਹੈ। ਤਾਂ ਜਦੋਂ ਆਮ ਵਿਅਕਤੀ ਦੇ ਲਈ ਰਚਨਾ ਕੀਤੀ ਜਾਂਦੀ ਹੈ ਤਾਂ ਉਹੀ ਕਾਵਿ ਰੂਪ ਵਰਤੇ ਜਾਂਦੇ ਹੈ ਜਿਹੜੇ ਕਿ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੁੰਦੇ ਹੈ, ਤਾਂ ਕਿ ਉਹਨਾਂ ਦੀ ਦਿਲਚਸਪੀ ਬਣੇ, ਤਾਂ ਕਿ ਉਹਨਾਂ ਨੂੰ ਵਧੀਆ ਲੱਗਣ। ਉਸ ਤਰੀਕੇ ਤੋਂ ਇਹ ਜਿਹੜਾ ਕੁਐਸਚਨ ਹੈ ਤੁਹਾਡਾ ਬਣਦਾ ਹੈਗਾ। ਠੀਕ ਹੈ ਜੀ, ਸੋ ਇਹ ਚੀਜ਼ ਹੈ। ਅੱਗੇ ਆਪਾਂ ਚੱਲਦੇ ਹਾਂ ਸੈਕਸ਼ਨ B ਤੇ। ਸੈਕਸ਼ਨ B ਦੇ ਵਿੱਚ ਫਿਰ ਚੱਲਦੇ ਹਾਂ ਅੱਗੇ। ਪੰਜਵਾਂ ਕੁਐਸਚਨ ਹੈ ਸਾਡੇ ਕੋਲੇ,
ਇੱਥੇ ਫਿਰ ਇਹੀ ਹੈ ਕੰਪਲਸਰੀ ਕੁਐਸਚਨ ਹੁੰਦਾ, ਕਿਉਂਕਿ ਇੱਥੇ ਹੈ 150 ਸ਼ਬਦਾਂ 'ਚ ਉੱਤਰ ਦੇਣਾ। ਹਰੇਕ ਕੁਐਸਚਨ ਹੈ ਜਿਹੜਾ ਉਹ 10-10 ਨੰਬਰ ਦਾ ਹੈਗਾ, ਔਰ ਇਹ ਪੂਰਾ ਸੈਕਸ਼ਨ ਬੀ ਦੇ ਵਿੱਚੋਂ ਆ। ਆਪਾਂ ਸਾਰੇ ਕੁਐਸਚਨਸ ਇੱਕੋ ਵਾਰੀ ਸਕਰੀਨ ਤੇ ਲੈ ਆਉਣੇ ਆ। ਠੀਕ ਕੀ ਰੋਮਾਂਟਿਕ ਪੰਜਾਬੀ ਕਾਵਿ ਪਰੰਪਰਾ ਦਾ ਕੋਈ ਇੱਕੋ ਇੱਕ ਵਿਚਾਰਧਾਰਕ ਕੇਂਦਰ ਮੰਨਿਆ ਜਾ ਸਕਦਾ ਹੈ? ਜੇ ਨਹੀਂ ਤਾਂ ਕਾਰਨ ਦੱਸੋ। ਦੇਖੋ ਹੁਣ ਇੱਥੇ ਸਪਸ਼ਟ ਪਹਿਲਾ ਕੁਐਸਚਨ ਆ ਗਿਆ, ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀ, ਇਹਨੇ ਸਪਸ਼ਟ ਤੌਰ ਤੇ ਇੱਥੇ ਕਾਰਨ ਪੁੱਛ ਲਏ। ਠੀਕ ਹੈ, ਆਮ ਤੌਰ ਤੇ ਕਾਰਨ ਨਹੀਂ ਪੁੱਛਣ ਦਾ, ਪਰ ਅਸੀਂ ਉਹ ਕਾਰਨ ਦੇ ਕੇ ਜਾਣਾ ਹੁੰਦਾ ਹੈ ਕਿ ਰੋਮਾਂਟਿਕ ਪੰਜਾਬੀ ਕਾਵਿ, ਜਿਹੜਾ ਸਾਡਾ ਰੋਮਾਂਟਿਕ ਪੰਜਾਬੀ ਕਾਵਿ ਪਰੰਪਰਾ ਹੈਗੀ, ਜਿਹਦੀ ਤੁਸੀਂ ਕਹਿੰਦੇ ਆ ਕਿ ਅੰਮ੍ਰਿਤਾ ਮੋਹਨ ਕਾਵਿਧਾਰਾ ਅਸੀਂ ਕਹਿੰਦੇ, ਜਾਂ ਜਿਹਨੂੰ ਅਸੀਂ ਕਹਦੇ ਪ੍ਰੋਫੈਸਰ ਮੋਹਨ ਸਿੰਘ ਔਰ ਅੰਮ੍ਰਿਤਾ ਪ੍ਰੀਤਮ ਦੇ ਵਿਸ਼ੇਸ਼ ਕਵੀ ਨੇ ਸਾਡੇ, ਕੀ ਇਹਦਾ ਕੋਈ ਇੱਕੋ ਇੱਕ ਵਿਚਾਰਧਾਰਕ ਕੇਂਦਰ ਮੰਨਿਆ ਜਾ ਸਕਦਾ ਹੈ? ਠੀਕ ਹੈ, ਜੇ ਨਹੀਂ ਤਾਂ ਕਾਰਨ ਦੱਸੋ। ਤਾਂ ਇਹ ਸਾਡੀ ਇੱਕ ਵੱਖਰੀ ਵਿਚਾਰਧਾਰਾ ਕਹਿ ਦਈਏ ਅਸੀਂ ਹੈਗੀ ਹੈ, ਜਾਂ ਅਸੀਂ ਕਹੀਏ ਕਾਵਿਧਾਰਾ ਸਾਡੀ ਬੇਸਿਕਲੀ। ਔਰ ਇਹ ਕਾਵਿਧਾਰਾ ਹੈਗੀ ਜਿਵੇਂ ਸਾਡੀ ਕਈ ਕਾਵਿਧਾਰਾਵਾਂ ਨੇ, ਤੁਸੀਂ ਦੇਖੋਗੇ ਸਿਲੇਬਸ ਦੇ ਵਿੱਚ, ਜਿਵੇਂ ਰਹੱਸਵਾਦੀ ਹੈ, ਨਵ ਰਹੱਸਵਾਦੀ ਹੈ, ਪ੍ਰਗਤੀਵਾਦੀ ਹੈ, ਰੋਮਾਂਸਵਾਦੀ ਹੈ, ਔਰ ਤੁਹਾਡੀ ਸੋਹਜਵਾਦੀ ਹੈ, ਨਵ ਪ੍ਰਗਤੀਵਾਦੀ ਹੈ। ਠੀਕ ਹੈ, ਸੋ ਉਹਨਾਂ ਦੇ ਵਿੱਚੋਂ ਇਹ ਇੱਕ ਹੈਗੀ ਹੈ। ਔਰ ਅਸੀਂ ਇੱਥੇ ਦੱਸ ਕੇ ਜਾਣਾ ਕਿ ਕਿੰਨੇ ਕਿਹਦੇ ਵਿਚਾਰਧਾਰਕ ਕੇਂਦਰ ਹੈਗੇ ਨੇ, ਔਰ ਉਹ ਵੱਖਰੇ ਵੱਖਰੇ ਵਿਚਾਰਧਾਰਕ ਕੇਂਦਰ ਕਿਉਂ ਬਣੇ ਨੇ, ਔਰ ਇਹਦਾ ਆਨਸਰ ਕਿੱਥੋਂ ਆਏਗਾ। ਮੈਂ ਸਭ ਤੋਂ ਪਹਿਲਾਂ ਇੱਕ ਚੀਜ਼ ਦੱਸਦਾ, ਜਿੰਨਾ ਸਾਨੂੰ ਬੇਸਿਕ ਕਨਸੈਪਟ ਕਲੀਅਰ ਹੈ। ਰੋਮਾਂਟਿਕ ਸ਼ਬਦ ਹੈ ਜਿਹੜਾ, ਇਹਦਾ ਅਸੀਂ ਦੂਜਾ ਕਹਿੰਦੇ ਜਿਵੇਂ ਰੋਮਾਂਸ ਸ਼ਬਦ ਹੈ, ਤਾਂ ਰੋਮਾਂਸ ਸ਼ਬਦ ਹੈ ਜਿਹੜਾ, ਉਹਦੇ ਅਰਥ ਸਿਰਫ ਇੱਕ ਦੋ ਇਸਤਰੀ ਪੁਰਸ਼ ਦੇ ਪ੍ਰੇਮ ਨਾਲ ਹੀ ਸੰਬੰਧਿਤ ਨਹੀਂ, ਸਿਰਫ ਉਸੇ ਨੂੰ ਅਸੀਂ ਰੋਮਾਂਸ ਨਹੀਂ ਕਹਿੰਦੇ, ਰੋਮਾਂਸ ਦੇ ਬਹੁਤ ਗਹਿਰੇ ਅਰਥ। ਠੀਕ ਹੈ, ਇੱਕ ਕਿਤਾਬ ਵੀ ਐਸੀ ਕਿਸੇ ਸਕਾਲਰ ਨੇ ਲਿਖੀ ਹੈ ਜਿਹਦੇ ਚ 11,000 ਤੋਂ ਵੱਧ ਪਰਿਭਾਸ਼ਾਵਾਂ ਨੇ ਰੋਮਾਂਸ ਦੀਆਂ। ਠੀਕ ਹੈ ਜੀ, ਸੋ ਰੋਮਾਂਸ ਦੇ ਅਰਥ ਬਹੁਤ ਗਹਿਰੇ ਨੇ, ਤੇ ਜਦੋਂ ਉਹਦੇ ਅਰਥ ਹੀ ਗਹਿਰੇ ਨੇ ਤਾਂ ਫਿਰ ਉਹ ਜਿਹੜੀ ਕਾਵਿਧਾਰਾ, ਉਹ ਆਪਣੇ ਆਪ ਹੀ ਬਹੁਤ ਸਾਰੇ ਵਿਚਾਰਧਾਰਕ ਕੇਂਦਰ ਉਹਦੇ ਹੋਣਗੇ। ਅੰਮ੍ਰਿਤਾ ਪ੍ਰੀਤਮ ਅਤੇ ਬਾਵਾ ਬਲਵੰਤ ਦੇ ਪ੍ਰਗਤੀਵਾਦ ਵਿੱਚ ਮੂਲ ਵਿਚਾਰਧਾਰਾਈ ਵਖਰੇਵੇਂ ਕੀ ਹਨ? ਸੋ ਇਹ ਇੱਕ ਜਿਹੜਾ ਅਸੀਂ ਕਹਿ ਦਈਏ ਕਿ ਤੁਹਾਡੇ ਜਿਹੜੇ ਹੈਂਡਆਊਟਸ ਨੇ ਉਹਨਾਂ ਤੇ ਬੇਸਡ ਹੀ ਕੁਐਸਚਨ ਹੈਗਾ। ਠੀਕ ਹੈ, ਇਹਦੀ ਆਪਾਂ ਡਿਟੇਲ ਚ ਜਾਣ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਨਹੀਂ ਹੈਗੀ। ਨਵ ਰਹੱਸਵਾਦੀ ਕਾਵਿ ਪਰੰਪਰਾ ਬਾਰੇ ਦੱਸਦੇ ਹੋਏ ਭਾਈ ਵੀਰ ਸਿੰਘ ਦੀ ਨਵ ਰਹੱਸਵਾਦੀ ਵਿਚਾਰਧਾਰਾ ਦੀ ਵਿਲੱਖਣਤਾ ਸੰਬੰਧੀ ਚਰਚਾ ਕਰੋ। ਆਮ ਤੌਰ ਤੇ ਕੀ ਹੈ ਕਿ ਭਾਈ ਵੀਰ ਸਿੰਘ ਨੂੰ ਅਸੀਂ ਰਹੱਸਵਾਦੀ ਜਿਹੜੇ ਕਵੀ ਦੇ ਵਿੱਚ ਰੱਖਦੇ ਹਾਂ, ਪਰ ਨਵ ਰਹੱਸਵਾਦ ਦਾ ਅਰਥ ਕੀ ਹੈ ਕਿ ਵਿਚਾਰ ਨੇ ਜਿਹੜੇ ਸਮੇਂ ਦੇ ਨਾਲ ਬਦਲੇ ਸਾਹਿਤ ਦੇ ਵਿੱਚ, ਔਰ ਉੱਥੇ ਕੀ ਹੈ ਕਿ ਨਵ ਜਿਹੜਾ ਰਹੱਸਵਾਦ ਸੀ ਉਹਨੇ ਇੱਕ ਨਵੀਂ ਪਰਿਭਾਸ਼ਾ ਲੈ ਲਈ ਜਿਹਨੂੰ ਨਵ ਰਹੱਸਵਾਦ ਕਿਹਾ ਗਿਆ। ਰਹੱਸਵਾਦ ਦੇ ਵਿੱਚ ਮੈਂ ਮੋਟਾ ਜਿਹਾ ਕੀ ਫਰਕ ਦੱਸ ਕੇ ਜਾਵਾਂਗਾ। ਰਹੱਸਵਾਦ ਦੇ ਵਿੱਚ ਕੀ ਹੈ ਕਿ ਮਨੁੱਖ ਦੀ ਮੂਲ ਜਿਹੜੀ ਆਕਾਂਖਿਆ, ਇੱਛਾ, ਉਹ ਪਰਮਾਤਮਾ ਦੀ ਪ੍ਰਾਪਤੀ ਹੈ, ਤੇ ਉਹਦਾ ਇਸ ਸੰਸਾਰ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਨਵ ਰਹੱਸਵਾਦ ਦੇ ਵਿੱਚ ਕੀ ਹੈ ਕਿ ਮਨੁੱਖ ਦੀ ਜਿਹੜੀ ਮੂਲ ਆਕਾਂਖਿਆ ਸੀ ਪਰਮਾਤਮਾ ਦੀ ਪ੍ਰਾਪਤੀ, ਉਹ ਖਤਮ ਹੋ ਗਈ, ਉਹਦਾ ਇਸ ਸੰਸਾਰ ਦੇ ਨਾਲ ਵਾਹ ਵਾਸਤਾ ਪੈ ਗਿਆ। ਪਰ ਹਾਂ, ਉਹ ਇੱਥੇ ਕਿਸੇ ਇੱਕ ਸ਼ਕਤੀ ਨੂੰ ਮਹਿਸੂਸ ਜ਼ਰੂਰ ਕਰਦਾ ਹੈ ਜਿਹੜੀ ਇਸ ਸੰਸਾਰ ਨੂੰ ਚਲਾ ਰਹੀ ਹੈ। ਉਹਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਰੱਬ ਦਾ ਨਾਮ ਹੀ ਦੇਣਾ ਸੀ, ਪਰਮਾਤਮਾ ਦਾ ਨਾਮ ਦੇਣਾ। ਠੀਕ ਹੈ, ਸੋ ਇਸੇ ਆਧਾਰ ਤੇ ਇਹਨਾਂ ਦੇ ਬੜੇ ਸਾਰੇ ਵਖਰੇਵੇਂ ਨੇ, ਰਹੱਸਵਾਦ ਤੇ ਨਵ ਰਹੱਸਵਾਦ ਦੇ। ਉਸੇ ਆਧਾਰ ਤੇ ਅਸੀਂ ਇਹ ਵੇਖਣਾ ਕਿ ਭਾਈ ਵੀਰ ਸਿੰਘ ਨਵ ਰਹੱਸਵਾਦੀ ਕਵੀ ਵਜੋਂ ਕਿਵੇਂ ਉੱਭਰਦੇ ਆ ਤੇ ਕੀ ਉਹਨਾਂ ਦੀ ਵਿਲੱਖਣਤਾ ਹੈਗੀ ਹੈ। ਅਗਲਾ ਕੁਐਸਚਨ ਹੈ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੇ ਸੋਝ ਸ਼ਾਸਤਰੀ ਆਧਾਰਾਂ ਦੀ ਪਛਾਣ ਕਰਵਾਓ। ਸੋਝ ਤੋਂ ਭਾਵ ਹੈ ਸਾਡੇ ਕੋਲ, ਸੋਝ ਦਾ ਮਤਲਬ ਹੈ ਸੁੰਦਰਤਾ, ਹੁਸਨ ਦੀ ਗੱਲ, ਬਿਊਟੀ ਦੀ ਗੱਲ ਕਰਨੀ। ਤਾਂ ਸ਼ਿਵ ਕੁਮਾਰ ਦੀ ਕਵਿਤਾ ਚੋਂ ਕਿਹੜੇ ਕਿਹੜੇ ਆਧਾਰ ਆਏ ਆ, ਕਿਵੇਂ ਉਹਨੇ ਪੇਸ਼ਕਾਰੀ ਕੀਤੀ ਹੈ, ਉਹਦੀ ਆਪਾਂ ਗੱਲ ਕਰਨੀ ਆ। ਅਗਲਾ ਸਾਡੇ ਕੋਲੇ ਲਾਸਟ ਹੈ, ਗੁਰਦਿਆਲ ਸਿੰਘ ਦੀ ਨਾਵਲ ਕਲਾ ਦੀਆਂ ਭਾਸ਼ਾਈ ਪ੍ਰਾਪਤੀਆਂ ਕੀ ਹਨ? ਅਸੀਂ ਜਾਣਦੇ ਹਾਂ ਕਿ ਗੁਰਦਿਆਲ ਸਿੰਘ, ਵੈਸੇ ਤਾਂ ਜੇ ਅਸੀਂ ਗੱਲ ਕਰੀਏ, ਸਾਡੇ ਜਿਹੜੇ ਸਾਰੇ ਸਾਹਿਤਕਾਰ ਨੇ ਉਹ ਆਪਣੇ ਆਪ 'ਚ ਹੀ ਉੱਚ ਹਸਤੀਆਂ ਨੇ। ਜੇ ਅਸੀਂ ਗੱਲ ਕਰੀਏ, ਸਾਡੇ ਕਵੀ ਨੇ ਪ੍ਰੀਤਮ ਸਿੰਘ ਸਫੀਰ, ਉਹ ਦਿੱਲੀ ਹਾਈ ਕੋਰਟ ਦੇ ਜੱਜ ਰਹੇ ਨੇ। ਡਾਕਟਰ ਜਸਵੰਤ ਸਿੰਘ ਨੇਕੀ PGI ਚੰਡੀਗੜ੍ਹ ਦੇ ਡਾਇਰੈਕਟਰ ਰਹੇ ਨੇ, ਔਰ ਏਮਸ ਦੇ ਵਿੱਚ ਡਿਪਾਰਟਮੈਂਟ ਦੇ ਹੈੱਡ ਰਹੇ ਨੇ। ਠੀਕ ਹੈ, ਇੱਦਾਂ ਹੀ ਹੋਰ ਬਹੁਤ ਸਾਰੇ ਸਾਡੇ ਸਕਾਲਰਸ ਨੇ ਜਿਹੜੇ ਪੰਜਾਬੀ ਸਾਹਿਤ ਦੇ ਵਿੱਚ ਜਿਨ੍ਹਾਂ ਦੀਆਂ ਰਚਨਾਵਾਂ ਨੇ। ਇਸੇ ਤਰੀਕੇ ਨਾਲ ਪ੍ਰੋਫੈਸਰ ਗੁਰਦਿਆਲ ਸਿੰਘ, ਪੰਜਾਬੀ ਦੇ ਵਿੱਚ ਦੋ ਸਾਹਿਤਕਾਰ ਨੇ, ਪ੍ਰੋਫੈਸਰ ਗੁਰਦਿਆਲ ਸਿੰਘ ਔਰ ਅੰਮ੍ਰਿਤਾ ਪ੍ਰੀਤਮ, ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਹੋਇਆ ਸਾਹਿਤ ਦੇ ਵਿੱਚ। ਔਰ ਗਿਆਨਪੀਠ ਅਵਾਰਡ ਬਾਰੇ ਤੁਸੀਂ ਜਾਣਦੇ ਹੋ, ਉਹਦੀ ਡਿਟੇਲ 'ਚ ਜਾਣ ਦੀ ਮੈਨੂੰ ਜ਼ਰੂਰਤ ਨਹੀਂ ਹੈਗੀ। ਤੇ
ਪ੍ਰੋਫੈਸਰ ਗੁਰਦਿਆਲ ਸਿੰਘ ਦੀ ਖਾਸੀਅਤ ਕੀ ਹੈ ਕਿ ਇਹਨਾਂ ਨੇ ਬਿਲਕੁਲ ਜਿਹੜਾ ਸਾਡੇ ਸਮਾਜ ਦਾ ਹੇਠਲਾ ਵਰਗ ਹੈ, ਜਿਹੜਾ ਵਿਚਾਰਾ ਦਿਹਾੜੀਆਂ ਕਰਦਾ ਹੈ, ਜਿਹੜਾ ਰੋਜ਼ ਕਮਾਉਣ ਜਾਂਦਾ ਹੈ ਤੇ ਜਿੰਨਾ ਕੁ ਕਮਾ ਕੇ ਲਿਆਉਂਦਾ ਉਹਨਾਂ ਖਾ ਲੈਂਦਾ ਤੇ ਸਵੇਰੇ ਫਿਰ ਉਸ ਦਿਨ ਵਾਸਤੇ ਕਮਾਉਣ ਜਾਂਦਾ ਹੈ, ਉਹਨਾਂ ਨੂੰ ਜ਼ੁਬਾਨ ਦਿੱਤੀ ਆ, ਉਹਨਾਂ ਤੇ ਨਾਵਲ ਰਚਨਾ ਕੀਤੀ ਹੋਈ ਹੈ। ਸੋ ਇਹਨਾਂ ਨੇ ਭਾਸ਼ਾ ਵੀ ਉਦਾਂ ਦੀ ਵਰਤੀ ਹੋਈ ਹੈ ਔਰ ਮਾਲਵੇ ਦੀ ਭਾਸ਼ਾ ਵਰਤੀ ਹੋਈ ਹੈ। ਸੋ ਉਹਦੀ ਅਸੀਂ ਗੱਲ ਕਰਨੀ ਹੈ ਕਿ ਅਗਲਾ ਦੇਖੋ ਪਾਠ ਇਹਦੇ ਚ ਆਈ ਗਿਆ ਕਿ ਮਲਵਈ ਆਂਚਲਿਕਤਾ ਤੋਂ ਮਤਲਬ ਇੱਥੇ ਮੈਂ ਸਿੱਧਾ ਜੇ ਦੱਸਾਂ ਥੋੜੇ ਸ਼ਬਦਾਂ ਚ ਤਾਂ ਖੇਤਰੀ ਪ੍ਰਭਾਵ ਹੈ ਕਿ ਉਸ ਖੇਤਰ ਦੀ ਭਾਸ਼ਾ, ਉਸ ਖੇਤਰ ਦਾ ਸੱਭਿਆਚਾਰ, ਉਸ ਖੇਤਰ ਦੀ ਰਾਜਨੀਤੀ, ਉਸ ਖੇਤਰ ਦੀ ਆਰਥਿਕਤਾ, ਉਸ ਖੇਤਰ ਦੀ ਹੀ ਸ਼ਬਦਾਵਲੀ ਅਤੇ ਸੰਸਕ੍ਰਿਤੀ ਉੱਤੇ ਉਸਦੀ ਮੁਹਾਰਤ ਇਸ ਦਾ ਕਾਰਨ ਹੈ। ਠੀਕ ਹੈ, ਸੋ ਇਹਦੇ ਚ ਅਸੀਂ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਬਾਰੇ ਚ ਜੋ ਉਹਨਾਂ ਦੀ ਨਾਵਲ ਰਚਨਾ ਹੈਗੀ ਹੈ, ਜੋ ਭਾਸ਼ਾ ਦੇ ਪੱਖ ਤੋਂ ਖੂਬੀਆਂ ਨੇ, ਉਹਦੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ। ਅਗਲੇ ਕੁਐਸਚਨ ਤੇ ਚੱਲਦੇ ਹਾਂ ਆਪਾਂ ਜੀ। 6ਵਾਂ ਕੁਐਸਚਨ ਹੈ ਸਾਡਾ, ਬਲਵੰਤ ਗਾਰਗੀ ਔਰਤ ਮਨ ਦੀ ਪੀੜਾ, ਵੇਦਨਾ ਤੇ ਗੁੰਝਲਾਂ ਪੇਸ਼ ਕਰਨ ਵਾਲਾ ਸਸ਼ਕਤ ਨਾਟਕਕਾਰ ਹੈ। ਸਸ਼ਕਤ ਜਿਹਨੂੰ ਅਸੀਂ ਕਹਿ ਦਈਏ ਕਿ ਪਰਫੈਕਟ, ਠੀਕ ਹੈ, ਜਿਹੜਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਸਕਦਾ ਹੈ। ਇਸ ਕਥਨ ਦੀ ਪੁਸ਼ਟੀ ਗਾਰਗੀ ਦੇ ਨਾਟਕਾਂ ਵਿੱਚੋਂ ਮਿਸਾਲਾਂ ਦੇ ਕੇ ਕਰੋ। ਸੋ ਜਿਹੜੀਆਂ ਉਦਾਹਰਨਾਂ ਦੇਣੀਆਂ ਉਹ ਤੁਸੀਂ ਸੈਕੰਡ ਪੇਪਰ ਦੇ ਵਿੱਚ ਵੀ ਦੇ ਸਕਦੇ ਹੋ। ਚਿੱਟਾ ਲਹੂ ਨਹੀਂ ਹੈਗਾ, ਲੋਹਾ ਕੁੱਟ, ਧੂਣੀ ਦੀ ਅੱਗ, ਸੁਲਤਾਨ ਰਜ਼ੀਆ। ਠੀਕ ਹੈ, ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਕਰਦੇ। ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਸਾਨੂੰ ਇੱਕ ਕਲਾ ਹੋਣੀ ਚਾਹੀਦੀ, ਆਨਸਰ ਰਾਈਟਿੰਗ ਕਲਾ ਹੋਣੀ ਚਾਹੀਦੀ ਕਿ ਕਿਵੇਂ ਸੈਕੰਡ ਪੇਪਰ ਨੂੰ ਫਸਟ 'ਚ ਵਰਤਣਾ ਤੇ ਫਸਟ ਨੂੰ ਸੈਕੰਡ 'ਚ ਵਰਤਣਾ। ਤੁਸੀਂ ਘੱਟ ਪੜ੍ਹ ਕੇ ਵਧੀਆ ਸਕੋਰ ਕਰਨਾ। ਸੋ ਕਿਉਂਕਿ ਬਲਵੰਤ ਗਾਰਗੀ ਦੇ ਜਿਹੜੇ ਨਾਟਕ ਨੇ ਉਹਨਾਂ ਦੇ ਵਿੱਚ ਔਰਤ ਮਨ ਦੀ ਬਹੁਤ ਗੱਲ ਹੋਈ ਹੈ। ਸੋ ਮੈਂ ਕਹਾਂਗਾ ਬਹੁਤ ਇੰਟਰਸਟਿੰਗ ਜਿਹੜਾ ਕੁਐਸਚਨ ਹੈਗਾ। ਸੋਹਜਵਾਦ ਦੇ ਸਿਧਾਂਤਕ ਆਧਾਰਾਂ ਨੂੰ ਸਪਸ਼ਟ ਕਰਦੇ ਹੋਏ ਹਰਭਜਨ ਸਿੰਘ ਕਾਵਿ ਵਿਚਲੇ ਸੋਹਜਵਾਦੀ ਅੰਸ਼ਾਂ ਦੀ ਪਛਾਣ ਕਰੋ। ਆਪਾਂ ਹੁਣੇ ਜਿਹੜਾ ਬਟਾਲਵੀ ਤੇ ਕੁਐਸਚਨ ਸੀ ਉਹਦੇ ਚ ਗੱਲ ਕੀਤੀ ਸੋਚ ਦੀ। ਸੋਚ ਤੋਂ ਭਾਵ ਹੈ ਬਿਊਟੀ ਦੀ, ਹੁਸਨ ਦੀ, ਠੀਕ ਹੈ, ਸੁੰਦਰਤਾ ਦੀ ਗੱਲ ਕਿਵੇਂ ਕੀਤੀ ਹੋਈ ਹੈ। ਸੋ ਹਰਭਜਨ ਸਿੰਘ ਦੇ ਕਾਵਿ ਦੇ ਵਿੱਚ ਬਹੁਤ ਗੱਲ ਹੋਈ ਹੈ। ਔਰ ਹਰਭਜਨ ਸਿੰਘ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਸਿਲੇਬਸ ਦੇ ਵਿੱਚ ਕਵੀ ਵਜੋਂ ਵੀ ਹੈ, ਪ੍ਰਗੀਤਕਾਰ ਵਜੋਂ ਵੀ ਹੈ ਔਰ ਕ੍ਰਿਟਿਕ ਵਜੋਂ ਵੀ ਹੈ। ਠੀਕ ਹੈ ਜੀ, ਇਹਨਾਂ ਨੇ ਬਹੁਤ ਕੰਮ ਕੀਤਾ ਹੋਇਆ ਪੰਜਾਬੀ ਸਾਹਿਤ। ਸੋ ਜਿਹੜੇ ਸੋਚਵਾਦੀ ਅੰਸ਼ ਨੇ ਅਸੀਂ ਉਹਨਾਂ ਦੀ ਗੱਲ ਕਰਨੀ ਹੈ। ਪੂਰਨ ਸਿੰਘ ਦੀ ਵਾਰਤਕ ਵਿੱਚ ਕਵਿਤਾ ਵਰਗੀ ਲੈ ਅਤੇ ਰਵਾਨਗੀ ਹੈ ਜੋ ਇਸ ਨੂੰ ਕਾਵਮਈ ਵਾਰਤਕ ਬਣਾ ਦਿੰਦੀ ਹੈ। ਇਸ ਬਾਰੇ ਆਲੋਚਨਾਤਮਕ ਵਿਚਾਰ ਦਿਓ। ਪ੍ਰੋਫੈਸਰ ਪੂਰਨ ਸਿੰਘ ਸਾਨੂੰ ਕਵੀ ਵਜੋਂ ਵੀ ਹੈ ਔਰ ਪ੍ਰੋਫੈਸਰ ਪੂਰਨ ਸਿੰਘ ਸਾਨੂੰ ਨਿਬੰਧਕਾਰ ਵਜੋਂ ਵੀ ਹੈ। ਔਰ ਇਹਨਾਂ ਦੇ ਨਿਬੰਧਾਂ ਦੀ ਇੱਕੋ ਹੀ ਜਿਹੜਾ ਸੰਗ੍ਰਹਿ ਆਇਆ ਖੁੱਲੇ ਲੇਖ, ਠੀਕ ਹੈ, ਔਰ ਉਹਦੇ ਵਿੱਚ ਜਿਹੜੀ ਲੈ ਆ ਰਵਾਨਗੀ ਹੈ ਉਹ ਕਵਿਤਾ ਵਰਗੀ ਹੈ। ਜੇ ਤੁਸੀਂ ਹੈਂਡਆਊਟਸ ਦੇ ਵਿੱਚ ਦੇਖੋਗੇ ਉਹਨਾਂ ਦੇ ਕੁਝ ਜਿਹੜੇ ਲੇਖ ਨੇ ਉਹਨਾਂ ਦੀਆਂ ਪੰਕਤੀਆਂ ਦਿੱਤੀਆਂ ਤਾਂ ਉਹ ਤੁਹਾਨੂੰ ਵਾਕਈ ਪਤਾ ਲੱਗ ਜਾਏਗਾ ਕਿ ਜਿਵੇਂ ਕਵਿਤਾ ਵਰਗੇ। ਕਿਉਂਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਨੇ ਜਿਹੜੇ ਇਹਨਾਂ ਦੇ ਲੇਖ ਨੇ ਜਿਹੜੇ ਭਾਵਾਤਮਕ ਜਦੋਂ ਦੇ ਭਾਵਨਾਵਾਂ ਦੇ ਵਹਿਣ 'ਚ ਜ਼ਿਆਦਾ ਬਹਿ ਕੇ ਲਿਖਦੇ ਆ। ਇਸੇ ਤਰੀਕੇ ਨਾਲ ਸਾਡੇ ਕੋਲ ਗੁਰਬਖਸ਼ ਸਿੰਘ ਪਿਤਲੜੀ ਉਹਨਾਂ ਦੀ ਇੱਕ ਆਪਣੀ ਖਾਸੀਅਤ ਹੈ। ਇਸੇ ਤਰੀਕੇ ਨਾਲ ਪ੍ਰਿੰਸੀਪਲ ਤੇਜਾ ਸਿੰਘ ਸਾਨੂੰ ਨਿਬੰਧਕਾਰ ਵਜੋਂ ਉਹਨਾਂ ਦੀ ਇੱਕ ਆਪਣੀ ਖਾਸੀਅਤ। ਠੀਕ ਹੈ ਜੀ, ਸੋ ਨੈਕਸਟ ਕੁਐਸਚਨ ਸਾਡੇ ਕੋਲੇ ਹੈਗਾ ਨਜ਼ਮ ਹੁਸੈਨ ਸੈਯਦ ਹੈ ਜੀ। ਨਜ਼ਮ ਹੁਸੈਨ ਸੈਯਦ ਅਤੇ ਅਤਰ ਸਿੰਘ ਦੀ ਸਾਹਿਤਕ ਆਲੋਚਨਾ ਵਿੱਚ ਵਿਚਾਰਧਾਰਕ ਪ੍ਰਤੀਬੱਧਤਾ ਦਾ ਕੀ ਯੋਗਦਾਨ ਹੈ। ਸੋ ਇਹਨਾਂ ਦੋਨਾਂ ਦੀ ਜਿਹੜੀ ਸਾਹਿਤਕ ਆਲੋਚਨਾ ਉਹਦੇ ਬਾਰੇ ਚ ਆਪਾਂ ਗੱਲ ਕਰਨੀ ਹੈ। ਇੱਥੇ ਪੰਜਾਬੀ ਲੋਕ ਗੀਤ ਸਿਰਫ ਸਾਹਿਤਕ ਪਾਠਾਂ ਵਜੋਂ ਹੀ ਮਹੱਤਤਾ ਨਹੀਂ ਰੱਖਦੇ, ਸਗੋਂ ਸਾਡੇ ਸਮਾਜਿਕ ਤੇ ਸੰਸਕ੍ਰਿਤਿਕ ਜੀਵਨ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਹੈ। ਇਸ ਕਥਨ ਬਾਰੇ ਦਲੀਲਾਂ ਸਹਿਤ ਚਰਚਾ ਕਰੋ। ਸੋ ਇਹਦੇ ਚ ਅਸੀਂ ਗੱਲ ਕਰਨੀ ਹੈ ਪੰਜਾਬੀ ਲੋਕ ਗੀਤ ਨੇ ਜਿਹੜੇ ਉਹ ਸਿਰਫ ਇੱਕ ਸਾਹਿਤਕ ਪਾਠ ਵਜੋਂ ਨਹੀਂ, ਭਾਵ ਸਿਲੇਬਸ ਦੇ ਵਿੱਚ ਹੀ ਨਹੀਂ, ਉਹ ਸਾਡੇ ਸਮਾਜਿਕ ਸੰਸਕ੍ਰਿਤਿਕ ਜੀਵਨ ਵਿੱਚ ਵੀ ਇਹਨਾਂ ਦੀ ਅਹਿਮ ਭੂਮਿਕਾ। ਮੈਂ ਇੱਕ ਗੱਲ ਕਲਾਸ ਦੇ ਵਿੱਚ ਬੱਚੇ ਨੂੰ ਕਹਿਣਾ ਨਾ, ਜਦੋਂ ਅਸੀਂ ਡਾਕਟਰ ਕਰਨੈਲ ਸਿੰਘ ਥਿੰਦ ਦੀ ਪਰਿਭਾਸ਼ਾ ਜਦੋਂ ਕਰਦੇ ਹਾਂ ਲੋਕ ਗੀਤਾਂ ਦੀ, ਉਹ ਘੱਟੋ ਘੱਟ 50 ਕੁ ਸ਼ਬਦਾਂ ਦੀ ਪਰਿਭਾਸ਼ਾ ਹੈ ਔਰ ਉਹਨਾਂ ਨੂੰ ਅਸੀਂ ਇੱਕ ਇੱਕ ਸ਼ਬਦ ਕਰਕੇ ਡਿਟੇਲ ਦੇ ਵਿੱਚ ਸਮਝਦੇ ਹੁੰਦੇ ਹਾਂ। ਤੇ ਮੈਂ ਬੱਚੇ ਨੂੰ ਇਹੀ ਕਹਿਣਾ ਹੁੰਦਾ ਕਿ ਲੋਕ ਗੀਤਾਂ ਤੇ ਕੋਈ ਵੀ ਕੁਐਸਚਨ ਆਉਂਦਾ ਹੈ, ਜਦੋਂ ਤੱਕ ਤੁਸੀਂ ਇਸ ਪਰਿਭਾਸ਼ਾ ਨੂੰ ਨਹੀਂ ਸਮਝ ਲਓਗੇ ਉਦੋਂ ਤੱਕ ਕੋਈ ਵੀ ਕੁਐਸਚਨ ਅਟੈਂਪਟ ਨਹੀਂ ਹੋ ਸਕਦਾ। ਸੋ ਉਸ ਪਰਿਭਾਸ਼ਾ ਤੇ ਅਸੀਂ ਬਹੁਤ ਜਿਹੜੀ ਕਿ ਤਵੱਜੋ ਦਿੰਦੇ ਹਾਂ ਔਰ ਇਹ ਪੂਰਾ ਜਿਹੜਾ ਕੁਐਸਚਨ ਹੈ ਉਸੇ ਪਰਿਭਾਸ਼ਾ ਤੇ ਹੀ ਬੇਸਡ ਹੈ ਕਿ ਸਮਾਜਿਕ ਤੇ ਸੰਸਕ੍ਰਿਤਿਕ ਜੀਵਨ ਦੀ ਗੱਲ ਕਿਵੇਂ ਹੁੰਦੀ ਹੈ। ਅੱਗੇ ਪ੍ਰਿੰਸੀਪਲ ਤੇਜਾ ਸਿੰਘ ਸਧਾਰਨ ਵਿਸ਼ਿਆਂ ਉੱਪਰ ਗਿਆਨ ਭਰਪੂਰ ਕਲਾਮਈ ਨਿਬੰਧ ਲਿਖਣ ਵਿੱਚ ਮਾਹਿਰ ਲੇਖਕ ਸੀ। ਇਸ ਕਥਨ ਬਾਰੇ ਆਲੋਚਨਾਤਮਕ ਵਿਚਾਰ ਚਰਚਾ ਕਰੋ। ਇਸ ਕੁਐਸਚਨ ਦੀ ਗੱਲ ਕਰਾਂ ਤਾਂ ਜਿਹੜਾ ਹੈਗਾ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਵਿਸ਼ਿਆਂ ਤੇ, ਜਦੋਂ ਕਲਾਸ ਦੇ ਵਿੱਚ ਵੀ ਗੱਲ ਕਰਦੇ ਹਾਂ ਕਿ
ਪ੍ਰਿੰਸੀਪਲ ਤੇਜਾ ਸਿੰਘ ਨੇ ਉਹਨਾਂ ਵਿਸ਼ਿਆਂ ਤੇ ਗੱਲ ਕੀਤੀ ਹੈ ਜਿਹੜੇ ਕਿ ਅਣਗੌਲੇ ਰਹੇ ਨੇ, ਜਿਹੜੇ ਇਗਨੋਰਡ ਰਹੇ ਨੇ, ਇਹੋ ਜਿਹੇ ਵਿਸ਼ੇ ਜਿਨ੍ਹਾਂ ਤੇ ਹੋਰਨਾਂ ਲੇਖਕਾਂ ਨੇ ਗੱਲ ਹੀ ਨਹੀਂ ਕੀਤੀ। ਮੈਂ ਉਦਾਹਰਨ ਵਜੋਂ ਤੇ ਦੱਸਣਾ ਚਾਹੁੰਦਾ, ਤੁਹਾਨੂੰ ਯਾਦ ਆ ਜਾਏਗਾ ਕਲਾਸ ਵਾਲੇ ਸਟੂਡੈਂਟਸ ਨੂੰ, ਗੁਸਲਖਾਨਾ ਲੇਖ। ਹੁਣ ਗੁਸਲਖਾਨੇ ਤੇ ਕੌਣ ਗੱਲ ਕਰਦਾ ਹੈ? ਸੋ ਵੇਲੀਆਂ ਗੱਲਾਂ, ਹੱਸਣਾ ਤੇ ਕੂਕਣਾ, ਠੀਕ ਹੈ, ਇਦਾਂ ਦੇ ਜਿਹੜੇ ਟੌਪਿਕ ਚੱਕ ਕੇ ਉਹਨਾਂ ਤੇ ਬਹੁਤ ਹੀ ਗਿਆਨ ਭਰਪੂਰ ਗੱਲਾਂ ਕੀਤੀਆਂ ਹੋਈਆਂ ਨੇ ਇਹਨਾਂ ਨੇ। ਸੋ ਇਹ ਤੇ ਤੁਸੀਂ ਬੜੇ ਆਰਾਮ ਨਾਲ ਇਹਨੂੰ ਅਟੈਂਪਟ ਕਰ ਸਕਦੇ ਹੋ। ਅੱਗੇ ਆਪਾਂ ਚੱਲਦੇ ਹਾਂ, ਲਾਸਟ ਕੁਐਸਚਨ ਹੈ ਸਾਡਾ 8ਵਾਂ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ਕਲਾ ਦੇ ਉਹਨਾਂ ਨੁਕਤਿਆਂ ਦੀ ਪਛਾਣ ਕਰਵਾਓ ਜਿਸ ਕਾਰਨ ਉਹ ਅੱਜ ਵੀ ਪੰਜਾਬੀ ਕਹਾਣੀ ਦਾ ਥੰਮ ਬਣਿਆ ਹੋਇਆ। ਇੱਕ ਵੱਡੀ ਗੱਲ ਕਿ ਕੁਲਵੰਤ ਸਿੰਘ ਵਿਰਕ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਯਥਾਰਥ ਤੇ ਰਿਐਲਿਟੀ ਦੇ ਬਹੁਤ ਨੇੜੇ ਨੇ, ਤੇ ਕੁਲਵੰਤ ਸਿੰਘ ਵਿਰਕ ਆਪ ਵੀ ਇਹ ਕਹਿੰਦੇ ਆ ਕਿ ਮੇਰੀਆਂ ਕਹਾਣੀਆਂ ਦੇ ਜਿਹੜੇ ਵਿਸ਼ੇ ਨੇ ਮੇਰੀ ਜ਼ਿੰਦਗੀ ਚੋਂ ਆਲੇ ਦੁਆਲੇ ਚੋਂ ਹੀ ਆਏ ਹੋਏ ਵਿਸ਼ੇ ਨੇ ਉਹ, ਠੀਕ ਹੈ ਜੀ। ਸੋ ਜਦੋਂ ਅਸੀਂ ਵਾਸਤਵਿਕਤਾ ਦੀ ਗੱਲ ਕਰਦੇ ਹਾਂ, ਅਸਲੀਅਤ ਦੀ ਗੱਲ ਕਰਦੇ ਹਾਂ, ਤਾਂ ਉਹ ਲੰਮੇ ਸਮੇਂ ਤੱਕ ਜਿਉਂਦੀ ਰਹਿੰਦੀ, ਜਿਵੇਂ ਹੀਰ ਵਾਰਿਸ ਅੱਜ ਵੀ ਜਿਉਂਦੀ ਹੈ, ਕਿਉਂਕਿ ਵਾਰਿਸ ਸ਼ਾਹ ਨੇ ਉਹਦੇ ਚ ਸਮਾਜ ਦੀ ਜਿਹੜੀ ਅਸਲੀਅਤ ਆ ਉਹ ਵਿਖਾਈ ਹੋਈ ਹੈ। ਸੋ ਇਦਾਂ ਦੀਆਂ ਚੀਜ਼ਾਂ ਕੁਲਵੰਤ ਸਿੰਘ ਵਿਰਕ ਦੇ ਜਿਹੜੇ ਰਚਨਾਵਾਂ ਨੇ ਉਹਨਾਂ ਚ ਆਉਂਦੀਆਂ। ਮੱਧਕਾਲੀ ਪੰਜਾਬੀ ਸਾਹਿਤ ਸੰਬੰਧੀ ਮਿਲਦੇ ਸੇਖੋਂ ਤੇ ਕਿਸ਼ਨ ਸਿੰਘ ਦੇ ਸਮੀਖਿਆ ਚਿੰਤਨ ਬਾਰੇ ਵਿਚਾਰ ਚਰਚਾ ਕਰੋ। ਟੋਟਲੀ ਟੈਕਨੀਕਲ ਕੁਐਸਚਨ ਹੈ ਇਹ, ਕਿਉਂਕਿ ਦੋਨੋਂ ਹੀ ਇਹ ਜਿਹੜੇ ਸਾਡੇ ਕ੍ਰਿਟਿਕਸ ਨੇ ਮਾਰਕਸਵਾਦੀ ਨੇ, ਪਰ ਦੋਨਾਂ ਦੀ ਜਿਹੜੀ ਕੰਮ ਕਰਨ ਦਾ ਜਿਹੜਾ ਢੰਗ ਹੈ ਉਹਦੇ ਵਿੱਚ ਬਹੁਤ ਵੱਡਾ ਵਖਰੇਵਾਂ ਹੈਗਾ। ਲੋਕ ਗੀਤ ਨੂੰ ਪਰਿਭਾਸ਼ਿਤ ਕਰਦੇ ਹਾਂ, ਹੁਣੇ ਜਿਹੜੇ ਅਸੀਂ ਗੱਲ ਕੀਤੀ ਸੀ, ਪੰਜਾਬ ਦੇ ਲੋਕ ਗੀਤਾਂ ਦੇ ਪ੍ਰਮੁੱਖ ਸੋਝ ਸ਼ਾਸਤਰੀ ਪੱਖਾਂ ਦੀ ਪਛਾਣ ਕਰਵਾਓ। ਐਸਥੈਟਿਕਲ, ਠੀਕ ਹੈ, ਪਰਿਭਾਸ਼ਿਤ ਕਰਨਾ, ਪਹਿਲਾਂ ਤਾਂ ਪਰਿਭਾਸ਼ਾ ਦੇਣੇ, ਜਿਹਨੇ ਹੁਣੇ ਅਸੀਂ ਗੱਲ ਕੀਤੀ ਸੀ ਡਾਕਟਰ ਕਰਨੈਲ ਸਿੰਘ ਥਿੰਦ ਦੀ, ਔਰ ਦੂਸਰਾ ਹੈਗਾ ਸੋਝ ਸ਼ਾਸਤਰੀ ਜਿਹੜੇ ਆਧਾਰ ਨੇ, ਭਾਵ ਇਹਦੇ ਵਿੱਚ ਕਿਵੇਂ ਸੁੰਦਰਤਾ ਦੀ ਗੱਲ ਕੀਤੀ, ਕਿਵੇਂ ਬਿਊਟੀ ਦੀ ਗੱਲ ਕੀਤੀ, ਭਾਵੇਂ ਉਹ ਸ਼ਬਦ ਹੀ ਸੁੰਦਰ ਨੇ, ਠੀਕ ਹੈ ਜੀ। ਸੋ ਓਵਰਆਲ ਜੇ ਮੈਂ ਇਸ ਪੇਪਰ ਨੂੰ ਐਨਾਲਿਸਿਸ ਕਰਾਂ ਤਾਂ ਮੈਂ ਇਹ ਕਹਾਂਗਾ ਬਹੁਤ ਹੀ ਡਾਇਨਾਮਿਕ ਕੁਐਸਚਨ ਪੇਪਰ ਹੈ, ਔਰ ਆਈ ਐਮ ਹੈਪੀ ਟੂ ਸੀ ਕਿ ਇਦਾਂ ਦੇ ਕੁਐਸਚਨ ਪੇਪਰ ਹੈ ਜਿਹੜਾ UPSC ਨੇ ਪਾਇਆ ਹੋਇਆ, ਜਿੱਥੇ ਕਿ ਤੁਹਾਡੀ ਜਿਹੜੀ ਕ੍ਰੀਏਟੀਵਿਟੀ ਹੈ ਉਹ ਸਾਹਮਣੇ ਆਉਂਦੀ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਕੁਛ ਨਾ ਕੁਛ ਇਹਦੇ ਤੇ ਗਲਿੰਪਸ ਜ਼ਰੂਰ ਮਿਲ ਗਿਆ ਹੋਏਗਾ ਕੁਐਸਚਨ ਪੇਪਰ ਦੇ ਸੰਬੰਧ ਦੇ ਵਿੱਚ, ਔਰ ਇੱਥੋਂ ਹੀ ਤੁਸੀਂ ਆਪਣੀ ਤਿਆਰੀ ਕਰਨ ਦਾ ਜਿਹੜਾ ਤਰੀਕਾ ਉਹਨੂੰ ਇੱਕ ਡਾਇਰੈਕਸ਼ਨ ਦੇਣੀ ਆ। ਕਿਤੇ ਕੁਛ ਕਮੀਆਂ ਪੇਸ਼ੀਆਂ ਲੱਗਦੀਆਂ ਨੇ ਉਹਨਾਂ ਨੂੰ ਸੁਧਾਰੋ ਹੁਣੇ, ਠੀਕ ਹੈ, ਕਿਉਂਕਿ ਇਹੀ ਵੇਲਾ ਹੁੰਦਾ ਜਦੋਂ ਅਸੀਂ ਮੇਨ ਦੀ ਆਨਸਰ ਰਾਈਟਿੰਗ ਕਰਨੀ ਹੁੰਦੀ ਹੈ ਔਰ ਪ੍ਰੋਪਰ ਗਾਈਡੈਂਸ ਦੇ ਵਿੱਚ ਉਸ ਕੰਮ ਨੂੰ ਕਰਨਾ ਹੁੰਦਾ, ਤਾਂ ਕਿ ਤੁਹਾਡੀ ਜਿਹੜੀ ਮਿਹਨਤ ਹੈ ਉਹਨੂੰ ਕੋਈ ਬੂਰ ਪਵੇ, ਤੁਸੀਂ ਸਫਲਤਾ ਤੱਕ ਉਸ ਮਿਹਨਤ ਦੇ ਨਾਲ ਪਹੁੰਚੋ, ਮਿਹਨਤ ਤੁਹਾਨੂੰ ਸਫਲਤਾ ਤੱਕ ਲੈ ਕੇ ਜਾਵੇ। ਸੋ ਥੈਂਕ ਯੂ ਵੈਰੀ ਮਚ, ਆਲ ਦੀ ਵੈਰੀ ਬੈਸਟ।
ਸੋ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਆਪਾਂ ਡਿਸਕਸ ਕਰਨ ਚੱਲੇ ਹਾਂ ਪੇਪਰ 2 ਜਿਹੜਾ ਕਿ 2022 ਦੇ ਵਿੱਚ ਪੇਪਰ ਆਇਆ ਸੀ, ਔਰ ਇਹਨੂੰ ਆਪਾਂ ਦੇਖਦੇ ਹਾਂ, ਥੋੜਾ ਜਿਹਾ ਆਈਡੀਆ ਲੈਂਦੇ ਹਾਂ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਸੈਕਸ਼ਨ ਏ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਹੁੰਦਾ ਉਹਦੇ 5 ਹਿੱਸੇ ਹੁੰਦੇ ਆ, ਹਰੇਕ ਪਾਰਟ ਹੈ ਜਿਹੜਾ 10 ਨੰਬਰ ਦਾ ਹੁੰਦਾ, ਔਰ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਕਿਤਾਬਾਂ ਮੈਂਸ਼ਨ ਕੀਤੀਆਂ ਹੋਈਆਂ ਸਿਲੇਬਸ ਦੇ ਵਿੱਚ, ਉਹਨਾਂ ਦੇ ਵਿੱਚੋਂ ਕੁਝ ਪੰਕਤੀਆਂ ਆਉਂਦੀਆਂ, ਉਹਨਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰਨੀ ਹੁੰਦੀ ਆ ਆਪਾਂ, ਠੀਕ ਹੈ ਜੀ। ਜਿਵੇਂ ਇੱਥੇ ਮੈਂਸ਼ਨ ਕੀਤਾ ਹੀ ਹੈ, ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ, ਠੀਕ ਹੈ। ਸ਼ਬਦ ਸੀਮਾ 150, ਔਰ ਇਹ ਇੱਕ ਸਕਿੱਲ ਹੈ, ਇਹ ਵੀ ਇੱਕ ਕਲਾ ਹੈ ਸਿੱਖਣੀ ਕਿ ਇਹਦੀ ਪ੍ਰਸੰਗਤ ਵਿਆਖਿਆ ਕਿਵੇਂ ਹੁੰਦੀ ਹੈ। ਇੱਕ ਟੈਕਨੀਕ ਹੈ ਜਿਹੜੀ ਅਸੀਂ ਕਲਾਸ ਦੇ ਵਿੱਚ ਕਰਦੇ ਹਾਂ, ਔਰ ਉਹ ਤੇ ਫਿਰ ਵੀ ਕਰਵਾਈ ਦੀ ਹੈ 1-2 ਲੈਕਚਰਸ ਦੇ ਵਿੱਚ। ਤੇ ਉਹ ਟੈਕਨੀਕ ਤੁਸੀਂ ਸਿੱਖ ਗਏ ਤਾਂ ਤੁਸੀਂ ਫਿਰ ਕਿਸੇ ਵੀ ਦਿੱਤੇ ਹੋਏ ਪੈਰਾਗ੍ਰਾਫ ਤੇ ਕਰ ਸਕਦੇ ਹੋ ਉਹਨੂੰ, ਔਰ ਮੈਂ ਕਹਿੰਦਾ ਹੁੰਦਾ ਇਹ ਫ੍ਰੀ ਦੇ ਨੰਬਰ ਨੇ, ਫਿਰ ਤੁਸੀਂ ਘੱਟੋ ਘੱਟ ਇਹਦੇ ਚੋਂ 65% ਨੰਬਰ ਬੜੇ ਆਰਾਮ ਨਾਲ ਲੈ ਸਕਦੇ ਹੋ ਅਗਰ ਉਹ ਟੈਕਨੀਕ ਅਸੀਂ ਸਿੱਖ ਲਈ। ਤਾਂ ਇਹਦੇ ਵਿੱਚ ਜਿਹੜੇ ਸਾਡੇ ਕੋਲੇ ਆਏ ਹੋਏ ਆ, ਪਹਿਲਾ ਜਿਵੇਂ ਹੈਗਾ ਇਹ ਸ਼ੇਖ ਫਰੀਦ ਜੀ ਦੇ ਵਿੱਚੋਂ ਆਇਆ ਹੋਇਆ, ਤੇ ਦੂਸਰਾ ਜਿਹੜਾ ਹੈਗਾ ਇਹ ਪੌੜੀ ਆਈ ਹੋਈ ਆਪਣੀ ਜਪਜੀ ਸਾਹਿਬ ਦੇ ਵਿੱਚੋਂ, ਠੀਕ ਹੈ। ਇਸੇ ਤਰੀਕੇ ਨਾਲ ਅੱਗੋਂ ਹੈ, ਇਹ ਵੀ ਗੁਰੂ ਨਾਨਕ ਬਾਣੀ ਦੇ ਵਿੱਚੋਂ ਹੈ, ਜਿਵੇਂ ਆਸਾ ਦੀ ਵਾਰ ਚੋਂ, ਇਹ ਤੁਹਾਡਾ ਹੈਗਾ ਬੁੱਲੇ ਸ਼ਾਹ ਦੇ ਵਿੱਚੋਂ ਹੈ, ਤੇ ਇਹ ਜਿਹੜਾ ਹੈਗਾ ਤੁਹਾਡੇ ਕੋਲੇ ਇਹ ਹੀਰ ਵਾਰਿਸ ਦੇ ਵਿੱਚੋਂ ਹੈ। ਸੋ ਇਹ ਤਾਂ ਜਿਹੜਾ ਹੈਗਾ ਇਹਦੇ 'ਚ ਕੋਈ ਡਿਸਕਸ ਕਰਨ ਵਾਲੀ ਗੱਲ ਤਾਂ ਇਹਦੇ 'ਚ ਮੈਨੂੰ ਲੱਗਦੀ ਨਹੀਂ ਹੈਗੀ। ਸੋ ਅੱਗੇ ਆਪਾਂ ਚੱਲਦੇ ਹਾਂ। ਸ਼ੇਖ ਫਰੀਦ ਨੇ ਆਪਣੀ ਬਾਣੀ ਵਿੱਚ ਮਾਨਵੀ ਅਸਤਿਤਵ ਦੁਆਲੇ ਕੇਂਦਰਿਤ ਸਥਾਨਕ ਪ੍ਰਤੀਕਾਂ ਦੁਆਰਾ ਸੂਫੀ ਇਸਲਾਮੀ ਅਧਿਆਤਮਿਕਤਾ ਦਾ ਸੰਚਾਰ ਕੀਤਾ ਹੈ। ਇਸ ਕਥਨ ਬਾਰੇ ਟਿੱਪਣੀ ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਜਿਹੜਾ ਕੁਐਸਚਨ ਪੇਪਰ ਹੈ, ਇਹ ਪਹਿਲਾਂ ਹੀ ਬੜਾ ਸਾਰਾ ਕੁਛ ਇਹਦੇ ਤੇ ਕੰਮ ਕੀਤਾ ਹੈ, ਅੰਡਰਲਾਈਨ ਨਾ ਬ੍ਰੈਕਟਸ ਦੇ ਵਿੱਚ। ਇਹ ਐਕਚੁਅਲੀ ਸਾਡੇ ਇੱਕ ਸਟੂਡੈਂਟ ਦਾ ਕੁਐਸਚਨ ਪੇਪਰ ਹੈ, ਔਰ ਮੈਂ ਜਾਣਬੁੱਝ ਕੇ ਇਸ ਕੁਐਸਚਨ ਪੇਪਰ ਨੂੰ ਲੈ ਕੇ ਆਇਆ ਕਿ ਕੁਐਸਚਨ ਨੂੰ ਪੜ੍ਹਨ ਦੀ ਵੀ ਇੱਕ ਟੈਕਨੀਕ ਹੁੰਦੀ ਹੈ, ਔਰ ਇਹ ਟੈਕਨੀਕ ਹੈ ਜਿਹੜੀ ਇਹਨਾਂ ਨੂੰ ਸਿਖਾਈ ਗਈ ਸੀ ਸਟੂਡੈਂਟਸ ਨੂੰ ਪਹਿਲਾਂ, ਕਿ ਕਿਵੇਂ ਤੁਸੀਂ ਕੁਐਸਚਨ ਨੂੰ ਪੜ੍ਹਨਾ, ਕਿਵੇਂ ਤੁਸੀਂ ਕੁਐਸਚਨ ਨੂੰ ਅਪਰੋਚ ਕਰਨਾ ਹੈ, ਕਿਵੇਂ ਉਹਨੂੰ ਪਹਿਲਾਂ ਸਮਝਣਾ ਹੈ, ਠੀਕ ਹੈ ਜੀ। ਤਾਂ ਇੱਥੇ ਕੀ ਹੈ ਕਿ ਇਸ ਬਾਣੀ ਦੇ ਵਿੱਚ ਮਾਨਵੀ ਅਸਤਿਤਵ ਦੁਆਲੇ ਕੇਂਦਰਿਤ ਸਥਾਨਿਕ ਪ੍ਰਤੀਕਾਂ ਦੁਆਰਾ ਸੂਫੀ ਇਸਲਾਮੀ ਅਧਿਆਤਮਿਕਤਾ ਦਾ ਸੰਚਾਰ ਕੀਤਾ ਗਿਆ, ਇਸ ਕਥਨ ਬਾਰੇ ਟਿੱਪਣੀ ਕਰੋ। 20 ਨੰਬਰ ਦਾ ਇਹ ਕੁਐਸਚਨ ਸਾਡਾ ਹੈਗਾ। ਤਾਂ ਭਾਵ ਕਿ ਇਹਦੇ ਚ ਅਸੀਂ ਦੇਖਣਾ ਸੀ ਕਿ ਸਥਾਨਕ ਪ੍ਰਤੀਕ ਕਿਹੜੇ ਵਰਤੇ, ਕਿਉਂਕਿ ਸ਼ੇਖ ਫਰੀਦ ਦੀ ਬਾਣੀ ਦੇ ਵਿੱਚ ਜਿਹੜੇ ਪ੍ਰਤੀਕ ਵਰਤੇ ਆ ਜਾਂ ਮਿੱਥਾਂ ਵਰਤੀਆਂ, ਜਦੋਂ ਅਸੀਂ ਸ਼ੇਖ ਫਰੀਦ ਦਾ ਪੂਰਾ ਇੱਕ ਕਲਾਸ ਦੇ ਵਿੱਚ ਇੱਕ ਸ਼ਬਦ ਜਦੋਂ ਅਸੀਂ ਡਿਸਕਸ ਕਰਦੇ ਹਾਂ, ਤਾਂ ਉਹਦੇ ਚ ਅਸੀਂ ਇਹ ਵੀ ਚੀਜ਼ ਡਿਸਕਸ ਕਰਦੇ ਹੁੰਦੇ ਆ ਕਿ ਦੇਖੋ ਕਿੱਦਾਂ ਦੇ ਪ੍ਰਤੀਕ, ਕਿੱਦਾਂ ਦੀਆਂ ਮਿੱਥਾਂ ਕਿਹੜੇ ਇਸਲਾਮੀ ਸੱਭਿਆਚਾਰ ਚੋਂ ਆਏ ਹੋਏ ਆ, ਔਰ ਕਿਹੜੇ ਸਾਡੇ ਜਿਹੜੇ ਹੈਗੇ ਭਾਰਤੀ ਸੱਭਿਆਚਾਰ ਜਾਂ ਸੰਸਕ੍ਰਿਤੀ ਚੋਂ ਆਏ ਹੋਏ ਆ। ਜਿਵੇਂ ਅਸੀਂ ਗੱਲ ਕਰਦੇ ਹਾਂ, ਜੇ ਪਹਿਲਾ ਹੀ ਸ਼ਲੋਕ ਅਸੀਂ ਫਰੀਦ ਜੀ ਦਾ ਦੇਖੀਏ 8 ਪੰਕਤੀਆਂ ਦਾ, ਤਾਂ ਉੱਥੇ ਗੱਲ ਕੀਤੀ ਹੋਈ ਹੈ ਪੁਰਸਲਾਤ, ਠੀਕ ਹੈ। ਹੁਣ ਪੁਰਸਲਾਤ ਹੈ ਜਿਹੜਾ ਪੁਲ ਸਿਰਾਤ, ਉਹ ਅਸਲ ਦੇ ਵਿੱਚ ਇੱਕ ਮਿੱਥ ਹੈ ਇਸਲਾਮੀ ਸੰਸਕ੍ਰਿਤੀ ਦੇ ਵਿੱਚ, ਠੀਕ ਹੈ ਜੀ। ਅਜ਼ਰਾਈਲ ਫਰੇਸ਼ਤਾ, ਮਲकुल मौत, ਇਹ ਸਭ ਇਸਲਾਮੀ ਸੰਸਕ੍ਰਿਤੀ ਦੇ ਵਿੱਚੋਂ ਆਏ ਹੋਏ ਪ੍ਰਤੀਕ ਨੇ ਸਾਡੇ। ਇਸੇ ਤਰੀਕੇ ਦੇ ਨਾਲ ਸਾਡੇ ਇਧਰੋਂ ਜਿਹੜੇ ਆਉਂਦੇ, ਜਿਵੇਂ ਤਿਲ ਬੇਤਰੇ ਹੈ, ਜਿਵੇਂ ਬਗਲਾ ਹੈ, ਜਿਵੇਂ ਹੰਸ ਹੈ, ਇਦਾਂ ਦੇ ਆਉਂਦੇ ਆ। ਤਾਂ ਉਹਨਾਂ ਦੀ ਜਿਹੜੀ ਗੱਲ ਹੈ ਇੱਥੇ, ਉਹ ਅਧਿਆਤਮਿਕਤਾ ਨੂੰ ਕਿਵੇਂ ਉਹਨਾਂ ਦੇ ਰਾਹੀਂ ਸੰਚਾਰਿਤ ਕੀਤਾ, ਉਹਦੇ ਬਾਰੇ ਗੱਲ ਕਰਨੀ ਆ ਆਪਾਂ। ਗੁਰੂ ਨਾਨਕ ਦੇਵ ਜੀ ਨੇ ਜਪਜੀ ਦੇ 5 ਖੰਡਾਂ ਰਾਹੀਂ ਨਿਰੰਕਾਰ ਦੀ ਅਨੁਭੂਤੀ ਲਈ ਗਿਆਨ ਅਤੇ ਕਰਮ ਆਧਾਰਿਤ ਸਾਧਨਾ ਮਾਰਗ ਪ੍ਰਦਰਸ਼ਿਤ ਕੀਤਾ ਹੈ। ਬਹੁਤ ਪਿਆਰਾ ਕੁਐਸਚਨ ਹੈ, ਬਹੁਤ ਡਾਇਨਾਮਿਕ। ਅਕਸਰ ਬੱਚਿਆਂ ਨੂੰ ਪਤਾ ਤਾਂ ਹੁੰਦਾ 5 ਖੰਡ, ਕਿ ਜਿਵੇਂ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਉਸ ਤੋਂ ਅੱਗੇ ਜਿਹੜਾ ਹੈਗਾ ਕਰਮ ਖੰਡ, ਠੀਕ ਹੈ, ਫਿਰ ਸੱਚ ਖੰਡ। ਪਰ ਇਹਦੇ ਚ ਕੁਐਸਚਨ ਕੀ ਪੁੱਛਿਆ ਆਇਆ, ਉਹ ਬੜਾ ਡਾਇਨਾਮਿਕ ਹੈ ਕਿ 5 ਖੰਡਾਂ ਰਾਹੀਂ ਨਿਰੰਕਾਰ ਦੀ ਅਨੁਭੂਤੀ ਲਈ ਗਿਆਨ ਅਤੇ ਕਰਮ ਤੇ ਆਧਾਰਿਤ ਸਾਧਨਾ ਮਾਰਗ ਦੀ ਗੱਲ ਕੀਤੀ ਹੋਈ ਹੈ, ਠੀਕ ਹੈ। ਗਿਆਨ ਅਤੇ ਕਰਮ ਤੇ ਆਧਾਰਿਤ ਸਾਧਨਾ ਮਾਰਗ, ਸਾਧਨਾ ਮਾਰਗ ਮਤਲਬ ਸ਼ਰਮ ਖੰਡ, ਕਿ ਕਿਵੇਂ ਤੁਸੀਂ ਸਾਧਨਾ ਕਰਨੀ ਹੈ, ਕਿਵੇਂ ਆਪਣੇ ਆਪ ਦਾ ਜਿਹੜਾ ਅਧਿਆਤਮਿਕ ਪੱਧਰ ਹੈ ਜਾਂ ਆਤਮਿਕ ਉੱਚਤਾ ਵੱਲ ਜਾਣਾ ਹੈਗਾ, ਉਹਦੀ ਗੱਲ ਕੀਤੀ ਹੋਈ ਹੈ। ਅੱਗੇ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਇਸ਼ਕ ਮਜਾਜੀ ਅਤੇ ਇਸ਼ਕ ਹਕੀਕੀ ਦੋਹਾਂ ਦੀ ਅਭਿਵਿਅਕਤੀ ਕੀਤੀ। ਬਹੁਤ ਹੀ ਪਿਆਰਾ ਪੁਆਇੰਟ ਹੈ, ਜਿਹਦੇ ਤੇ ਮੈਂ ਅਕਸਰ ਜਦੋਂ ਬੱਚੇ ਆਨਸਰ ਰਾਈਟਿੰਗ ਕਰਦੇ ਤਾਂ ਮੈਂ ਇੱਕ ਪੁਆਇੰਟ ਕਹਿਣਾ ਹੁੰਦਾ ਕਿ ਬੁੱਲੇ ਸ਼ਾਹ ਇੱਕ ਇਦਾਂ ਦਾ
कवि है साडा जिहदी कविता इक्को वेले इश्क हकीकी की गल भी करती है और इश्क मजाजी की गल भी करती है। और जिहड़े क्लास वाले बच्चे वीडियो देख रहे हैं वो वाकई इस पॉइंट को समझ गए होणगे। उसने इश्क हकीकी की मंजिल ते पहुंचने इश्क मजाजी के राह अपनाउण की वकालत की इस कथन बारे अपने विचार दिओ। और इत्थे जिहड़ा तुसीं पॉइंट लैके आ सकते हो, जिवें फरीद जी की बाणी है ਉਹਦਾ भी थोड़ा जिहा एक रैफरेंस लै सकते हो और उत्थों गल चक के फिर बुल्ले शाह की गल कर सकते हो। ठीक है, राइट। अगे चलते हैं आप। तीसरा क्वेश्चन है, आप पूरा क्वेश्चन इत्थे लै आउणे आ पहला स्क्रीन पे। राइट, पहला क्वेश्चन पार्ट पहला, वारिस शाह ने हीर रांझे की प्रीत कथा नूं केंद्र विच रख के भूपवादी मुल विधान ਅਤੇ तत्कालीन समाज की मुकम्मल तस्वीर प्रस्तुत की है। इस कथन बारे उदाहरण सहित टिप्पणी करो। कुछ क्वेश्चन तो इदां दे ने जिहड़े कि अजे बच्चे जिहड़े आंसर राइटिंग कर ही रहे हैं ना, जिवें तुसीं कहने हुंदे कि स्टार्टिंग विच दो क्वेश्चन तो असीं आंसर राइटिंग शुरू करवाउणे आ ते हरेक बच्चे की परसनल फीडबैक हुंदी है। कुछ क्वेश्चन इदां दे ने कि वो बच्चे भी समझ गए होणगे क्योंकि असीं आंसर राइटिंग शुरू ही जिवें सैकेंड पेपर तो करवाउणे आ, क्योंकि सैकेंड पेपर दी तुहाडी क्रिएटिविटी बहुत चाहिदी हुंदी है। ਤੇ ਜੇ ਤੁਸੀਂ ਇਕੱਲੇ ਸੈਕੰਡ ਪੇਪਰ ਦੀ ਆਨਸਰ ਰਾਈਟਿੰਗ ਕਰ ਲਈ, ਤੁਹਾਡੇ ਕੋਲ ਟਾਈਮ ਨਹੀਂ ਵੀ ਬਚਿਆ, ਤਾਂ ਵੀ ਸਾਨੂੰ ਕੌਨਫੀਡੈਂਸ ਹੁੰਦਾ ਕਿ ਫਸਟ ਪੇਪਰ ਨੂੰ ਤੁਸੀਂ ਬੜੇ ਸਲੀਕੇ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲ ਲਓਗੇ। ਤਾਂ ਇੱਥੇ ਕੀ ਹੈ ਕਿ ਜਿਹੜੀ ਪ੍ਰੇਮ ਕਥਾ ਉਹ ਕੇਂਦਰ ਦੇ ਵਿੱਚ ਹੈ, ਪਰ ਬਾਕੀ ਸਾਰੀ ਜਿਹੜੀ ਰਚਨਾ ਹੈਗੀ ਹੈ ਉੱਥੋਂ ਦੀ ਪੂਰੀ ਤਸਵੀਰ ਪੇਸ਼ ਕੀਤੀ ਹੋਈ। ਜਿਵੇਂ ਆਪਾਂ ਹੁਣੇ ਜਿਵੇਂ ਪਹਿਲੇ ਪੇਪਰ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ, ਉਹਨੂੰ ਡਿਸਕਸ ਕਰ ਰਹੇ ਸੀ ਕਿ ਉੱਥੋਂ ਦਾ ਸੱਭਿਆਚਾਰ ਕਿੱਦਾਂ ਦਾ ਸੀ, ਉਸ ਵੇਲੇ ਦਾ संस्कृति किदां दी सी, वहम भरम किदां दे सी, ठीक है जी, किदां दी मिठाइयां बनाईयां जांदियां सी, वो सारा कुछ। 12वां तुखारी वियोग ग्रसित जीव इस्त्री दे मन दी व्याकुलता नूं संचारित करन वाला बाणी पाठ। इस विच कुदरत दा वर्णन संयोग अते वियोग नूं चित्रण लई कीता गया। इस कथन बारे चर्चा करो। सेम इदां दा ही क्वेश्चन है जिहड़ा साडी टेस्ट सीरीज दे विच भी बच्चों कोले आउंदा रिहा, ठीक है। और ਇਹਦੇ ਵਿੱਚ ਕੀ ਹੈ, ਇੱਕ ਪਾਸੇ ਤਾਂ ਜੀਵ ਇਸਤਰੀ ਔਰ ਦੂਸਰੇ ਪਾਸੇ ਕੁਦਰਤ ਦਾ ਵਰਣਨ, ਦੋਨਾਂ ਨੂੰ ਅਸੀਂ ਮਿਲਾ ਕੇ ਗੱਲ ਕਰਨੀ ਹੈ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈ 15 ਨੰਬਰ ਦੇ ਵਿੱਚ ਇਹਨੂੰ ਕੰਪਲੀਟ ਕਰਨਾ। ਸ਼ੇਖ ਫਰੀਦ ਦੀ ਬਾਣੀ ਜੀਵਨ ਦੀ ਨਾਸ਼ਵਾਨਤਾ ਅਤੇ ਮੌਤ ਦੀ ਅਟਲਤਾ ਵਾਲਾ ਬਾਣੀ ਪ੍ਰਵਚਨ ਹੈ। ਇਹ ਮਨੁੱਖ ਨੂੰ ਸਹਿਜ ਸੁਰਤ ਵਾਲਾ ਸਾਦਾ ਜੀਵਨ ਜਿਉਣ ਲਈ ਪ੍ਰੇਰਦਾ। ਇਸ ਕਥਨ ਬਾਰੇ ਵਿਸ਼ਲੇਸ਼ਣਾਤਮਕ ਟਿੱਪਣੀ ਕਰੋ। क्योंकि शेख फरीद जी बारे अक्सर गल करते हैं, कुछ चिंतक ये कहते हैं कि इन्होंने इन्हां दी बाणी निराशावादी है, पर असीं उत्थे ही कढ़दे हुंदे कि निराशावादी नहीं, ये मनुख नूं असली जीवन जिउणा सिखाउंदी है। इसे करके मैं भी चीज़ कहना हुंदा कि जिहड़ा लिटरेचर है और जिहड़ा साडा पढ़ाउण दा ढंग है, उस ढंग दे राहीं तुसीं सिर्फ लिटरेचर ही नहीं पढ़ोगे, तुसीं ये भी पढ़ोगे कि जिंदगी किवें जिउई जांदी है, जिंदगी जिउण दा ढंग की है। जिंदगी नूं असीं अक्सर ही लोग कहते जिंदगी एक संघर्ष है, पर मैं कहना जिंदगी है जिहड़ी ओकेजन है, एक यात्रा जिन्हों तुसीं इंजॉयबल भी बना सकते हो। IAS बनने तो भी वड्डी गल ये हुंदी है कि जिंदगी नूं सौखे तरीके नाल खुश मिजाजी दे नाल जिउणा, ये सब तो वड्डी गल है। बड़े इत्थे IAS ने जिहड़े कि IAS बन के पछता रहे ने, जिहड़े कि IAS बन के भी उन्हां दी जिंदगी खुशहाल नहीं हैगी। सानूं दूरों देखण नूं लगदा है, पर जिंदगी है जिहड़ी ओह एक उत्सव है। ਉਹਨੂੰ ਹੁਣ उत्सव ਅਸੀਂ ਕਿਵੇਂ ਬਣਾਉਣਾ ਉਹ ਸਾਡੇ ਤੇ ਨਿਰਭਰ ਕਰਦਾ ਹੈ। और ये ਜਿਹੜੀਆਂ ਬਾਣੀਆਂ ਨੇ, ਚਾਹੇ ਫਰੀਦ ਸਾਹਿਬ ਦੀ ਬਾਣੀ ਹੈ, ਚਾਹੇ ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਨੇ, ਸਾਨੂੰ ਇਹੀ ਚੀਜ਼ ਸਿਖਾਉਂਦੀਆਂ ਨੇ। ਔਰ ਮੈਂ ਇਹ ਵੀ ਕਹਿਣਾ ਹੁੰਦਾ ਕਿ ਇਹ ਜਿਹੜੀਆਂ ਬਾਣੀਆਂ ਨੇ, ਜਦੋਂ ਤੁਸੀਂ ਇਹਨਾਂ ਨੂੰ ਪੜ੍ਹੋਗੇ ਔਰ ਜਦੋਂ ਤੁਸੀਂ ਆਨਸਰ ਰਾਈਟਿੰਗ ਕਰੋਗੇ, ਉਦੋਂ ਅਸੀਂ ਤੁਹਾਨੂੰ ਇਹ ਵੀ ਸਿਖਾਵਾਂਗੇ ਕਿ ਤੁਸੀਂ ਇਹਨਾਂ ਨੂੰ ਕਿਵੇਂ ਆਪਣੇ ਐਸੇ ਦੇ ਪੇਪਰ ਦੇ ਵਿੱਚ, ਕਿਵੇਂ ਤੁਸੀਂ ਐਥਿਕਸ ਦੇ ਵਿੱਚ ਇਹਨਾਂ ਨੂੰ ਕਿਵੇਂ ਐਡ ਕਰ ਸਕਦੇ ਹੋ, ਔਰ ਤੁਹਾਡਾ ਜਿਹੜਾ ਪੇਪਰ ਹੈ ਉਹ ਐਸੇ ਦਾ ਜਾਂ ਐਥਿਕਸ ਦਾ ਉਹ ਹੋਰਨਾਂ ਬੱਚਿਆਂ ਦੇ ਨਾਲ ਕਿਵੇਂ ਇੱਕ ਵੱਖਰਾ ਹੋ ਜਾਏ। ਸੋ ਅੱਗੇ ਚੱਲਦੇ ਹਾਂ ਆਪਾਂ। चौथा क्वेश्चन है साडा, बुल्ले शाह दियां काफियां विच प्रधान सरोकार अल्लाह है, उसकी तड़प उस लई है, उसका इश्क ओही है, उसका मुरशद माही जोगी रांझा ढोला ओही है, उसके प्रतख दीदार लई काजी अते कर्मकांड बेअर्थ। बहुत सोहना क्वेश्चन है, बहुत सोहना क्वेश्चन है। तुसीं देखो किवें रंग बरंगा किया होया बच्चे ने क्वेश्चन उत्ते पढ़दे हैं।
ਜਿੰਨੇ ਧਿਆਨ ਨਾਲ ਤੁਸੀਂ ਕੁਐਸਚਨ ਨੂੰ ਪੜ੍ਹ ਲਓਗੇ ਤੁਹਾਨੂੰ ਆਨਸਰ ਫਰੇਮ ਕਰਨਾ ਉਨਾ ਹੀ ਸੌਖਾ ਹੋ ਜਾਂਦਾ। ਠੀਕ ਹੈ, ਤਾਂ ਬਹੁਤ ਸਿੰਪਲ ਕੁਐਸਚਨ ਹੈ। ਜੇ ਮੈਂ ਇਹਨੂੰ ਕਹਾਂ, ਇਹਨੂੰ ਕੋਈ ਜਿਹੜਾ ਬੱਚਾ ਕਲਾਸਿਸ ਲਗਾ ਕੇ ਗਿਆ ਉਹ ਵੀ ਸਮਝ ਲਏਗਾ ਕਿ ਕੀ ਗੱਲ ਇਹਦੇ ਚ ਬੁੱਲੇ ਸ਼ਾਦੀ ਹੋਈ ਹੈ। ਆਸਾ ਦੀ ਵਾਰ ਪ੍ਰਚਲਿਤ ਸਨਾਤਨੀ ਅਤੇ ਇਸਲਾਮੀ ਕਰਮਕਾਂਡਾਂ ਦੀ ਨਿਰਾਰਥਕਤਾ ਦੇ ਪਰਿਪੇਖ ਵਿੱਚ ਨਾਮ ਅਤੇ ਗੁਰੂ ਸੰਕਲਪਾਂ ਰਾਹੀਂ ਸਹਿਜ ਸੁਰਤ ਵਾਲਾ ਸੋਝੀ ਮਾਰਗ ਪੇਸ਼ ਕੀਤਾ ਗਿਆ ਹੈ। ਇਸ ਕਥਨ ਬਾਰੇ ਆਪਣੇ ਵਿਚਾਰ। ਆਸਾ ਦੀ ਵਾਰ ਦੇ ਬਾਰੇ ਮੈਂ ਇੱਕ ਚੀਜ਼ ਕਹਿਣਾ ਚਾਹਣਾ ਕਿ ਆਸਾ ਦੀ ਵਾਰ ਹੈ ਅਧਿਆਤਮਿਕਤਾ ਦੀ ਗੱਲ ਵੀ ਕਰਦੀ ਔਰ ਸਮਾਜ ਦੀ ਗੱਲ ਵੀ ਬਹੁਤ ਡਿਟੇਲ ਦੇ ਵਿੱਚ ਕਰਦੀ ਔਰ ਇਹਦੇ ਵਿੱਚੋਂ ਸਾਨੂੰ ਕਨਸੈਪਟਸ ਕੱਢਣੇ ਪੈਂਦੇ ਆ ਔਰ ਬਹੁਤ ਸਾਰੇ ਕਨਸੈਪਟਸ ਕੱਢ ਕੇ ਆਪਾਂ ਬੱਚਿਆਂ ਨੂੰ ਦਿੱਤੇ ਹੋਏ ਆ। ਜਿਹੜੇ ਬੱਚੇ ਨੇ ਉਹ ਕਨਸੈਪਟਸ ਤੇ ਕੰਮ ਕੀਤਾ ਉਹਨਾਂ ਨੂੰ ਧਿਆਨ ਚ ਆ ਗਿਆ ਹੋਵੇਗਾ ਕਿ ਆਪਾਂ ਦੱਸਿਆ ਹੋਇਆ ਕਿ ਨਾਮ ਦੀ ਗੱਲ ਕਿਹੜੇ ਕਿਹੜੇ ਪੰਨੇ ਤੇ ਹੋਈ ਆਸਾ ਦੀ ਵਾਰ ਚ, ਗੁਰੂ ਦੀ ਗੱਲ ਕਿੱਥੇ ਹੋਈ ਹੈ, ਪਖੰਡ ਦੀ ਗੱਲ ਕਿਹੜੇ ਕਿਹੜੇ ਪੇਜ ਤੇ ਹੋਈ ਹੈ, ਹਉਮੈ ਦੀ ਗੱਲ ਕਿਹੜੇ ਕਿਹੜੇ ਪੇਜ ਤੇ ਹੋਈ ਹੈ, ਝੂਠ ਦੀ ਗੱਲ ਕਿਹੜੇ ਕਿਹੜੇ ਪੇਜ ਤੇ ਹੋਈ ਹੈ, ਪਰਮਾਤਮਾ ਦੀ ਗੱਲ ਕਿਹੜੇ ਪੇਜ ਤੇ ਹੋਈ ਹੈ, ਸਮਾਜ ਦੇ ਜਿਹੜੇ ਪਖੰਡ ਨੇ ਉਹਨਾਂ ਦੀ ਗੱਲ ਕਿਹੜੇ ਕਿਹੜੇ ਪੇਜ ਤੇ। ਇਸ ਤਰੀਕੇ ਦੇ ਨਾਲ ਆਪਾਂ ਘੱਟੋ ਘੱਟ 20 ਤੋਂ ਵੱਧ ਟੌਪਿਕਸ ਕੱਢ ਕੇ ਆਪਾਂ ਬੱਚਿਆਂ ਨੂੰ ਦਿੱਤੇ ਹੋਏ ਆ ਔਰ ਉਹਦੇ ਵਿੱਚ ਇਹ ਨਾਮ ਤੇ ਗੁਰੂ ਵਾਲਾ ਜਿਹੜਾ ਟੌਪਿਕ ਹੈ ਉਹ ਵੀ ਸਪਸ਼ਟ ਦੱਸਿਆ ਹੋਇਆ ਕਿ ਉਹਦੇ ਤੇ ਗੱਲ ਆਪਾਂ ਕਿਵੇਂ ਕਰ ਸਕਦੇ ਹਾਂ। ਠੀਕ ਹੈ ਜੀ, ਅੱਗੇ ਕੁਐਸਚਨ ਬਾਰਿਸ਼ ਆਪਣੇ ਕਿੱਸਾ ਹੀਰ ਰਾਂਝਾ ਵਿੱਚ ਹੀਰ ਦੀ ਸੁੰਦਰਤਾ, ਰਾਂਝੇ ਦੀ ਦੀਵਾਨਗੀ ਤੇ ਉਹਨਾਂ ਦੇ ਲੌਕਿਕ ਅਤੇ ਦੈਵੀ ਇਸ਼ਕ ਨੂੰ ਵਿਸਤ੍ਰਿਤ ਪ੍ਰਤੀਕ ਪ੍ਰਬੰਧ ਰਾਹੀਂ ਪੇਸ਼ ਕਰਦਾ ਹੈ। ਠੀਕ ਹੈ, ਪ੍ਰਤੀਕ ਮਤਲਬ ਸਿੰਬਲਸ ਦੇ ਰਾਹੀਂ ਪੇਸ਼ ਕਰਦਾ ਹੈ। ਸੋ ਬਹੁਤ ਸੋਹਣਾ ਕੁਐਸਚਨ ਹੈ ਔਰ ਬਹੁਤ ਡਾਇਨਾਮਿਕ ਹੈਗਾ। ਔਰ ਉਹਨਾਂ ਦਾ ਲੌਕਿਕ ਇਸ਼ਕ ਮਤਲਬ ਜਿਹੜਾ ਦੁਨਿਆਵੀ ਹੈ, ਦੈਵੀ ਇਸ਼ਕ ਮਤਲਬ ਇਸ਼ਕ ਹਕੀਕੀ ਹੈ ਜਿਹੜਾ ਉਹਨਾਂ ਦਾ, ਉਹਨੂੰ ਕਿਵੇਂ ਪੇਸ਼ ਕਰਦਾ ਹੈ ਉਹ। ਠੀਕ ਹੈ ਜੀ, ਸੋ ਪ੍ਰਤੀਕ ਪ੍ਰਬੰਧ ਕਿਵੇਂ ਵਰਤਿਆ, ਬਹੁਤ ਜਿਹੜਾ ਹੈਗਾ ਇੱਕ ਪਿਆਰਾ ਕੁਐਸਚਨ ਹੈ। ਮੈਂ ਇਹਦੇ ਤੇ ਇੰਨਾ ਹੀ ਕਹਿ ਸਕਦਾ। ਅੱਗੇ ਪੰਜਵਾਂ ਕੁਐਸਚਨ ਹੈ ਫੇਰ ਜੀ, ਇਹ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਦਾ ਕੁਐਸਚਨ ਹੈ। ਠੀਕ ਹੈ, ਇੱਥੇ ਠੀਕ ਲਿਖਿਆ ਹੋਇਆ, ਪ੍ਰਿੰਟ ਕੀਤਾ ਹੋਇਆ। ਤਾਂ ਇਹ ਜਿਹੜਾ ਪਹਿਲਾ ਹੈਗਾ ਇਹ ਹੈਗਾ ਆਪਣਾ ਜੰਗ ਸਿੰਘਾਂ ਤੇ ਫਰੰਗੀਆਂ ਦੇ ਵਿੱਚੋਂ। ਔਰ ਇੱਕ ਚੀਜ਼ ਕੁਝ ਕੁ ਕਵਿਤਾਵਾਂ ਨੇ, ਕਿਉਂਕਿ ਨਾ ਜੇ ਕੁਝ ਬੱਚੇ ਆਪ ਵੀ ਤਿਆਰੀ ਕਰ ਰਹੇ ਤਾਂ ਕਈ ਵਾਰੀ ਬੱਚੇ ਇਸ ਚੀਜ਼ ਦੇ ਵਿੱਚ ਉਲਝ ਜਾਂਦੇ ਹੁੰਦੇ ਆ ਕਿ ਹੁਣ ਚਾਤ੍ਰਿਕ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਨੇ 3 ਕਿਤਾਬਾਂ ਦੇ ਵਿੱਚ, ਅਸੀਂ ਕਿਵੇਂ ਉਹਨਾਂ ਨੂੰ ਯਾਦ ਰੱਖੀਏ ਜਦੋਂ ਅਸੀਂ ਇੱਥੇ ਦੱਸਣਾ ਹੈ। ਤਾਂ ਉੱਥੇ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਸਾਰੀਆਂ ਕਵਿਤਾਵਾਂ ਪੜ੍ਹਨ ਦੀ ਲੋੜ ਨਹੀਂ, ਸਿਲੈਕਟਡ ਜਿਹੀਆਂ ਕਵਿਤਾਵਾਂ ਪੜ੍ਹੋ, ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਆ ਜਾਂਦਾ। ਔਰ ਜਦੋਂ ਅਸੀਂ ਕਲਾਸ ਦੇ ਵਿੱਚ ਧਨੀ ਰਾਮ ਚਾਤ੍ਰਿਕ ਕਰਦੇ ਹਾਂ ਤਾਂ ਬੱਚਿਆਂ ਨੂੰ ਕਿਤਾਬਾਂ ਵੀ ਅਸੀਂ ਮੰਗਵਾਈ ਦੀਆਂ, ਤਾਂ ਉਹਦੇ ਤੇ ਉਹਨਾਂ ਨੂੰ ਕਵਿਤਾਵਾਂ ਕੁਝ ਪੜ੍ਹਾ ਦੇਦੀਆਂ ਉਸ ਵੇਲੇ, ਮੈਂ ਆਪ ਪੜ੍ਹ ਦਿੰਦਾ। ਤੇ ਬੜੇ ਵਾਰੀ ਇਹ ਹੁੰਦਾ 80% ਤੋਂ ਵੱਧ ਚਾਂਸਸ ਇਦਾਂ ਦੇ ਹੁੰਦੇ ਕਿ ਉਹਨਾਂ ਦੇ ਵਿੱਚੋਂ ਹੀ ਆ ਜਾਂਦਾ। ਜਿਹੜੇ ਬੱਚੇ ਹੁਣੇ ਬੈਚ ਲਾ ਕੇ ਗਏ ਉਹਨਾਂ ਨੂੰ ਧਿਆਨ ਚ ਆ ਗਿਆ ਹੋਏਗਾ ਕਿ ਇਹ ਕਵਿਤਾ ਜਿਹੜੀ ਅਸੀਂ ਕਲਾਸ ਦੇ ਵਿੱਚ ਪੜ੍ਹੀ ਹੋਈ ਹੈ। ਠੀਕ ਹੈ, ਔਰ ਇਹ ਰਾਧਾ ਸੰਦੇਸ਼ ਦੇ ਵਿੱਚੋਂ ਹੈਗੀ ਹੈ। ਅੱਗੇ ਚੱਲਦੇ ਹਾਂ ਆਪਾਂ। ਪੁਰਾਣਾ ਕਿਲਾ ਵੇਖਿਆ, ਸ਼ੀਸ਼ਿਆਂ ਜੁੜੀਆਂ ਛੱਤਾਂ ਵੇਖੀਆਂ, ਜਿਨ੍ਹਾਂ ਹੇਠ ਅਣਗਿਣਤ ਆਜ਼ਾਦੀ ਦੇ ਕੁਰਬਾਨੀਆਂ ਨੂੰ ਕਹਿ ਤਸੀਹੇ ਦਿੱਤੇ ਗਏ ਸਨ। ਉਹਨਾਂ ਦੀ ਕੁਰਬਾਨੀ ਨੇ ਕੇਵਲ ਭਾਰਤ ਨਹੀਂ ਸਗੋਂ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਵੀ ਨੇੜੇ ਲਿਆਂਦਾ, ਪਰ ਇੱਥੇ ਕਿਤੇ ਵੀ ਉਹਨਾਂ ਦਾ ਜ਼ਿਕਰ ਤੱਕ ਕੀਤਾ ਨਹੀਂ ਮਿਲਦਾ, ਕਿਤੇ ਕੋਈ ਯਾਦਗਾਰ ਨਹੀਂ। ਕਿਲਾ ਕੇਵਲ ਇੱਕ ਸੈਰਗਾਹ ਬਣਾ ਦਿੱਤਾ ਗਿਆ ਹੈ। ਠੀਕ ਹੈ, ਔਰ ਇਹ ਜਿਹੜਾ ਹੈਗਾ ਤੁਹਾਡਾ ਉਹਦੇ ਚੋਂ ਸਫ਼ਰਨਾਮਾ ਦੇ ਵਿੱਚੋਂ ਆ, ਬਲਰਾਜ ਸਾਹਨੀ ਦੇ ਸਫ਼ਰਨਾਮਾ ਦੇ ਵਿੱਚੋਂ ਹੈ। ਠੀਕ ਹੈ, ਉਸ ਤੋਂ ਅੱਗੇ ਪੁਰਾਤਨ ਕਾਲ ਵਿੱਚ ਪ੍ਰੇਮ ਕਰਨਾ ਇਸਤਰੀ ਦਾ ਫਰਜ਼ ਸੀ, ਚਾਹੇ ਕਾਮਣ ਬਣ ਕੇ ਕਰੇ ਚਾਹੇ ਸਿਪਾਹੀ। ਇਹ ਤੁਹਾਡਾ ਜਿਹੜਾ ਹੈਗਾ ਸੰਤ ਸਿੰਘ ਸੇਖੋਂ ਦਾ ਹੈਗਾ। ਅੱਗੇ ਸਾਡਾ ਜੀਵਨ ਸ਼ਿਵਾਲਾ ਕੁਝ ਸਮੇਂ ਤੋਂ ਤਿੜਕਦਾ ਫਿਸਦਾ ਜਾ ਰਿਹਾ। ਮੇਰੇ ਖਿਆਲ 'ਚ ਇੰਨਾ ਪੜ੍ਹਦੇ ਹੀ ਧਿਆਨ 'ਚ ਆ ਜਾਏਗਾ ਕਿ ਇਹ ਨਵਾਂ ਸ਼ਿਵਾਲਾ ਕਿਤਾਬ ਦੇ ਵਿੱਚੋਂ ਆ, ਗੁਰਬਖਸ਼ ਸਿੰਘ ਪ੍ਰੀਤਲੜੀ ਦਾ। ਠੀਕ ਹੈ ਜੀ, ਸੋ ਅੱਗੇ ਚੱਲਦੇ। ਛੇਵਾਂ ਕੁਐਸਚਨ ਹੈ ਸਾਡੇ ਕੋਲ, ਜੰਗਨਾਮਾ ਸਿੰਘਾਂ ਤੇ ਫਰੰਗੀਆਂ ਸ਼ਾਹ ਮੁਹੰਮਦ ਨੇ ਪੰਜਾਬ ਦੀ ਰੂਹ ਨੂੰ ਚਿੱਤਰਦਿਆਂ ਖਾਲਸੇ ਦੀ ਹਾਰ ਨੂੰ ਸਿੱਖ ਸਰਦਾਰਾਂ ਦੀ ਕਪਟੀ ਰਾਜਨੀਤੀ ਪ੍ਰਮਾਣ ਵਜੋਂ ਪੇਸ਼ ਕੀਤਾ, ਬਰਤਾਨਵੀ ਜਿੱਤ ਨੂੰ ਸਿਫਰ ਕਰ ਦਿੱਤਾ। ਇਸ ਕਥਨ ਬਾਰੇ ਵਿਸ਼ਲੇਸ਼ਣਾਤਮਕ ਟਿੱਪਣੀ। ਸੋ ਇਹਦੇ ਵਿੱਚ ਅਸਲ 'ਚ ਕੀ ਗੱਲ ਹੈਗੀ ਹੈ ਕਿ ਇੱਥੇ ਆਪਾਂ ਜਿਹੜਾ ਹੈਗਾ
ਖਾਲਸਾ ਫੌਜ ਦੀ ਜਿਹੜੀ ਬਹਾਦਰੀ ਹੈ, ਜਿੰਨੀ ਬਹਾਦਰੀ ਨਾਲ ਖਾਲਸਾ ਫੌਜ ਲੜੀ ਹੈ, ਉਹਦੀ ਗੱਲ ਇਹਦੇ ਵਿੱਚ ਅਸੀਂ ਕਰਨੀ ਹੈ। ਠੀਕ ਹੈ। ਔਰ ਇਸ ਸਬੰਧ ਦੇ ਵਿੱਚ ਸੰਤ ਸਿੰਘ ਸੇਖੋਂ ਦੀ ਵੀ ਇੱਕ ਜਿਹੜੀ ਕੋਟੇਸ਼ਨ ਹੈਗੀ ਹੈ, ਔਰ ਇਹਦੇ ਚ ਅਸੀਂ ਦੇਖਦੇ ਹਾਂ ਪੂਰੀ ਰਚਨਾ ਦੇ ਵਿੱਚੋਂ ਕਿ ਜੰਗਨਾਮਾ ਦੇ ਵਿੱਚ ਸ਼ਾਹ ਮੁਹੰਮਦ ਨੇ ਹਮਦਰਦੀ ਜਿਹੜੀ ਹੈ ਉਹ ਰੱਖੀ ਹੋਈ ਹੈ ਖਾਲਸਾ ਫੌਜ ਦੇ ਨਾਲ। ਤਾਂ ਉਹ ਜਿਹੜੀ ਅਸੀਂ ਪੂਰੀ, ਕਿਉਂਕਿ ਕਿਸੇ ਵੀ ਜੰਗ ਦੇ ਵਿੱਚ ਇਹ ਨਹੀਂ ਹੁੰਦਾ ਕਿ ਜਿੱਤ ਜਾਂ ਹਾਰ, ਜੰਗ ਦੇ ਵਿੱਚ ਇਹ ਮੈਟਰ ਕਰਦਾ ਹੈ ਕਿ ਤੁਸੀਂ ਕਿੰਨੀ ਦਲੇਰੀ ਦੇ ਨਾਲ, ਕਿੰਨੀ ਨੈਤਿਕਤਾ ਦੇ ਨਾਲ, ਕਿੰਨੀ ਬਹਾਦਰੀ ਦੇ ਨਾਲ ਤੁਸੀਂ ਲੜੇ। ਸੋ ਇੱਥੇ ਜਿਹੜਾ ਹੈਗਾ ਖਾਲਸਾ ਫੌਜ ਦੀ ਜਿਹੜੀ ਬਹਾਦਰੀ ਹੈ ਉਹਨੂੰ ਅਸੀਂ ਇੱਥੇ ਲੈ ਕੇ ਆਉਣਾ ਹੈਗਾ। ਨਾਨਕ ਸਿੰਘ ਆਪਣੇ ਨਾਵਲ ਪਵਿੱਤਰ ਪਾਪੀ ਵਿੱਚ ਮੱਧ ਵਰਗੀ ਪੰਜਾਬੀ ਪਰਿਵਾਰਕ ਸਥਿਤੀਆਂ ਦੀਆਂ ਮਨੋਵਿਗਿਆਨਕ ਪਰਤਾਂ ਰਾਹੀਂ ਤਰਾਸਦੀ ਵਾਲਾ ਬਿਰਤਾਂਤ ਸਿਰਜਦਾ। ਇਸ ਕਥਨ ਬਾਰੇ ਆਲੋਚਨਾਤਮਕ ਟਿੱਪਣੀ ਕਰੋ। ਸੋ ਇਹਦੇ ਵਿੱਚ ਅਸੀਂ ਗੱਲ ਕਰਦੇ ਹੀ ਹੁੰਨੇ ਆ, ਜਦੋਂ ਆਪਾਂ ਇਹ ਕਰਦੇ ਹਾਂ ਤਾਂ ਇਹਦੇ ਚ ਕੁਝ ਸੋਸ਼ੀਓਲੋਜਿਸਟ ਦੀ ਵੀ ਮੈਂ ਗੱਲ ਕਰਵਾਉਣਾ ਹੁੰਨਾ, ਜਿਵੇਂ ਮਰਟਨ ਹੈ, ਕਿ ਮਰਟਨ ਕਹਿੰਦਾ ਕਿ ਹਰੇਕ ਕਲਾਸ ਹੈ ਨਾ ਜਿਹੜੀ ਸਾਡੀ ਸੁਸਾਇਟੀ ਤੇ, ਹਰੇਕ ਕਲਾਸ ਦੀਆਂ ਆਪਣੀਆਂ ਕਦਰਾਂ ਕੀਮਤਾਂ। ਇੱਕ ਕਲਾਸ ਦੇ ਮੁਤਾਬਕ ਉਹ ਕਦਰਾਂ ਕੀਮਤਾਂ ਸਹੀ ਹੋਣਗੀਆਂ, ਦੂਜੀ ਕਲਾਸ ਦੇ ਮੁਤਾਬਕ ਉਹ ਗਲਤ ਵੀ ਹੋ ਸਕਦੀਆਂ। ਠੀਕ ਹੈ। ਇਸੇ ਤਰੀਕੇ ਨਾਲ ਗੁਰਬਖਸ਼ ਸਿੰਘ ਪ੍ਰੀਤਲੜੀ ਇਹ ਕਹਿੰਦਾ ਕਿ ਇੱਕ ਸਮਾਜ ਦੇ ਜਿਹੜੀ ਨੈਤਿਕਤਾ ਉਹ ਕਿਸੇ ਹੋਰ ਸਮਾਜ ਦੇ ਵਾਸਤੇ ਅਨੈਤਿਕਤਾ ਵੀ ਹੋ ਸਕਦੀ ਹੈ। ਸੋ ਉਸ ਮਰਟਨ ਸੋਸ਼ੀਓਲੋਜਿਸਟ ਹੈ ਜਿਹੜਾ ਸਾਡਾ, ਉਹਦੇ ਆਧਾਰ ਤੇ ਅਸੀਂ ਇਸ ਦੀ ਪੂਰੀ ਗੱਲ ਕਰਨੀ ਆ ਕਿ ਕਿਵੇਂ ਮਨੋਵਿਗਿਆਨਕ ਪਰਤਾਂ ਨੇ ਜਿਹੜੀਆਂ ਉਹ ਇੱਕ ਮਨੁੱਖ ਦੇ ਅੰਦਰ ਇੱਕ ਦੁਬਿਧਾ ਵਾਲੀ ਸਥਿਤੀ ਬਣਾ ਦਿੰਦੀਆਂ। ਸੋ ਇਹ ਸਾਡਾ ਨਾਵਲ ਹੈ ਜਿਹੜਾ ਮਨੋਵਿਗਿਆਨਕ ਨਾਵਲ ਹੈ, ਔਰ ਬਹੁਤ ਹੀ ਵਧੀਆ ਨਾਵਲ ਹੈ। ਔਰ ਇਹ ਉਸ ਵੇਲੇ ਰਚਿਆ ਗਿਆ ਜਦੋਂ ਅਸੀਂ ਕਹਿੰਦੇ ਨੇ ਪੰਜਾਬੀ ਨਾਵਲ ਅਜੇ ਤੁਰਨਾ ਵੀ ਨਹੀਂ ਸੀ ਸਿੱਖਿਆ, ਉਸ ਵੇਲੇ ਇੰਨਾ ਉੱਚਾ ਵਿਸ਼ਾ ਮਨੋਵਿਗਿਆਨ ਦਾ ਵਿਸ਼ਾ ਪੰਜਾਬੀ ਨਾਵਲ ਦੇ ਵਿੱਚ ਆਇਆ। ਸੰਤ ਸਿੰਘ ਸੇਖੋਂ ਪਰੰਪਰਾ ਤੇ ਵਰਤਮਾਨ ਦੇ ਸਾਹਿਤ ਅਧਿਐਨ ਪ੍ਰਪੇਖ ਵਿੱਚ ਪੰਜਾਬੀ ਸਾਹਿਤ ਸਿਧਾਂਤ ਦੀ ਸਿਰਜਣਾ ਕਰਦਾ ਹੈ। ਸਾਹਿਤਿਆਰਥ ਅਤੇ ਪੰਜਾਬੀ ਕਾਵਿ ਸ਼੍ਰੋਮਣੀ ਦੇ ਹਵਾਲੇ ਨਾਲ ਇਸ ਕਥਨ ਬਾਰੇ ਟਿੱਪਣੀ ਕਰੋ। ਸੋ ਇਹ ਤੁਹਾਡੀਆਂ ਕਿਤਾਬਾਂ ਤੇ ਬੇਸ ਦੀ ਕੁਐਸਚਨ ਹੈਗਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। 7ਵਾਂ ਕੁਐਸਚਨ ਸਾਡਾ, 7ਵਾਂ ਪ੍ਰਸ਼ਨ ਹੈ ਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੇ ਲਿਖਤਾਂ ਰਾਹੀਂ ਸਦਾਚਾਰ ਅਤੇ ਸ਼ਿਸ਼ਟਾਚਾਰ ਉੱਤੇ ਆਧਾਰਿਤ ਇੱਕ ਨਵੇਂ ਮੁੱਲ ਵਿਧਾਨ ਵਾਲੇ ਸਮਾਜ ਦਾ ਸੁਪਨਾ ਸਿਰਜਦਾ। ਜ਼ਿੰਦਗੀ ਦੀ ਰਾਸ ਅਤੇ ਨਵਾਂ ਸ਼ਵਾਲਾ ਦੇ ਆਧਾਰ ਤੇ ਇਸ ਕਥਨ ਬਾਰੇ ਟਿੱਪਣੀ ਕਰੋ। ਸੋ ਬਹੁਤ ਵਧੀਆ ਕੁਐਸਚਨ ਹੈਗਾ, ਕਿਉਂਕਿ ਇੱਕ ਨਵਾਂ ਮੁੱਲ ਵਿਧਾਨ ਤੋਂ ਭਾਵ ਕਿ ਨਵਾਂ ਇੱਕ ਵੈਲਿਊ ਸਿਸਟਮ। ਉਹ ਵੈਲਿਊ ਸਿਸਟਮ ਕਿਹੜਾ? ਉਹ ਹੈ ਲੌਜੀਕਲ ਥਿੰਕਿੰਗ, ਉਹ ਹੈ ਤਰਕ ਸੰਗਤ ਜੀਵਨ ਜਾਚ, ਉਹ ਹੈ ਵਿਗਿਆਨਕ ਸੋਚ। ਸੋ ਉਹਦੇ ਆਧਾਰ ਤੇ ਅਸੀਂ ਜਿਹੜੀ ਇਹ ਗੱਲ ਸਾਰੀ ਕਰਨੀ ਹੁੰਦੀ ਹੈ। ਧਨੀ ਰਾਮ ਚਾਤਕ ਨੇ ਆਪਣੀਆਂ ਕਾਵਿ ਕਿਰਤਾਂ ਵਿੱਚ ਪੰਜਾਬੀ ਜੀਵਨ ਦੇ ਪ੍ਰਕਿਰਤਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਪਸਾਰਾਂ ਨੂੰ ਅਲੰਕ੍ਰਿਤ ਕੀਤਾ। ਅਲੰਕ੍ਰਿਤ ਭਾਵ ਬਹੁਤ ਸੋਹਣੀ ਸ਼ਬਦਾਵਲੀ ਦੇ ਰਾਹੀਂ ਪੇਸ਼ ਕੀਤਾ। ਸੂਫੀ ਖਾਨਾ, ਚੰਦਨਵਾੜੀ, ਨਵਾਂ ਜਹਾਨ। 15 ਨੰਬਰ ਦਾ ਕੁਐਸਚਨ ਹੈ ਜੀ, ਤਿੰਨੇ ਕਿਤਾਬਾਂ ਤੇ ਗੱਲ ਕਰਨੀ। ਠੀਕ ਹੈ। ਔਰ ਅੰਦਰ ਪੁਆਇੰਟਸ ਦੇਖੋ, ਪ੍ਰਕਿਰਤਿਕ ਵੀ, ਸਮਾਜਿਕ ਵੀ, ਧਾਰਮਿਕ ਵੀ, ਰਾਜਨੀਤਿਕ ਵੀ ਹੈ। ਸੋ ਬਹੁਤ ਚੈਲੰਜਿੰਗ ਕੁਐਸਚਨ ਹੈ ਕਿ 15 ਨੰਬਰ ਦੇ ਵਿੱਚ ਕਿਵੇਂ ਗੱਲ ਕਰਨੀ। ਜੇ ਅਸੀਂ ਅੰਦਾਜ਼ਾ ਲਾਈਏ ਤਾਂ 5 ਨੰਬਰ ਦੇ ਵਿੱਚ ਇੱਕ ਕਿਤਾਬ ਦੀ ਗੱਲ ਕਰਕੇ ਜਾਣੀ ਆ ਅਸੀਂ। ਠੀਕ ਹੈ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਚੈਲੰਜ, ਇਸ ਕੁਐਸਚਨ ਨੂੰ ਹੈਂਡਲ ਕਰ। ਬਲਵੰਤ ਗਾਰਗੀ ਆਪਣੇ ਨਾਟਕਾਂ ਦੇ ਨਾਰੀ ਪਾਤਰਾਂ ਦੀਆਂ ਮਨੋਵਿਗਿਆਨਕ ਪ੍ਰਸਥਿਤੀਆਂ ਨੂੰ ਬਹੁਪਰਤੀ ਪ੍ਰਪੇਖ ਵਿੱਚ ਚਿੱਤਰਦਾ। ਬਹੁਪਰਤੀ ਪ੍ਰਪੇਖ ਮੈਂ ਕਹਾਂ ਮਲਟੀ ਡਾਇਮੈਂਸ਼ਨਲ। ਠੀਕ ਹੈ। ਲੋਹਾ ਕੁੱਟ, ਧੂਣੀ ਦੀ ਅੱਗ ਦੇ ਹਵਾਲੇ ਨਾਲ ਟਿੱਪਣੀ ਕਰੋ। ਉਹੀ ਕੁਐਸਚਨ ਹੈ ਜਿਹੜਾ ਪਹਿਲੇ ਪੇਪਰ ਦੇ ਵਿੱਚ ਹੀ ਆਇਆ ਹੋਇਆ ਸੀ। ਉਧਰ ਵੀ ਔਰਤ ਦੀਆਂ ਭਾਵਨਾਵਾਂ ਜਾਂ ਔਰਤ ਦੇ ਮਨ ਦੀ ਗੱਲ ਕੀਤੀ, ਇੱਧਰ ਵੀ ਉਦਾਂ ਦੀ ਗੱਲ ਕੀਤੀ ਹੋਈ ਹੈ। ਸੋ ਦੋਵਾਂ ਜਿਹੜੇ ਲੋਹਾ ਕੁੱਟ ਔਰ ਧੂਣੀ ਦੀ ਅੱਗ, ਉਹਨਾਂ ਦੇ ਆਧਾਰ ਤੇ ਅਸੀਂ ਇਹ 'ਚ ਗੱਲ ਕਰਨੀ ਹੈ। ਸਾਨੂੰ ਯਾਦ ਪਤਾ ਹੀ ਹੈ ਕਿ ਲੋਹਾ ਕੁੱਟ ਦੇ ਵਿੱਚ ਜਿਹੜੀ ਉਹ ਗੱਲ ਕਰਦਾ ਹੈ ਕਿ ਇੱਕ ਔਰਤ ਹੈ ਜਿਹੜੀ 18 ਸਾਲ ਦੀ ਕੁੜੀ ਆ, ਉਹ ਆਪਣੇ ਪ੍ਰੇਮੀ ਦੇ ਨਾਲ ਭੱਜ ਜਾਂਦੀ ਹੈ, ਤੇ ਫਿਰ ਉਹਦੀ ਮਾਂ ਜਿਹੜੀ ਉਹ ਵੀ 18 ਸਾਲ ਤੋਂ ਬਾਅਦ ਵਿਆਹ ਹੋ ਗਿਆ ਉਹਦਾ, 18 ਸਾਲ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਭੱਜ ਜਾਂਦੀ ਹੈ। ਸੋ ਉਹਦੀਆਂ ਪਰਤਾਂ ਦੇ ਵਿੱਚ ਕੀ ਕੁਝ ਲੁਕਿਆ ਹੋਇਆ ਉਸ ਨਾਟਕ ਦੀਆਂ, ਸਮਾਜ ਸਾਡਾ ਕਿਵੇਂ ਇੱਕ ਰੋਲ ਪਲੇ ਕਰਦਾ, ਕਿਵੇਂ ਔਰਤ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦਾ ਦਮਨ ਕਰਕੇ ਰੱਖਦਾ, ਕਿਵੇਂ ਔਰਤ ਫਿਰ ਇੱਕ ਬਗਾਵਤ ਤੇ ਉਤਰਨ ਵਾਸਤੇ ਮਜਬੂਰ ਹੁੰਦੀ ਹੈ। ਉਹ ਸਾਰੀਆਂ ਸਥਿਤੀਆਂ ਨੇ ਜਿਹੜੀਆਂ ਅਸੀਂ ਇੱਥੇ ਪੇਸ਼ ਕਰਕੇ ਜਾਵਾਂਗੇ। ਸੋ ਲਾਸਟ ਸਾਡਾ ਕੁਐਸਚਨ ਹੈਗਾ ਜਿਹੜਾ 8ਵਾਂ, ਉਹਦੀ ਅਸੀਂ ਗੱਲ ਕਰਦੇ ਹਾਂ। ਰਾਈਟ। ਬਲਰਾਜ ਸਾਹਨੀ ਦੇ ਸਫ਼ਰਨਾਮੇ ਉਸਦੇ ਨਿੱਜ ਨਾਲ ਇੱਕ ਸੁਰਤਾ ਵਿੱਚ ਰਚੇ ਗਏ ਹਨ। ਇਹਨਾਂ ਵਿੱਚ ਉਸਦੀ ਵਿਚਾਰਧਾਰਾ ਤੇ ਉਸਦੀ ਆਪਣੀ ਜੰਮਣ ਭੌਂ ਪ੍ਰਤੀ ਭਾਵਕ ਪਹੁੰਚ ਦ੍ਰਿਸ਼ਟੀਗੋਚਰ ਹੁੰਦੀ ਹੈ। ਮੇਰਾ ਰੂਸੀ ਸਫ਼ਰਨਾਮਾ ਤੇ ਪਾਕਿਸਤਾਨੀ ਸਫ਼ਰਨਾਮਾ ਦੇ ਆਧਾਰ ਤੇ ਇਸ ਕਥਨ ਬਾਰੇ ਚਰਚਾ। ਤਾਂ ਜਦੋਂ ਅਸੀਂ ਕਹਿੰਦੇ ਕਿ ਨਿੱਜ ਨਾਲ ਇੱਕ ਸੁਰ, ਉੱਥੇ ਤਾਂ ਅਸੀਂ ਦੇਖਦੇ ਹਾਂ ਕਿ, ਕਿਉਂਕਿ ਇੱਕ ਗੱਲ ਹੋਰ ਇੱਥੇ ਮੈਂ ਕਲੀਅਰ ਕਰਨੀ ਚਾਹੁੰਦਾ ਕਿ ਜਦੋਂ ਵੀ ਆਪਾਂ ਕਲਾਸ ਦੇ ਵਿੱਚ ਗੱਲ ਕਰਦੇ ਹਾਂ, ਸਾਰੇ ਸਟੂਡੈਂਟਸ ਨੂੰ ਧਿਆਨ 'ਚ ਆ ਗਈ ਹੋਈ ਚੀਜ਼, ਸਭ ਤੋਂ ਪਹਿਲਾਂ ਅਸੀਂ ਇਹ ਡਿਸਕਸ ਕਰਦੇ ਹਾਂ ਕਿ ਜਿਹੜਾ ਰਾਈਟਰ ਹੈ
ਉਹਦੀ ਆਪਣੀ ਵਿਚਾਰਧਾਰਾ ਕੀ ਹੈ, ਉਹਦੀ ਫਿਲਾਸਫੀ ਕੀ ਹੈ, ਉਹ ਕਿਸ ਸੋਚ ਦਾ ਮਾਲਕ ਹੈ। ਠੀਕ ਹੈ, ਜਦੋਂ ਤੁਸੀਂ ਉਸ ਚੀਜ਼ ਨੂੰ ਸਮਝ ਗਏ ਫਿਰ ਤੁਹਾਡੇ ਵਾਸਤੇ ਕੋਈ ਵੀ ਕੁਐਸਚਨ ਅਟੈਂਪਟ ਕਰਨਾ ਬਹੁਤ ਸੌਖਾ ਹੋ ਜਾਂਦਾ। ਤਾਂ ਇੱਥੇ ਜਦੋਂ ਅਸੀਂ ਕਹਿੰਦੇ ਕਿ ਇੱਕ ਸੁਰਤਾ ਦੇ ਨਾਲ, ਤਾਂ ਜਦੋਂ ਰੂਸੀ ਸਫ਼ਰਨਾਮੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਅਸੀਂ ਕਹਿੰਦੇ ਕਿ ਉਹ ਸਮਾਜਵਾਦੀ ਹੈ। ਠੀਕ ਹੈ, ਉਹ ਯਥਾਰਥਵਾਦੀ, ਉਹ ਮਾਨਵਵਾਦੀ ਹੈ। ਇਸੇ ਤਰੀਕੇ ਨਾਲ ਜਦੋਂ ਮੇਰਾ ਪਾਕਿਸਤਾਨੀ ਸਫ਼ਰਨਾਮਾ ਦੇ ਵਿੱਚ ਉਹ ਜੰਮਣ ਭੌਂ ਤੇ ਜਾਂਦਾ ਹੈ, ਆਪਣੀ ਜਨਮ ਭੂਮੀ ਤੇ ਜਾਂਦਾ, ਪਾਕਿਸਤਾਨ ਦੇ ਵਿੱਚ ਘੁੰਮਣ ਜਾਂਦਾ, ਤਾਂ ਉੱਥੇ ਉਹਦੀਆਂ ਭਾਵਨਾਵਾਂ ਭਾਵੇਂ ਆਉਂਦੀਆਂ ਪਰ ਉਹਦੇ ਅੰਦਰਲਾ ਮਾਨਵਵਾਦ, ਉਹਦੇ ਅੰਦਰਲਾ ਸਮਾਜਵਾਦ, ਉਹ ਫਿਰ ਵੀ ਉੱਥੇ ਝਲਕਦਾ। ਸੋ ਉਹਨਾਂ ਆਧਾਰਾਂ ਤੇ ਅਸੀਂ ਇਹਦੀ ਗੱਲ ਕਰਾਂਗੇ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਆਗਮਨ ਨਾਲ, ਭਾਵ ਉਹਦੇ ਆਉਣ ਨਾਲ, ਪੰਜਾਬੀ ਗਦ ਸਾਹਿਤ ਵਿੱਚ, ਗਦ ਮਤਲਬ ਵਾਰਤਕ, ਭਾਵ ਪ੍ਰੋਜ਼ ਵਿੱਚ ਇੱਕ ਨਵੇਂ ਯੁੱਗ ਦੀ ਸਿਰਜਣਾ ਹੁੰਦੀ ਹੈ। ਤੁਸੀਂ ਇੱਕ ਚੀਜ਼ ਦੇਖੋ, ਹੁਣੇ ਪਿੱਛੇ ਕੁਐਸਚਨ ਆਇਆ ਸੀ ਕਿ ਪ੍ਰੀਤਲੜੀ ਹੈ ਜਿਹੜਾ, ਉਹਨੇ ਇੱਕ ਨਵਾਂ ਮੁੱਲ ਵਿਧਾਨ ਲੈ ਕੇ ਆਉਂਦਾ, ਨਵਾਂ ਵੈਲਿਊ ਸਿਸਟਮ। ਤੇ ਜਦੋਂ ਸਾਡੀ ਸੁਸਾਇਟੀ 'ਚ ਨਵਾਂ ਵੈਲਿਊ ਸਿਸਟਮ ਆ ਗਿਆ ਤਾਂ ਨਵੀਂ ਸੁਸਾਇਟੀ ਬਣ ਗਈ। ਸਪੋਜ਼ ਇੱਕ ਮਨੁੱਖ ਹੈ, ਉਹਨੇ ਆਪਣਾ ਵੈਲਿਊ ਸਿਸਟਮ ਚੇਂਜ ਕਰ ਲਿਆ ਤਾਂ ਮਨੁੱਖ ਨਵਾਂ ਬਣ ਗਿਆ। ਉਸੇ ਤਰੀਕੇ ਦੇ ਨਾਲ ਉਹੀ ਕੁਐਸਚਨ ਦੋਨੋਂ ਇੱਕ ਦੂਜੇ ਨਾਲ ਜੁੜਦੇ ਆ। ਉਹ ਪੰਜਾਬੀ ਗਦ ਨੂੰ ਧਰਮ ਦੀ ਚਾਰ ਦੀਵਾਰੀ ਵਿੱਚੋਂ ਕੱਢ ਕੇ ਵਿਆਪਕਤਾ ਪ੍ਰਦਾਨ ਕਰਦਾ ਹੈ। ਵਿਆਪਕਤਾ, ਯੂਨੀਵਰਸਲ, ਬਹੁਤ ਗਹਿਰੇ, ਬਹੁਤ ਵੱਡੇ, ਬਹੁਤ ਵਿਸ਼ਾਲ ਅਰਥ ਦਿੰਦਾ ਹੈ ਉਹ। ਠੀਕ ਹੈ, ਇਸ ਵਿਚਾਰ ਦੀ ਪੁਸ਼ਟੀ ਆਪਣੇ ਸ਼ਬਦਾਂ ਵਿੱਚ। ਸੋ ਅਗਲਾ ਲਾਸਟ ਕੁਐਸਚਨ ਹੈ ਸਾਡੇ ਕੋਲ। ਨਾਨਕ ਸਿੰਘ ਆਪਣੇ ਨਾਵਲਾਂ ਵਿੱਚ ਤਤਕਾਲੀ ਭਾਵ ਉਸ ਵੇਲੇ ਦੇ ਪੰਜਾਬੀ ਸਮਾਜ ਦੇ ਸੱਭਿਆਚਾਰਕ, ਧਾਰਮਿਕ, ਰਾਜਨੀਤਿਕ ਸਰੋਕਾਰਾਂ ਦੇ ਪਰਿਪੇਖ ਵਿੱਚ, ਭਾਵ ਉਸ ਕੰਟੈਕਸਟ ਵਿੱਚ ਗਲਪੀ ਬਿਰਤਾਂਤ ਸਿਰਜਦਾ ਹੈ। ਚਿੱਟਾ ਲਹੂ ਇਕਮਿਆਂ ਦੋ ਤਲਵਾਰਾਂ ਦੇ ਹਵਾਲੇ ਨਾਲ ਇਸ ਕਥਨ ਬਾਰੇ ਆਲੋਚਨਾਤਮਕ ਚਰਚਾ ਕਰੋ। 15 ਨੰਬਰ ਦਾ ਕੁਐਸਚਨ ਹੈ। ਅਸੀਂ ਦੇਖਦੇ ਹੀ ਹਾਂ ਕਿ ਚਿੱਟਾ ਲਹੂ ਦੇ ਵਿੱਚ ਕਿਵੇਂ ਉਹਨੇ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਪੇਸ਼ ਕੀਤਾ ਹੋਇਆ। ਔਰ ਇੱਥੇ ਮੈਂ ਇੱਕ ਚੀਜ਼ ਇਹ ਵੀ ਕਹਿਣਾ ਹੁੰਦਾ, 2022 ਚੱਲ ਰਿਹਾ, ਠੀਕ ਹੈ, ਔਰ ਜਿਹੜਾ ਚਿੱਟਾ ਲਹੂ ਨਾਵਲ ਹੈ 1932 ਦਾ ਨਾਵਲ ਹੈ। ਉਹ 90 ਸਾਲ ਹੋ ਗਏ, ਅੱਜ ਵੀ ਉਹਦੀ ਰੈਲੇਵੈਂਸੀ ਬਣੀ ਹੋਈ ਹੈ। ਔਰ ਉਹਦੀ ਰੈਲੇਵੈਂਸੀ ਸਿਵਲ ਸਰਵਿਸਿਜ਼ ਦੇ ਵਿੱਚ ਬਹੁਤ ਜ਼ਿਆਦਾ, ਹੋਰ ਕਿਤੇ ਹੋਵੇ ਨਾ ਹੋਵੇ। ਉਹ ਕਿਵੇਂ ਕਿ ਚਿੱਟਾ ਲਹੂ ਦੇ ਵਿੱਚ ਇਹ ਦਿਖਾਇਆ ਹੋਇਆ ਕਿ ਸਮਾਜ ਦੀਆਂ ਕਿੰਨੀਆਂ ਸਾਰੀਆਂ ਸਮੱਸਿਆਵਾਂ ਨੇ ਤੇ ਉਹ ਸਮੱਸਿਆਵਾਂ ਕਿਵੇਂ ਅੰਤਰ ਸੰਬੰਧਿਤ। ਤਾਂ ਬੀਇੰਗ ਏ ਸਿਵਲ ਸਰਵੈਂਟ, ਜਦੋਂ ਤੁਸੀਂ ਕੱਲ ਨੂੰ ਇੱਕ ਡਿਪਟੀ ਕਮਿਸ਼ਨਰ ਦੀ ਚੇਅਰ ਤੇ ਬੈਠੇ ਹੋਵੋਗੇ ਤਾਂ ਤੁਹਾਡੇ ਵਾਸਤੇ ਚਿੱਟਾ ਲਹੂ ਨਾਵਲ ਹੈ ਜਿਹੜਾ ਬਹੁਤ ਵੱਡਾ ਰੋਲ ਪਲੇ ਕਰੇਗਾ ਕਿ ਜਦੋਂ ਤੁਸੀਂ ਸਮਾਜ ਦੀ ਕਿਸੇ ਇੱਕ ਸਮੱਸਿਆ ਨੂੰ ਵੇਖੋਗੇ ਤਾਂ ਤੁਸੀਂ ਉਹਦੀਆਂ ਤੰਦਾਂ ਜੋੜ ਸਕੋਗੇ ਕਿ ਇਹਦੀ ਤੰਦ ਕਿੱਥੇ ਕਿੱਥੇ ਕਿਹੜੀ ਕਿਹੜੀ ਸਮੱਸਿਆ ਨਾਲ ਜੁੜਦੀ ਹੈ। ਔਰ ਦੂਜਾ ਪੁਆਇੰਟ ਕਿ ਜਿਹੜੀਆਂ ਅਸੀਂ ਸਮੱਸਿਆਵਾਂ ਦੇਖ ਰਹੇ ਹੁੰਦੇ ਆ, ਰਿਐਲਿਟੀ ਦੇ ਵਿੱਚ ਉਹ ਸਮੱਸਿਆਵਾਂ ਨਹੀਂ ਹੁੰਦੀਆਂ, ਉਹ ਅਕਸਰ ਉਹਨਾਂ ਸਮੱਸਿਆਵਾਂ ਦੇ ਸਿੰਪਟਮਸ ਹੀ ਹੁੰਦੇ ਆ ਜਿਹੜੀਆਂ ਸਮੱਸਿਆਵਾਂ ਕਾਰਪਟ ਦੇ ਹੇਠ ਹੁੰਦੀਆਂ ਨੇ। ਠੀਕ ਹੈ, ਜਿਵੇਂ ਅਸੀਂ ਕਹੀਏ ਕਿ ਇੱਕ ਵਿਅਕਤੀ ਹੈ, ਉਹਦਾ ਸਿਰ ਦਰਦ ਕਰ ਰਿਹਾ, ਵੋਮਟਿੰਗ ਹੈ, ਟੈਂਪਰੇਚਰ ਹੈ, ਇਹ ਉਹਦੀ ਸਮੱਸਿਆ ਨਹੀਂ। ਸਮੱਸਿਆ ਕੀ ਹੈ, ਅੰਦਰ ਕੀ ਹੈ, ਡੇਂਗੂ ਹੈ ਜਾਂ ਕੋਈ ਹੋਰ ਸਮੱਸਿਆ, ਉਹਦੇ ਸਿੰਪਟਮਸ ਨੇ। ਉਹ ਤਾਂ ਉਹ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਜਦੋਂ ਇਦਾਂ ਦੇ ਨਾਵਲ ਤੁਸੀਂ ਪੜ੍ਹਦੇ ਹੋ ਕਿ ਕਿਸੇ ਸਮਾਜ ਦੇ ਵਿੱਚ ਕਿਵੇਂ ਸਮੱਸਿਆਵਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ। ਕੋਈ ਵੀ ਸਮੱਸਿਆ ਆਈਸੋਲੇਸ਼ਨ 'ਚ ਨਹੀਂ ਹੁੰਦੀ, ਤੁਸੀਂ ਆਪਣੀ ਜ਼ਿੰਦਗੀ 'ਚ ਵੀ ਦੇਖ ਸਕਦੇ ਹੋ। ਜਦੋਂ ਕੋਈ ਤੇ ਕੋਈ ਸਮੱਸਿਆ ਆਉਂਦੀ ਉਹਦੇ ਨਾਲ ਜੁੜ ਕੇ ਇੱਕ ਹੋਰ ਆਉਂਦੀ ਹੈ, ਇੱਕ ਹੋਰ ਸਮੱਸਿਆ ਆਉਂਦੀ ਹੈ, ਤਾਂ ਸਮੱਸਿਆਵਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ। ਕੋਈ ਵੀ ਸਮੱਸਿਆ ਇਕੱਲੀ ਨਹੀਂ ਹੁੰਦੀ ਤੇ ਕਈ ਵਾਰੀ ਉਹ ਸਮੱਸਿਆ ਨਹੀਂ ਹੁੰਦੀ, ਉਹਦੇ ਜੜ ਕਿਤੇ ਹੋਰ ਪਈ ਹੁੰਦੀ ਹੈ। ਸੋ ਚਿੱਟਾ ਲਹੂ ਨਾਵਲ ਹੈ ਜਿਹੜਾ ਸਾਨੂੰ ਸਮਾਜ ਦੇ ਕੰਟੈਕਸਟ ਦੇ ਵਿੱਚ, ਸੱਭਿਆਚਾਰ ਦੇ ਪੱਖ ਤੋਂ, ਧਰਮ ਦੇ ਪੱਖ ਤੋਂ, ਰਾਜਨੀਤੀ ਦੇ ਪੱਖ ਤੋਂ ਉਹ ਸਭ ਕੁਝ ਦੱਸਦਾ। ਇਸੇ ਤਰੀਕੇ ਦੇ ਨਾਲ ਇੱਕ ਮਿਆਨ ਦੋ ਤਲਵਾਰਾਂ ਦੇ ਵਿੱਚ ਵੀ ਜਿਹੜਾ ਹੈਗਾ ਉਸੇ ਚੀਜ਼ ਨੂੰ ਬੜੀ ਡਿਟੇਲ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨੂੰ ਦਰਸਾ ਕੇ ਇੱਕ ਨਾਵਲ ਰਚਿਆ ਗਿਆ ਨਾਨਕ ਸਿੰਘ ਵੱਲੋਂ। ਔਰ ਇਹਦੇ ਵਿੱਚ ਵੀ ਬੜੀ ਡਿਟੇਲ ਦੇ ਵਿੱਚ ਔਰ ਸਿੰਬੋਲਿਕਲੀ ਚੀਜ਼ਾਂ ਦੱਸੀਆਂ ਗਈਆਂ ਕਿ ਉਹ ਜਿਹੜੇ ਯੋਧੇ ਸੀ ਉਹ ਵੀ ਸਾਡੇ ਵਰਗੇ ਸੀ, ਉਹਨਾਂ ਦੇ ਅੰਦਰ ਵੀ ਪ੍ਰੇਮ ਭਾਵਨਾ ਸੀ, ਪਰ ਉਹਨਾਂ ਨੇ ਆਪਣੇ ਤੋਂ ਵੱਧ ਤਰਜੀਹ ਹੈ ਜਿਹੜੀ ਉਹ ਦੇਸ਼ ਨੂੰ ਦਿੱਤੀ। ਉਹ ਕਿਵੇਂ ਨਾਵਲ ਦੀ ਇੱਕ ਸਟਰਕਚਰ ਬਣਾਈ ਆ ਉਹ ਵੀ ਕਾਬਲੇ ਤਾਰੀਫ ਹੈ। ਜਦੋਂ ਅਸੀਂ ਉਹਨੂੰ ਕਲਾਸ ਦੇ ਵਿੱਚ ਡਿਸਕਸ ਕਰਦੇ ਹਾਂ, ਬੜੇ ਸਾਰੇ ਹਿਡਨ ਪੁਆਇੰਟਸ ਨੇ ਜਿਹੜੇ ਉਹਦੇ ਚੋਂ ਅਸੀਂ ਕੱਢ ਕੇ ਲੈ ਕੇ ਆਉਣੇ, ਜਿਹੜੇ ਕਿ ਤੁਹਾਨੂੰ ਆਨਸਰ ਲਿਖਣ ਦੇ ਵਿੱਚ ਬਹੁਤ ਮਦਦ ਕਰਦੇ ਆ। ਸੋ ਮੈਂ ਓਵਰਆਲ ਇਹੀ ਕਹਾਂਗਾ, ਪੇਪਰ 2 ਤੇ ਵੀ ਬਹੁਤ ਹੀ ਵਧੀਆ ਪੇਪਰ ਹੈ, ਦਿਲ ਖੁਸ਼ ਹੋਇਆ ਦੇਖ ਕੇ, ਔਰ ਡਾਇਨਾਮਿਕ ਹੈ। ਔਰ ਮੈਨੂੰ ਇਹਦੇ ਤੇ ਇੰਨਾ ਕੁ ਯਕੀਨ ਹੈਗਾ ਕਿ ਜਿਹੜੇ ਸਾਡੇ ਕਲਾਸ ਦੇ ਸਟੂਡੈਂਟਸ ਨੇ ਉਹ ਵਾਕਈ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕਦੇ ਆ। ਸੋ ਥੈਂਕ ਯੂ ਵੈਰੀ ਮਚ, ਆਲ ਦੀ ਵੈਰੀ ਬੈਸਟ।